ਠੀਕ ਹੈ, ਤੁਸੀਂ ਗੱਲ ਕਰੋ ਆਪਣੀ ਪੂਰੀ। ਕੋਈ ਨਹੀਂ, ਗੱਲ ਉਹ ਵੀ ਭਾਈ ਆਪਣਾ। ਅੱਛਾ, ਗੱਲ ਇਹ ਵੇ ਕਿ ਭਾਈ ਜਿਹੜੀ ਤੁਹਾਨੂੰ ਗੱਲ ਸਮਝ ਜਾਂਦੀ ਹੈ ਨਾ, ਜਿਸ ਤਰ੍ਹਾਂ ਮਸਲਨ ਪਾਕਿਸਤਾਨ ਵਿੱਚ ਇਹ ਗੱਲ ਕਹਿ ਦਿੰਦੇ ਨੇ, ਸਾਡੇ ਅਸੀਂ ਵੀ ਬਹੁਤ ਸੁਣਿਆ ਇਹ ਗੱਲ ਕਿ ਉਹ ਜਿਹੜਾ ਕੋਈ ਇੱਥੇ ਜਾਏਗਾ ਉਹਦਾ ਨਿਕਾਹ ਟੁੱਟ ਜਾਏਗਾ, ਉਹਨੂੰ ਨਿਕਾਹ ਤਜਦੀਦ ਕਰਨਾ ਪਏਗਾ, ਉਹਨੂੰ ਇਹ ਕਰਨਾ ਪਏਗਾ, ਉਹਨੂੰ ਕਰ। ਮੈਂ ਇਹ ਸਾਰੀ ਗੱਲ ਨੂੰ ਹੀ ਫਜ਼ੂਲ ਸਮਝਦਾ ਵਾਂ। ਠੀਕ ਹੋ ਗਿਆ। ਹੁਣ ਤੁਸੀਂ ਜਿਹੜੀ ਗੱਲ ਕੀਤੀ ਹੈ ਨਾ, ਮੈਨੂੰ ਪਤਾ ਹੈ ਕਿ ਤੁਸੀਂ ਕਿੱਥੋਂ ਟਾਂਟ ਮਾਰ ਰਹੇ ਹੋ। ਤੁਸੀਂ ਗੱਲ ਵੀ ਕਰ ਦਿੱਤੀ ਹੈ ਬਾਅਦ ਵਿੱਚ ਵਜ਼ਾਹਤ ਕਰਕੇ ਕਿ ਮਿਰਜ਼ਾ ਸਾਹਿਬ ਬਾਅਦ ਵਿੱਚ ਜਿਹੜੇ ਨੇ ਇਹਨਾਂ ਸਾਰਿਆਂ ਨੂੰ ਕਾਫਰ ਸਮਝਣਾ ਸ਼ੁਰੂ ਹੋ ਗਏ ਨੇ, ਤੇ ਫਿਰ ਆਪਣਾ ਨਿਕਾਹ ਉਹਨਾਂ ਦਾ ਹੈ ਉਹ ਵੀ ਬਾਤਲ ਹੋ ਗਿਆ। ਇਹ ਗੱਲ ਹੈ ਨਾ ਤੁਹਾਡੀ, ਇਹੀ ਕਿ ਸਵਾਲ ਤੁਹਾਡਾ ਬਣਦਾ ਹੈ। ਜੀ ਜੀ ਬਿਲਕੁਲ ਇਹੀ ਬਣਦਾ ਨਾ, ਮੈਨੂੰ ਪਤਾ ਕੋਈ ਐਡਾ ਨਹੀਂ, ਮੈਂ ਸਮਝਾ। ਅੱਛਾ, ਹੁਣ ਗੱਲ ਇਹ ਹੈ ਕਿ ਇਸ ਗੱਲ 'ਚ ਜਿਹੜੀ ਤੁਸੀਂ ਗੱਲ ਕੱਢਣਾ ਚਾਹੁੰਦੇ ਹੋ ਉਹਦੇ 'ਚ ਹੈ ਕੱਖ ਨਹੀਂ ਵਜ੍ਹਾ। ਹੁਣ ਮੈਂ ਤੁਹਾਡੇ ਕੋਲ ਥੋੜੀ ਜਿਹੀ ਗੱਲ ਜਿਸ ਲਈ ਪੁੱਛੀ ਕਿ ਨਿਕਾਹ ਹੁੰਦਾ ਕੀ ਹੈ, ਤੁਸੀਂ ਨਿਕਾਹ ਨੂੰ ਕਿਸ ਮਕਸਦ ਵਿੱਚ ਲੈਂਦੇ ਹੋ, ਨਿਕਾਹ ਕੀ ਚੀਜ਼ ਹੁੰਦੀ ਹੈ? ਚਲੋ ਜੇ ਇਸ ਗੱਲ 'ਚ ਕੋਈ ਨਹੀਂ ਤੇ ਛੱਡ ਦੋ ਇਸ ਗੱਲ ਨੂੰ, ਫਿਰ ਕੋਈ ਕਾਮਤ ਇਸ ਗੱਲ ਨੂੰ ਕੁਝ ਨਹੀਂ, ਚਲੋ ਮੈਂ ਆਪਣੀ ਗੱਲ ਕਰ ਦਿੰਦਾ। ਅਗਰ ਮੂਸਾ ਸਾਹਿਬ ਦੀ ਤਸੱਲੀ ਹੋ ਗਈ ਹੈ ਤੇ ਠੀਕ ਹੈ, ਨਹੀਂ ਤੇ ਮੈਂ ਪਿੱਛੇ ਲਾਈ ਨਾ ਕੁਝ ਸਾਲ। ਨਹੀਂ ਠਹਿਰ ਜਾਓ। ਨਹੀਂ ਨਾਸਰ ਸਾਹਿਬ ਮੇਰੀ ਗੱਲ ਸੁਣੋ। ਨਾਸਰ ਸਾਹਿਬ ਇੱਕ ਮਿੰਟ ਛੋਟੀ ਸਰਕਾਰ, ਇੱਕ ਮਿੰਟ ਠਹਿਰਿਆ, ਮੈਂ ਤੁਹਾਨੂੰ ਦੱਸਣਾ। ਅਮਰ ਭਾਈ ਬੈਠੇ ਨੇ, ਉਹਨੇ ਕਹਿਤਾ ਜੀ ਗੱਲ ਨੂੰ ਛੱਡ ਦਿਓ ਤੇ ਛੱਡ ਦਿਓ। ਨਹੀਂ ਮੂਸਾ ਸਾਹਿਬ, ਚਲੋ ਮੈਂ ਤੁਹਾਨੂੰ ਇੱਕ ਮੌਕਫ ਦੱਸ ਦਿੰਦਾ। ਘੰਟਾ ਹੋ ਗਿਆ ਮੇਰਾ ਮੂਸਾ ਭਾਈ, ਕੱਲ੍ਹ ਸਵਾਲ ਮੂਸਾ ਭਾਈ ਇੱਕ ਮਿੰਟ ਮੂਸਾ ਭਾਈ, ਮੈਂ ਤੁਹਾਨੂੰ ਦੱਸ ਦੇਣਾ। ਸੁਣੋ, ਮੌਲਵੀ ਨੇ ਆਣ ਕੇ ਨਿਕਾਹ ਵਿੱਚ ਕੁਝ ਨਹੀਂ ਕਰਨਾ ਹੁੰਦਾ, ਨਾ ਹੀ ਉਹਨੇ ਕਿਸੇ ਨੂੰ ਮੁਸਲਮਾਨ ਕਰਨਾ ਹੁੰਦਾ ਹੈ ਤੇ ਨਾ ਕੁਝ। ਇਹ ਇੱਕ ਗੱਲ ਬਣੀ ਹੈ ਕਿ ਮੌਲਵੀ ਨੇ ਆਣ ਕੇ ਉੱਥੇ ਕਲਮੇ ਪੜਾਣੇ ਹੁੰਦੇ ਨੇ, ਤੇ ਮਤਲਬ ਸੁਣੋ, ਇਹ ਇੱਕ ਮਾਇਦਾ ਹੁੰਦਾ ਹੈ ਨਿਕਾਹ ਦਾ। ਮੌਲਵੀ ਯਹੂਦੀ ਨੇ ਵੀ ਕਲਮਾ ਪੜਾ ਦਿੱਤਾ ਯਾਰ, ਇਹ ਬੋਲ ਵਿੱਚ ਚਲੇ ਜਾਣਗੇ। ਇੱਕ ਮਿੰਟ ਤੇ ਮਤਲਬ ਯਹੂਦੀ ਵੀ ਕਲਮਾ ਪੜ ਲਿਆ। ਓਹੋ ਮੁਸ਼ਰਫ ਭਾਈ, ਗੱਲ ਸੁਣੋ। ਅਮਨ ਨਜ਼ੀਰ ਸਾਹਿਬ, ਇਹ ਸੁਣ ਤੋ ਮੂਸਾ ਸਾਹਿਬ ਜਿਹੜੇ ਨੇ, ਮੈਂ ਜਿਹੜਾ ਜਵਾਬ ਦਿੰਦਾ ਪਿਆ ਸੁਣੋ। ਤੁਹਾਡੇ ਭਰਾ ਨਹੀਂ ਤੁਹਾਨੂੰ ਜਵਾਬ ਤੇ ਦੇਣ ਦਿੰਦੇ। ਨਾਸਰ ਸਾਹਿਬ, ਅੱਛਾ ਦੇ ਲਓ ਜੀ ਤੁਸੀਂ। ਅੱਛਾ ਜੀ ਠੀਕ ਹੈ, ਦੇ ਲਓ। ਇਤਰਾਜ਼ ਹੈ ਇਹਨਾਂ ਦੇ। ਉਹ ਮੁਸਾਫਰ ਸਾਹਿਬ ਇੱਕ ਮਿੰਟ ਖਲੋਇਓ, ਇੱਕ ਮਿੰਟ ਖਲੋ ਮੁਸਾਫਰ ਸਾਹਿਬ, ਇੱਕ ਮਿੰਟ ਮਿਊਟ ਲਾਓ। ਮੂਸਾ ਸਾਹਿਬ ਮਾਈਕ ਖੋਲੋ, ਸਾਹਮਣੇ ਅਲੈਕੁਮ ਮੇਰੇ ਵੱਲੋਂ। ਨਹੀਂ, ਜਦੋਂ ਤੁਹਾਡੇ ਨਾਲੋਂ ਗੱਲ ਨਹੀਂ ਕਰਦੇ ਤੇ ਨਾਸਰ ਨਹੀਂ ਨਾ ਕਰਨ ਮੂਸਾ ਸਾਹਿਬ। ਨਾਸਰ ਸਾਹਿਬ ਮੇਰੀ ਗੱਲ ਸੁਣ ਯਾਰ, ਮੇਰੀ ਤੇ ਗੱਲ ਸੁਣ, ਮੇਰੀ ਗੱਲ ਸੁਣ। ਨਾਸਰ ਸਾਹਿਬ ਕੋ ਗੱਲ ਕਰਦੇ ਪਏ ਸਨ, ਉਹਨਾਂ ਨੂੰ ਪੂਰੀ ਕਰ ਲੈਂਦੇ। ਜੇ ਉਹਨਾਂ ਦੀ ਗੱਲ ਸੁਣ ਮੇਰੀ, ਜੇ ਉਹਨਾਂ ਦੀ ਕੋਈ ਗੱਲ 'ਚ ਵਜ਼ਨ ਹੋਇਆ ਤੇ ਮੈਨੂੰ ਸਮਝ ਆ ਜਾਏਗੀ ਕਿ ਕੋਈ ਨਾ ਵਜ਼ਨ ਹੋਇਆ ਤੇ ਮੈਂ ਕਹਿ ਦਾਂਗਾ ਮੈਨੂੰ ਸਮਝ ਨਹੀਂ ਆਈ, ਤੇ ਬਾਅਦ 'ਚ ਫਿਰ ਤੇਰੇ ਕੋਲੋਂ ਮੈਂ ਰਸੀਦ ਲੈ ਲਾਂਗਾ। ਕਿਹੜੀ ਕੋਈ ਗੱਲ ਯਾਰ, ਮੈਂ ਦੋ ਲਫ਼ਜ਼ਾਂ 'ਚ ਗੱਲ ਮੁਕਾਣੀ ਹੈ। ਤੂੰ ਲਫ਼ਜ਼ਾਂ 'ਚ ਗੱਲ ਕਦੀ ਜ਼ਿੰਦਗੀ 'ਚ ਨਹੀਂ ਮੁਕਾਈ, ਛੱਡ ਦੇ ਗੱਲ। ਤੂੰ ਉਹ ਲੰਬੇ ਬਾਲ ਜੀ, ਮੈਂ ਤਲਵਾਰ ਨਹੀਂ ਫੜੀ, ਟੁਰ ਜਾਣਾ ਤੇ ਅਸੀਂ ਤਲਵਾਰ ਨਹੀਂ ਫੜੀ, ਮੈਂ ਯਕੀਨ ਮੰਨੋ ਅਲਫਾਜ਼ ਹੀ ਬੋਲਾਂਗਾ। ਇਮਤਿਆਜ਼ ਸਾਹਿਬ, ਤੁਸੀਂ ਤੇ ਦੋ ਲਫ਼ਜ਼ਾਂ 'ਚ ਮੁਕਾ ਕੇ ਟੁਰ ਜਾਣਾ ਹੈ ਯਾਰ। ਇੱਕ ਮਿੰਟ, ਛੋਟੀ ਸਰਕਾਰ, ਛੋਟੀ ਸਰਕਾਰ, ਖੁਦਾ ਰਾਜ, ਇੱਕ ਮਿੰਟ ਚੁੱਪ ਕਰ ਜਾਓ। ਇੱਕ ਮਿੰਟ ਗੱਲ ਪੁੱਛ ਲੋ ਕਿ ਜਿਹੜੇ ਸਾਈ ਸਨ, ਉਹ ਯਾਰ ਇੱਕ ਮਿੰਟ ਚੁੱਪ ਕਰ ਜਾ, ਨਾ ਕਿਸੇ ਤੇ ਇਤਰਾਜ਼ ਕਰੀ ਯਾਰ। ਠਹਿਰ ਜਾ। ਪਰਸੋਂ ਤੁਸੀਂ ਲਈ ਆਪਣੀ ਉਹਦੇ ਨਾਲ। ਹੁਣ ਮੈਂ ਨਾ ਛੱਡ ਦਿਓ ਮੈਨੂੰ ਤੇ ਆਲਾ ਹਜ਼ਰਤ ਨੂੰ ਤੁਸੀਂ ਬੜਾ ਬਿਸਤ ਕਰਾਇਆ ਕੱਲ। 2-4 ਦਿਨ ਮੈਂ ਨਾ ਕਿ ਆਲਾ ਹਜ਼ਰਤ ਸਾਹਿਬ ਨੂੰ ਤੇ ਮੈਨੂੰ ਬੜਾ ਬਿਸਤ ਕਰਾਇਆ ਤੁਸੀਂ। ਨਾ ਕਰੋ, ਐਵੇਂ ਕਰੋ, ਨਾ ਕਰੋ, ਛੱਡ ਦਿਓ ਨਾ। ਦਵਾਈ ਤੁਹਾਨੂੰ ਲੱਭੀ ਹੈ ਨਾ, ਦਵਾਈ ਜਿਹੜੀ ਨਾ ਉਹ ਮੈਂ ਤੇ ਆਲਾ ਹਜ਼ਰਤ ਸਾਹਿਬ ਨੇ ਅੱਧੀ ਕਰ ਲਈ ਹੈ। ਖੈਰ ਮੇਰੇ ਦਿਹਾੜੇ ਕੱਢ ਜਾਓ। ਅਮਰ ਸਾਹਿਬ, ਮੈਂ ਤੇ ਆਲਾ ਹਜ਼ਰਤ ਸਾਹਿਬ ਨੇ ਅੱਧੀ ਕੀਤੀ ਹੈ ਦਵਾਈ, ਉਹਨੂੰ ਛੱਡ ਦਿਓ। ਨਾ ਇਦਾਂ ਦੀ ਗੱਲ ਨਾ ਉਦਾਂ ਕਰੋ। ਕਿਸੇ ਆਲਾ ਹਜ਼ਰਤ ਦੇ ਉੱਤੇ ਆ ਕੇ ਨਾ ਕੋਈ ਬੰਦਾ ਬਕਵਾਸ ਕਰੇਗਾ, ਹਜ਼ਰਤ ਮਸੀਹ ਅਲੈਹਿਸਲਾਮ ਤੇ ਗੱਲ ਨਾ ਕਰੋ। ਉਹ ਮੁਸਾਫਰ ਸਾਹਿਬ ਇੱਕ ਮਿੰਟ ਗੱਲ ਸੁਣ ਲਓ। ਕਿਸੇ ਨੇ ਬਦਤਮੀਜ਼ੀ ਕਰਦੀ ਨੇ। ਉਹ ਯਾਰ ਮੁਸਾਫਰ ਸਾਹਿਬ ਇੱਕ ਮਿੰਟ ਚੁੱਪ ਕਰੋ। ਗੱਲ ਉਹਨਾਂ ਕਰੇ ਜਿਹੜੀ ਜਿੱਥੇ ਨਾ ਬਦਤਮੀਜ਼ੀ ਤੇ ਆ ਜਾਏ। ਯਾਰ ਮੁਸਾਫਰ ਸਾਹਿਬ ਇੱਕ ਮਿੰਟ ਚੁੱਪ ਕਰ ਜਾਓ। ਹਾਂ ਕਰੋ ਗੱਲ ਕਰੋ। ਮੈਂ ਉਹੀ ਕਹਿ ਰਿਹਾ ਕਿ ਬੰਦਾ ਵਿੱਚੋਂ ਦੀ ਪਟ ਪਏਗਾ। ਮੂਸਾ ਸਾਹਿਬ, ਉਹ ਮੂਸਾ ਭਾਈ, ਹੁਣ ਖੋਲ ਲੋ, ਜਵਾਬ ਨਹੀਂ ਜੇ ਲੈਣਾ। ਉਹ ਜਵਾਬ ਕੀ ਲੈਣਾ ਤੂੰ ਬੰਦੇ ਪਿਛਾਂ ਟੰਡੇ। ਉਹ ਅਮਰ ਭਾਈ ਲੈਣਾ ਕਿ ਨਿਕਾਹ ਦਾ ਜਵਾਬ ਕਿ ਨਹੀਂ? ਭੁਲਾਈਏ ਫਿਰ ਸਾਈਆਂ ਨੂੰ। ਨਹੀਂ, ਮੇਰੀ ਗੱਲ ਤੇ ਸੁਣ ਲਓ ਹੁਣ ਅਮਰ ਸਾਹਿਬ। ਯਾਰ ਵੇਖੋ, ਮੈਂ ਫਿਰ ਆਲਾ ਹਜ਼ਰਤ ਦੀ ਇਬਾਰਤ ਪੇਸ਼ ਕਰ ਦੇਣੀ ਉਹਨਾਂ ਨੂੰ, ਤੇ ਯਕੀਨ ਮੰਨੋ ਅੱਜ ਜਿਹੜੀ ਗੱਲ ਹੋਣੀ ਜੇ ਨਾ, ਉਹ ਤੁਹਾਡੇ ਪੈਰ ਸੜ ਜਾਣੇ ਜੇ। ਇਹ ਯਾਦ ਰੱਖਿਓ। ਸੱਦ ਲਓ ਸਾਈਆਂ ਨੂੰ, ਮੇਰੇ ਵੱਲ ਗੱਲ ਕਰ ਲਿਓ, ਮੈਂ ਬੁਲਾ ਲੈਣਾ ਉਹਨਾਂ ਨੂੰ। ਮੈਂ ਨਾ ਕਿ ਸੱਦ ਲਓ, ਮੈਂ ਆਲਾ ਹਜ਼ਰਤ ਦੀ ਇੱਕ ਇਬਾਰਤ ਪੇਸ਼ ਕਰਾਂਗਾ, ਤੁਹਾਡੇ ਪੈਰ ਸੜ ਜਾਣੇ ਜੇ। ਨਿਕਲੇ ਨੇ ਤੇ ਬੁਲਾ ਲੈਣੇ। ਤੁਹਾਡੇ ਪੈਰ ਸੜਨੇ ਜੇ, ਦੁਬਾਰਾ ਤਬੀਅਤ ਖਰਾਬ ਤੁਹਾਡੇ ਪੈਰ ਸੜਨੇ ਜੇ, ਤੁਹਾਡੇ ਪੈਰ ਸੜਨੇ ਜੇ। ਮੈਨੂੰ ਫੇਰ ਕੁਝ ਨਹੀਂ ਹੋਣਾ। ਕਰਨੀ ਹੈ ਕਸਰਤ ਸਲੀਮ ਤੁਸੀਂ ਕਰਨੀ ਹੈ ਕਿ ਸਾਡੀ ਕਰਨੀ ਜੇ? ਅੱਛਾ, ਹੁਣ ਮੈਨੂੰ ਮੂਸਾ ਸਾਹਿਬ ਨਾਲ ਗੱਲ ਕਰਨ ਦਿੰਦੇ ਹੋ ਕਿ ਨਹੀਂ? ਸਲਾਮ ਦੇ ਤੁਸੀਂ ਮੂਸਾ ਸਾਹਿਬ ਜਵਾਬ ਚਾਹੀਦਾ ਜੇ ਕਿ ਨਹੀਂ? ਕਸਰਤ ਸਲੀਮ ਸੀ ਮੂਸਾ ਸਾਹਿਬ ਜਵਾਬ ਚਾਹੀਦਾ ਜੇ ਕਿ ਦਵਾਈ ਨਹੀਂ? ਲੈ ਕੇ ਤੁਸੀਂ 2 ਦਿਨ ਵੀ ਨਹੀਂ ਕੱਢੇ। ਤੁਹਾਡੇ ਭਰਾ ਪੇ ਸਵੇਰੇ ਆਂਦੇ ਸਨ ਵੀ ਜਿੰਨੀ ਇਹਦੀ ਹੋਈ ਹੈ ਨਾ
ਹੁਣ ਕੋਈ ਦਿਹਾੜੇ ਕੱਢ ਜਾਏਗਾ ਫਿਰ ਤੁਸੀਂ ਫਿਰ ਜਨਾਬ ਮਾਲਿਸ਼ ਕਰਕੇ ਆ ਗਏ ਹੋ ਗਈ ਗੱਲ, ਹੁਣ ਮੈਂ ਕਰ ਲਾਂ? ਨਹੀਂ ਗੱਲ ਹੋ ਗਈ ਹੈ ਲੇਕਿਨ ਨਹੀਂ ਹੋਰ ਕਰ ਲਓ, ਗੱਲ ਕੋਈ ਇਹ ਮਸਲਾ ਤੁਸੀਂ ਨਹੀਂ, ਸਾਈਆਂ ਦਾ ਨਾਂ ਇੱਥੇ ਕੋਈ ਬੰਦਾ ਸਹੀ ਹੈ ਬੈਠੇ ਆ ਸਰ ਮੈਂ ਤੇ ਸਾਈਆਂ ਦਾ ਤੇ ਤੁਸੀਂ ਨਾ ਸ਼ੁਰੂ ਕੀਤਾ, ਮੈਂ ਤਾਂ ਗੱਲ ਹੀ ਨਹੀਂ ਕੀਤੀ। ਮੈਨੂੰ ਇੱਕ ਗੱਲ ਦੱਸੋ, ਮੁਸਾਫਿਰ ਸਾਹਿਬ ਨੇ ਇੱਕ ਮੁਬਸ਼ਰ ਸਾਈਆਂ ਕੋਲੋਂ ਦਵਾਈ ਲੈ ਕੇ ਨਹੀਂ ਮੈਂ ਜਾ ਰਿਹਾ ਕਾਰ ਡ੍ਰੌਪ ਕਰਕੇ, ਇਹ ਮੇਰੇ ਨਾਲ ਬੰਦਾ ਕਿਹੜਾ ਉਹ ਕੀ ਹੋ ਗਿਆ ਤੁਹਾਨੂੰ? ਉਹ ਕਹਿ ਰਹੇ ਨੇ ਸਾਰੇ ਰੌਲਾ ਪਾਉਣ ਲੱਗ ਦੇਖ ਪਏ। ਲਵੋ ਤੋਬਾ ਮਦੀਨੇ ਦੇ ਕੇਲੇ ਮੈਨੂੰ ਯਾਦ ਆ ਗਏ ਨੇ ਏਡੇ ਵੱਡੇ, ਮੈਂ ਤੇ ਜਾ ਰਿਹਾ ਯਾਰ ਬੱਚੇ ਕੇਲੇ ਬੰਦੇ ਉਹ ਕੇਲੇ ਲੈਣ ਵਾਲੇ ਵੀ ਹਨ ਇੱਥੇ ਬੰਦੇ, ਤੁਸੀਂ ਕੇਲਿਆਂ ਦੇ ਨਾ ਜਲਦੀ ਕਰੋ, ਕੇਲੇ ਤੁਹਾਨੂੰ ਦਿੰਦੇ ਆ ਲੇਕਿਨ ਗੱਲ ਇਹ ਹੈ ਤੋਬਾ ਇਹ ਗੁਸਤਾਖੀ ਮਦੀਨੇ ਦੀ, ਉਹ ਖਲੋਤ ਜਾਓ ਨਾ, ਗੁਸਤਾਖੀ ਮੈਨੂੰ ਯਾਦ ਆ ਕਹਿੰਜ ਗੱਲ ਉਹਨਾਂ ਨੇ ਮੁਸਾਫਿਰ ਸਾਹਿਬ ਤੁਹਾਡੀ ਵਜ੍ਹਾ ਤੋਂ ਗੱਲ ਸੁਣਾਈਏ ਕੇਲੇ ਲੈਣ ਵਾਲੀ ਕਿਹੜੀ ਗੱਲ ਹੁੰਦੀ ਸੀ, ਕਿੱਥੋਂ ਲੈ ਕੇ ਕਿੱਥੇ ਗੱਲ ਸਾਰੀ ਖਰਾਬ ਕਰ ਮੁਸਾਫਰ ਸਾਹਿਬ ਛੱਡ ਛੜੋ ਮੁਸਾਫਰ ਸਾਹਿਬ ਇੱਕ ਮਿੰਟ ਚੁੱਪ ਕਰੋ, ਚਲੋ ਫਿਰ ਤੁਸੀਂ ਮੁਕਾ ਲਓ ਜਿੱਥੋਂ ਠੀਕ ਜਾ ਰਹੇ ਹੋ ਸਰਕਾਰ ਸਾਹਿਬ, ਮੁਸਾਫਰ ਸਾਹਿਬ ਤੁਸੀਂ ਜਾ ਰਹੇ ਹੋ, ਮੈਂ ਬਹਿ ਇਹ ਨਾੜੀ ਨੇ ਕਰਨੀ ਹੈ ਗੱਲਬਾਤ ਤੁਹਾਡੇ ਨਾਲ। ਚਲੋ ਮੈਂ ਮੈਂ ਵੈਸੇ ਹੀ ਬੰਦੇ ਗੁਸਤਾਖੇ ਰਸੂਲ ਦੇ ਨਾਲ ਮੈਂ ਬਹਿ ਨਹੀਂ ਸਕਦਾ, ਯਕੀਨ ਕਰੋ ਕੁਝ ਨਹੀਂ ਹੋਣ ਲੱਗਾ। ਚਲੋ ਚਲੀਏ ਮੁਫਤੀ ਸਾਹਿਬ ਨੇ ਉਹ ਸਲਾਹ ਕਰੋ ਅਸੀਂ ਮੁਫਤੀ ਸਾਹਿਬ ਨੂੰ ਲਾ ਦੇਣੇ ਆ ਥੱਲੇ, ਅਸੀਂ ਮੁਫਤੀ ਸਾਹਿਬ ਨੂੰ ਥੱਲੇ ਲਾ ਦੇਣੇ ਯਾਰ ਮੈਂ ਚੱਲਾਂ ਮੈਂ ਉੱਥੇ ਬੈਠਾ ਵਾਂ, ਤੁਸੀਂ ਖੜੇ ਰਹੋ, ਤੁਹਾਨੂੰ ਥੱਲੇ ਉਹ ਖੜੇ ਰਹੋ ਨਾ ਡਿੱਗਿਓ ਆਰਾਮ ਨਾਲ ਸੁਣਨ ਦੀ ਮੁਸਾਫਰ ਸਾਹਿਬ ਥੱਲੇ ਚੱਲੋ, ਥੱਲੇ ਚੱਲੀਏ, ਸਲਾਹ ਕਰੋ ਕੁਝ ਨਹੀਂ ਹੋਣ ਲੱਗਾ। ਮੁਸਾਫਰ ਸਾਹਿਬ ਥੱਲੇ ਛਾਲ ਮਾਰੋ ਯਾਰ, ਕੀ ਹੋ ਗਿਆ? ਨਾ ਮਾਰੋ ਛਾਲ, ਉਹ ਛਾਲ ਨਾ ਮਾਰਿਓ ਬੰਦੇ ਬਣੋ, ਮੁਸਾਫਰ ਸਾਹਿਬ ਥੱਲੇ ਚੱਲੋ, ਉਹ ਛਾਲ ਨਾ ਮਾਰਿਓ, ਮੈਂ ਤੁਹਾਨੂੰ ਕਹਿਣਾ ਛਾਲ ਨਾ ਮਾਰਿਓ, ਹੈ ਬੰਦੇ ਬਣੋ, ਚੰਗੇ ਭਲੇ ਬੰਦੇ ਹੋ ਕੇ ਛਾਲਾਂ ਮਾਰ ਖੁਦਕਸ਼ੀਆਂ ਕਰਨ ਲੱਗੇ ਹੋ ਤੁਸੀਂ। ਨਹੀਂ ਮੈਂ ਯਕੀਨ ਕਰ ਰਿਹਾ, ਮੁਸਾਫਰ ਸਾਹਿਬ ਮਿਊਟ ਲਾਓ ਯਾਰ, ਗੱਲ ਖੁਦਕਸ਼ੀ ਨਾ ਕਰਿਓ। ਉਹ ਮੁਸਾਫਰ ਸਾਹਿਬ ਤੁਸੀਂ ਚੁੱਪ ਕਰਕੇ ਮਿਊਟ ਕਰ ਲਓ ਜਾਂ ਥੱਲੇ ਉਤਰ ਜਾਓ, ਇਹ ਚੰਗਾ ਤਮਾਸ਼ਾ ਲਾਇਆ ਜੇ, ਮਿਊਟ ਕਰ ਲਾ ਜਾਂ ਥੱਲੇ ਉਤਰ ਜਾ। ਨਹੀਂ ਮੁਸਾਫਰ ਸਾਹਿਬ ਪਹਿਲਾਂ ਤਾਂ ਸਭ ਤੋਂ ਪਹਿਲਾਂ ਆਏ ਨੇ, ਮੈਂ ਗੱਲ ਵੈਸੇ ਹੀ ਜ਼ਿਆ ਰਸੂਲ ਦੀ ਭਾਈ ਆਜ ਫਿਰ ਜੇ ਸਭ ਤੋਂ ਪਹਿਲਾਂ ਆਏ, ਪਹਿਲਾਂ ਆਇਆ ਤੇ ਫਿਰ ਹੁਣ ਤੁਹਾਨੂੰ ਕੀ ਮਸਲਾ ਹੋ ਗਿਆ? ਇਮਤਿਆਜ਼ ਨਹੀਂ ਮੈਂ ਕਰਨ ਦਿੰਦਾ ਗੱਲ, ਦੱਸ ਗਿਆ ਤੇ ਹੁਣ ਗੱਲ ਕਰਨੀ ਸ਼ੁਰੂ ਨਹੀਂ ਉਹ ਡਰਾਪ ਹੋ ਗਈ ਸੀ ਕਾਲ, ਤੂੰ ਕਿਸੇ ਵਜ੍ਹਾ ਤਰੀਕਾ ਹੁੰਦਾ ਗੱਲ ਕਰਨ ਦਾ, ਜਾਂ ਤੂੰ ਗੱਲ ਕਰ ਲਾ ਭਾਈ, ਜੇ ਤੂੰ ਗੱਲ ਕਰਨੀ ਹੈ ਤੇ ਤੂੰ ਗੱਲ ਕਰ ਲਾ, ਤੇ ਜੇ ਉਹਨੇ ਮੁਸਾਫਰ ਨੇ ਕਰਨੀ ਹੈ ਤਾਂ ਚਲੋ ਠੀਕ ਹੈ, ਕਰ ਵੀ ਗੱਲ, ਮੈਂ ਮਾਈਕ ਮਿਊਟ ਕਰਨ ਲੱਗਾ। ਉਹਨੇ ਹੀ ਕਰਨੀ ਹੈ, ਠੀਕ ਹੈ, ਗੱਲ ਉਹਨੇ ਹੀ ਕਰਨੀ ਹੈ, ਜਿਹੜੀ ਗੱਲ ਉਹਨਾਂ ਦੀ ਚੱਲ ਰਹੀ ਸੀ ਉਹ ਹੀ ਚੱਲ ਰਹੀ ਹੈ, ਪਰ ਮੈਂ ਚਲੋ ਮੈਂ ਆਪਣੀ ਸੀਟ ਛੱਡ ਲਈ ਹੈ, ਠੀਕ ਹੈ ਯਾਰ, ਸੀਟ ਦਾ ਰੋਲ ਹੈ, ਤੁਸੀਂ ਪਹਿਲੇ ਆਏ ਹੋ, ਤੁਸੀਂ ਪਹਿਲੇ ਆਓ ਤੇ ਪਹਿਲੇ ਪਾਓ, ਤੁਸੀਂ ਗੱਲ ਕਰ ਲਓ ਆਪਣੀ। ਲਓ ਜੀ, ਸ਼ੁਕਰ ਅਲਹਮਦੁਲਿਲਾ ਜੀ अस्सलाम वालेकुम जी। ਵਾਲੇਕੁਮ ਸਲਾਮ। ਮੈਂ ਕਿਹਾ मूसा साहब मैं ना जी ये ज्यादा गल तो नहीं करता, सिर्फ इतनी बात करूंगा कि ये है वो इस्लाम की दहशत, ये है इस्लाम। वो बाबा खादम साहब रिजवी कहते थे ना, इस्लाम अपनी पावर रखता है। अल्हम्दुलिल्लाह मैंने कोई बात की नहीं, अभी आके खामोशी से माइक म्यूट करके बैठ गया हूँ तो कादियानी अवानों के अंदर आग लग गई है, ये है अल्हम्दुलिल्लाह। चलो जी जाते जाते एक हवाला पकड़ो जी, ये मुझे कादियानी जो बैठे हैं या नीचे बैठ के सुन रहे हैं, तो यार ये हवाला नहीं मुझे मिल रहा, तो ये हवाला चाहिए। रूहानी खजाइन है, जिल्द 23 है, सफ़ा 382 है। मिर्ज़ा साहब फरमाते हैं एक मरतबा हज़रत सल्लल्लाहु अलैहि वसल्लम से दूसरे मुल्कों के अंबिया की निस्बत सवाल किया गया, तो आपने यही फरमाया कि हर एक मुल्क में खुदा ताला के नबी गुजरे हैं, और फरमाया कि काना फिल हिंदी नबीयन अस्वद लौनी इस्मुहु काहिनन, यानी हिंद में एक नबी गुजरा है जो स्याह रंग का था और नाम उसका काहिन था, यानी कन्या, जिसको कृष्ण कहते हैं। ये हदीस मुझे नहीं मिली, दुनिया की हर मैंने हदीस की किताब देख ली अल्हम्दुलिल्लाह, मुझे नहीं मिली। कन्हैया कर ले, लफ्ज़ कन्हैया कर ले, चलो जो भी कर ले। तो भाई ये हदीस चाहिए भाई, ये अब कादियानी इसकी प्रोनाउंसिएशन भी सिद्धपत्री करके बताएं कि कन्या है कि कन्हैया है कि काहिनन है, ये क्या है। तो आ जाओ भाई, आ जाओ, जल्दी जल्दी आ जाओ। अगर तो ये हदीस साबित कर दो तो ठीक है, हमारे इल्म में इजाफा हो जाएगा। अगर साबित ना करो तो फिर तैयार हो जाओ,
کہ مرزا قادیانی کو نبی عالم صلی اللہ علیہ وسلم نے کذاب اور دجال کہا ہے. 2 مختلف حدیثوں کے اندر مسلم شریف کے مقدمے میں یہ دونوں حدیثیں مل جائیں گی. نمبر 1 حضور جس کا مفہوم یہ ہے حضور علیہ الصلوۃ والسلام نے فرمایا قرب قیامت میں ایسے دجال اور کذاب ظاہر ہوں گے کہ جو تمہیں ایسی ایسی حدیثیں سنائیں گے کہ جو نہ تم نے سنی ہوں گی نہ تمہارے باپ دادوں نے سنی ہوں گی, اور وہ خود بھی بہکے ہوئے ہوں گے, دوسروں کو بھی بہکائیں گے. ان سے دور رہنا. دوسری حدیث جس کا مفہوم یہ ہے حضور علیہ الصلوۃ والسلام نے فرمایا کہ جس نے میری طرح جھوٹ کی نسبت کی من کذب علیہ متعمدا فلیتبوأ مقعدہ من النار, اس کو چاہیے کہ اپنا ٹھکانہ جہنم میں بنا لے. تو اگر تو یہ ثابت کر دو تو ٹھیک, نہ ثابت کرو تو بقول حضور خاتم النبیین صلی اللہ علیہ وسلم مرزا غلام قادیانی جہنمی بھی ثابت ہو گیا, کذاب بھی ثابت ہو گیا, دجال بھی ثابت ہو گیا. صرف ایک حدیث ہے, فیصلہ تم لوگوں کے اوپر چھوڑتے ہیں, تم فیصلہ کیا کرتے. میں مائک میوٹ کر رہا ہوں. ٹھیک ہے جی, موقع دیتے ہیں مسافر صاحب کو. جی مسافر صاحب بڑی اسکرین پر آئے. مسافر صاحب فوٹو تو آپ نے ببر شیر کی لگائی ہے میرے لے جائیں بڑے پہ. تو میں تو ببر جب میں یہی بات کروں گا کہ یہ سارے جو نیچے کہہ رہے تھے مطلب جو کچھ بھی ہے, تو بھائی میں ان لوگوں کے ساتھ بالکل بیٹھنا پسند نہیں کرتا جن کو میں سمجھتا ہوں حضرت محمد صلی اللہ علیہ وسلم کی حدیث میں پورا سمجھتا ہوں نا کہ وہ علماء کرام آسمان کے نیچے سور اور بندر ہوں گے, تو میں ان کے ساتھ بالکل نہیں بیٹھتا. اسی لیے میں نے چپ کر دیا بھائی. یہ کہاں نبی کریم صلی اللہ علیہ وسلم نے فرمایا؟ اس کا حوالہ پھر میں آپ کو لا دوں گا. ہاں کتاب بتا دیں اور سند بتا دیں. حدیث پتہ ہے کیسے ہوتی ہے؟ سند اور متن دونوں چیزوں کے ساتھ ہوتی ہے. چلے میں نے اگر آپ کو یہ بات کی ہے, اگر آپ کو لگتا ہے کہ میری بات میں کوئی خلل ہے یا آپ کو بات صحیح نہیں لگ رہی کہ علماء کرام نہیں, یہ نبی کریم صلی اللہ علیہ وسلم نے نہیں کہا. ہاں جی. اور آج تو حدیث مجھے حوالہ نہیں یاد, آج تو میں حدیث وہ بھی سن کے آیا ہوں کہ جب امام مہدی ظاہر ہوگا وہ سارے علماء کرام ام رباب کی آپ یقین کریں 72 فرقوں کی, آپ کے 72 فرقوں کی ایک وہ ہیں. بات سنیں مسافر صاحب, مفتی صاحب نے جو بات کی ہے حوالے سے کی ہے کہ بھائی کی ہے؟ حوالہ دیا ہے مفتی صاحب نے کہ بھائی بات کی ہے؟ یار اب جتنا سمجھتا ہے اس نے اتنا, اگر مجھے حوالے میں نے یاد کرنے شروع کر دیے نا میں نے گھسیٹ دوں گا. میں آپ ویسے بات کر لیں حوالے سے, اگر حوالہ نہیں ہے کوئی اور بات کر لیں بغیر حوالے کے. ہمیں یاریاں باریاں بندہ مارتا ہے, کیا فائدہ اس کا؟ یار وہ ریکارڈنگ ہے میرے پاس, وہ ریکارڈنگ وہاں پہ کی ہے. یہاں پر مفتی صاحب نے آپ کو ریکارڈنگ سنائی ہے, روحانی خزائن کا صفحہ بتایا ہے. یہ پرچی لے کے آئے نا, نہیں کتاب کا اصل کتاب دکھا دیتے ہیں آپ کو, کیمرہ آن کر کے دکھا دیتے ہیں. دیکھنی ہے آپ آدھی کھولیں گے نا, آدھی نہیں پوری, جہاں سے آپ کہیں گے وہاں سے پڑھیں گے. جتنے کہ صفحے پہلے سے جتنے صفحے بعد تک کہیں گے وہ پڑھیں گے, میری گارنٹی ہے. چلے پڑھیں. اگر آپ صحیح اعتراض پورا لے کے آئیں گے نا, یقین کریں میں خدا کی قسم اس کا پورا جواب لے کے آؤں گا. ٹھیک ہو گیا جی, کھولو جی مفتی صاحب کیمرہ. پرچی نہیں ہونی چاہیے. پرچی کیوں مفتی صاحب, پرچی کیوں پیش کر دی؟ بھائی تھے نا وہ پہلے بیٹھے تھے, ان کے تو دے دیتے جواب, ان کا جواب کو مل گیا, اس لیے آپ ابھی وہ سن رہے ہیں باہر بیٹھ کے, آ جاتے ہیں وہ بھی باہر بیٹھ کے سن رہے ہیں, آ جاتے ہیں, ان کی فکر نہ کریں, وہ نہیں کہیں جاتے, سارے سن رہے ہیں باہر بیٹھ. میں ڈر گیا سی نہیں. مرتضی عوان صاحب میں آپ کی عزت کر رہا ہوں, آپ بھی اپنی عزت اپنے ہاتھ. اب مائک میوٹ کریں, مائک میوٹ کریں. مرتضی عوان صاحب سارے ہاں ایسی حرکتیں نا جو آپ نیچے کر رہے ہیں, آپ یار یہ کمنٹ میوٹ کر دو. ضیاء بھائی کمنٹ میوٹ کر دو سر, گل غور نال توجہ نہ سنو. اچھا جی, یہ 23 نمبر جلد ہے شیطانی خزائن کی, اور اس کا صفحہ نمبر 300. دیکھ لیں, یہ بدتمیزی دیکھ لیں, بات شروع ہی بدتمیزی ہو رہی. میں نے کوئی بدتمیزی کی ہے عامر صاحب یا صحیح لفظ بولے مفتی صاحب, کوئی لفظ آپ نے زیار رسول بھائی میں نے کوئی بدتمیزی کی ہے؟ یہ دیکھیں جب سے میں بیٹھا ہوں عزت تمیز سے. اب یہ بندے اب صحیح نا, بس ٹھیک ہو گیا, میں نے کہہ دیا, اب کوئی نام نہیں اس طرح کے. یار لیکن بات والا سن لو, والا سن لو. اچھا جی, یہ دیکھیں ہائی لائٹ, یہ دیکھیں ہائی ان کا لائٹ طلبی معیار دیکھیں یار, اتنا کتنا گیا یار.
मतलब इनको अब आप बात चुप करने करें की ना। तक की मैंने तमीज कह नहीं दिया है। अब कोई लफ्ज वो ऐसा नहीं बोलेंगे जिससे मतलब आपको तकलीफ होगी। आपको हौसला करें। उनको बताना पड़ रहा है कि तालीम का मेयार ये है, अब बात ऐसे नहीं, वो करनी असल में चाहिए, आप उनको बात करना अकीदा- सिखा रहे हैं। उन्होंने अपना अकीदा बयान कर दिया है ना, मैंने उनको कहा है कि आप अकीदे का इजहार ना करें, थोड़ा चले सब्र चले करें, जो ठीक बात है, है वो। समझ गया हाँ। मैं, समझ गया हूँ आप जिस चलें लेवल पे मुफ्ती बात साहब। करें, समझ गया हूँ। जी जी। जी कादियानी मरबी साहब, ये इबारत है, आप जहां से कहते हैं मैं पीछे से 10 सफ़े या आगे से 10 सफ़े आप कह दें, मैं पढ़ देता हूँ। जी जी मुरबी। आप आमिर भाई हाँ जी, इनको- मैंने ये पढ़ा है, पहले भी पढ़ा, दोबारा पढ़ देता हूँ। मिर्जा साहब फरमाते हैं, एक मर्तबा हज़रत सल्लल्लाहु अलैहि वसल्लम से दूसरे मुल्कों की के नबियों की निस्बत सवाल किया गया, तो आप ने यही फरमाया कि हर एक मुल्क, यहाँ देखें आपके साथ कोई सल्लल्लाहु अलैहि वसल्लम ने कोई कुछ नहीं, इतने जाहिल था मिर्जा कादियानी, इतना गुस्ताख था, जबकि मिर्जे कादियानी के साथ तुम लोग अलैहिस्सलाम लिखते हो, तो नबी करीम सल्लल्लाहु अलैहि वसल्लम के नाम अभी मैं के इसका साथ जवाब देना शुरू होगा ना, अभी मैं इसका जवाब देना शुरू दोबारा होगा। नहीं है कि कम ये कम किसी जरूरी और लिख दो। किताब का मुफ्ती स्कैम साहब, है, ये मुफ्ती साहब किसी ऐसा और ने लिखा है, और ये मुफ्ती साहब बंदा इनको छोड़ दे, झूठ इन्होंने तो- बोल के मुफ्ती हज़रत साहब मसीह ने- मौऊद अलैहिस्सलाम पे इनसे नहीं, क्या नहीं, बात नहीं, हो रही नहीं, है नहीं, कि इन्होंने दुरूद सलाम ऐसा आप हो नहीं यही सकता। अगर ये पूरा साबित कर देना तो यकीन करे फिर मैं मानूंगा। अब ये झूठा बंदा, और ये देखिए ये मुफ्ती झूठे साहब एतराज, सीधी सीधी इबारत पढ़ के ये सुनाओ जी। शुरू से सारे ठीक है एतराज अब झूठे कोई लेके बात आते हैं। और नहीं करनी, चुप कर जाओ, सारी सिर्फ इबारत पढ़ो मुफ्ती साहब, छाड़ दो। और इबारत सिर्फ और सिर्फ बदतमीजी करता है, बदतमीज नहीं इंसान कोई अब है नहीं ये, सच होगी, में। अब नहीं होनी बात। चलो गल सुनो। चलो सुनो भी तो सही ना होना, खापी पाछड़ी जे सुन भी लईदा हुंदा। अच्छा, खुदा ताला के नबी गुजरे हैं और फरमाया कि काना फिल हिंदी नबीयन असवद लौनी इस्महु काहिनन, यानी हिंद में एक नबी गुजरा है जो स्याह रंग था और नाम उसका काहिन था, यानी कनिया, जिसको कृष्ण कहते हैं। अब ये मैंने किसी बात- हिंदू की तहरीर लिख के हजरत मसीह मौऊद अलैहिस्सलाम की किताब में, वो तहरीर जो किसी और की है ना, वो उन्होंने मेंशन किया अपनी मसीह किताब में। मोहतर ये अलैहि बंदा शलवार वो पढ़ ने रहा है, यहाँ पे कोई हवाला नहीं ना ये दिया। वो पढ़ रहा है बंदा। सबको मैं पहले भी बता दूं, ये किसी और की भाई तहरीर लिखी मसीह है मोहतर किताब में। अलैहि शलवार ने कोई हवाला नहीं दिया। ये भाई देख लो भी बदतमीजी है मैं, ये क्योंकि ये चाहता है कि मैं एक चला मिनट, जाऊं। तुम बदतमीजी नहीं कर रहे, हमारे सामने अलैहिस्सलाम कह रहे हो, उस खंजीर को अलैहिस्सलाम कह रहे हो, पहले तुम बदतमीजी नहीं रौला कर पै रहे। गया, रौला पै गया, चुप कर जाओ, एक मिनट बस, चुप कर बस, जाओ। बस, 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 खमोश हो बस। जाओ, खमोश मैंने गल कर। अच्छा गल ये है मुसाफिर साहब कि ਉਹ ਜਿਹੜਾ ਪੈਰਾ ਹੈ ਤੁਹਾਡਾ ਇਹ ਖਿਆਲ ਇੱਕ ਮਿੰਟ जालियत पकड़ी गई है। ਅੱਛਾ ਸੁਣੋ ਹਾਂਜੀ, ਹਾਂਜੀ। ਅਗਰ ਇਹ ਪੈਰਾ ਤੁਹਾਡੇ ਮਿਰਜ਼ਾ ਸਾਹਿਬ ਦਾ ਨਾਂ ਹੋਇਆ ਤੇ ਜਨਾਬ ਅਸੀਂ ਮੁਫਤੀ ਸਾਹਿਬ ਨੂੰ ਇੱਥੇ ਹੀ ਡੰਡ ਪਾਂਗੇ ਜੇ ਹਾਏ ਮਿਰਜ਼ਾ ਹਾਏ। ਸਾਹਿਬ ਦੀ ਆਪਣੇ ਇੱਕ ਮਿੰਟ ਸੁਣ ਲਓ ਮੁਫਤੀ ਸਾਹਿਬ ਕਿਤਾਬ ਤੁਸੀਂ ਦੇ ਰਹੇ ਨੇ। ਗਲਤ ਕਰਨ ਤੋਂ ਗਲਤ ਦਿਖਾ ਕਰਨਾ ਰਹੇ ਨੇ, ਪਰ ਮੈਂ ਇਹ ਦੌੜਨ ਨਹੀਂ ਤਹਿਰੀਰ ਦੇਣਾ ਉਹਨੇ mention ਕੀ ਹੈ ਕਿਸੇ ਹੋਰ- ਮੈਂ ਦੌੜਨ ਨਹੀਂ ਦਿੰਦਾ ਮੈਂ ਮੁਫਤੀ ਸਾਹਿਬ ਨੂੰ ਦੌੜਨ ਦੇ ਜੀ। ਤੁਸੀਂ ਇੱਕ ਮਿੰਟ ਚੁੱਪ ਕਰੋ ਮੈਨੂੰ ਗੱਲ ਪੂਰੀ ਕਰ ਜੀ। ਲੈ ਮੈਂ ਇਹ ਕਹਿਣਾ ਜੀ, ਤੁਸੀਂ ਜੀ। ਮੁਸਾਫਰ ਸਾਹਿਬ ਤੁਹਾਡੀ ਮਿਹਰਬਾਨੀ ਹੈ ਦੂਜਿਆਂ ਦੇ ਜਜ਼ਬਾਤ ਦਾ ਵੀ ਇਤਰਾਮ ਕਰੋ ਲੋਕ ਤੁਹਾਡੇ ਜਜ਼ਬਾਤ ਦਾ ਇਤਰਾਮ करनगे अच्छा मैं मिर्जा साहब आमिर साहब एक सेकंड मुझे ना सिर्फ 10 सेकंड दे। मुफ्ती साहब ये किताब को बंद करें, ये सफा नंबर नोट कर लें सारे यार पहले। एक तो हाँ ये किताब को, हाँ ये सारे मैं भी स्क्रीनशॉट ले लेता हूँ। हाँ, इसको ना नंबर- सारे भाई जाके नहीं, थोड़ा सा उसको सफे को बंद करें यार, स्क्रीनशॉट में लेने दे। अरे किताब का स्क्रीनशॉट लेने दे मुफ्ती साहब, जालियत ना करे, दजालियत ना करे वो किताब का। और मेरी गल सुनो डायरेक्ट ਤੁਹਾਡੀ ਵੈਬਸਾਈਟ ਤੋਂ ਅਗਰ ਉਹੀ ਲਫ਼ਜ਼ ਮਿਲ ਜਾਣ ਤੇ ਫਿਰ गलत है ਤੁਸੀਂ चल गया आप। मैं आपको किताब का बता हवाला रहा हूं लेना कि है। वो हाँ जी वो किताब का स्क्रीनशॉट लेने थे मुसलमान भाइयों को जो नहीं, शाह साहब है ਦੁਬਾਰਾ ਕਿਤਾਬ ਵਿਖਾਓ, ਦੁਬਾਰਾ ਵਿਖਾਓ, ਸਕਰੀਨਸ਼ਾਟ ਲੈ ਲੈਣ ਤੇ ਆਰਾਮ ਨਾਲ ਕੁਝ ਨਹੀਂ ਹੋਣ ਲੱਗਾ। ਸ਼ਾਹ ਸਾਹਿਬ ਫਿਰ ਵਿਖਾਓ ਜਾਂ ਲੈ ਲੈ ਜਦੋਂ ਲੈ ਲੈਵੇਂ ਸਕਰੀਨਸ਼ਾਟ ਦੱਸ ਦੇਵੀਂ। ਉਹ ਨਹੀਂ ਚੁੱਪ ਕਰ ਜਾ, ਬਹੁਤੀਆਂ ਜਾਵੀਆਂ ਨਾ ਮਾਰ, ਸਕਰੀਨਸ਼ਾਟ ਲੈ। मुफ्ती साहब घबरा ਓਏ गए हैं। ਸਕਰੀਨਸ਼ਾਟ ਲੈ ਲੈ ਚੁੱਪ ਕਰਕੇ, ਸਕਰੀਨਸ਼ਾਟ ਲੈ ਕੇ ਦੱਸ ਵੀ ਲੈ ਲੈ। मुसलमान भाइयों ने ये किताब जाके खुद पढ़नी है। ओए अच्छा से पढ़ लांगे, तू स्क्रीनशॉट लेके दस ले ले स्क्रीनशॉट। बयान कर रहे थे इनकी तो जालियत। ਸਕਰੀਨਸ਼ਾਟ ਲੈ ਲਈ ਸਕਰੀਨਸ਼ਾਟ ਲੈ ਲਈ ਮੈਂ ਵੀ ਮੁਸਲਮਾਨ ਆ, ਮੈਂ ਮੈਨੂੰ ਵੀ ਯਕੀਨ ਨਜ਼ਰ ਸਾਹਿਬ ਚੁੱਪ ਨਜ਼ਰ ਸਾਹਿਬ ਖਾਮੋਸ਼ ਹੋ ਜਾਓ ਔਰ ਸਕਰੀਨਸ਼ਾਟ ਲੈ ਲਈ ਮੁਫਤੀ ਸਾਹਿਬ ਇਹਨਾਂ ਦੀ ਵੈਬਸਾਈਟ ਤੋਂ ਖੋਲ ਕੇ ਹਵਾਲਾ ਵਹਾ ਦਿਓ ਹੈਲੋ ਜੀ ਭਾਈ ਜੀ, ਹੈਲੋ ਜੀ, ਚਸ਼ਮਾ ਮਾਰਫਤ ਰਸਾਲਾ ਇਹ ਇਹਨਾਂ ਦੀ ਵੈਬਸਾਈਟ
ਤੇ ਇਹ ਚਸ਼ਮਾ ਮਾਰਫਤ ਵੇਖ ਲੈਨੇ ਆ ਕਿੱਥੇ ਵੇ ਚਸ਼ਮਾ ਮਾਰ ਇਹ ਥੱਲੇ ਪਈ ਜੇ ਇਹ ਨਜ਼ਰ ਆਉਂਦੀ ਜੇ ਕਿਤਾਬ ਪੜ੍ਹਨੀ ਪੂਰੀ ਹੈ ਪੂਰੀ ਕਿਤਾਬ ਜਿੱਤੂ ਆਖੋ ਹਾਂ ਪੂਰੀ ਕਿਤਾਬ ਪੜ੍ਹਨੀ ਹੈ ਨਹੀਂ ਜਿਹੜੇ ਸਫੇ ਤੋਂ ਆਖੋ ਤੋਂ ਪੜ੍ਹਨੀ ਸ਼ੁਰੂ ਕਰ ਦਿੰਦੇ ਅਸੀਂ ਤੁਹਾਡੇ ਜਿੱਥੇ ਬਦਤਮੀਜ਼ੀ ਕਰ ਰਹੇ ਸੀ ਨਾ ਜਿੱਥੇ ਹਜ਼ਰਤ ਮਸੀਹ ਮੌਦ ਦਾ ਨਹੀਂ 300 ਸਫੇ ਦੀ ਕਿਤਾਬ ਇਹ ਕਿੰਨੇ ਸਫੇ ਦੀ ਮੁਫਤੀ ਸਾਹਿਬ ਇਤਰਾਜ਼ ਨੇ ਸੁਣਿਆ ਹੋਇਆ ਹੈ ਪਹਿਲੇ ਕਿੰਨੇ ਸਫੇ ਦੀ ਕਿਤਾਬ ਹੈ ਸਾਰੀ ਕਿਤਾਬ ਤੇ ਨਹੀਂ ਪੜ੍ਹੀ ਜਾ ਸਕती है ਖਾਪੀ ਪਾਈ ਹੈ ਮੁਰੱਬੀ ਨੇ अब ये सफा नंबर 3 पे है मुरब्बी देखो इन्हां दी तो जाली है देखो इन्हां नु चंगी तरह पता कि मैं मुरब्बी नहीं है एक आम इंसान यार बंदरा यार तू ते रोई भाषड़े एक आम अहमदी है मैं फिर भी इन्हां दी जाली है सफा नंबर 382 जस्ट अपने व्यूज वास्ते मुरब्बी मुरब्बी ਅਸੀਂ ਤੇਰੇ ਵਰਗੇ ਬਾਂਦਰਾਂ ਨੂੰ ਕਹਿੰਦੇ ਆ ਚੁੱਪ ਕਰ करो ओ मुफ्ती ते सूअर ने हजरत मोहम्मद सल्लल्लाहु अलैहि वसल्लम ये वो इबारत आ गई है ये जो इबारत ये तुम्हारी वेबसाइट alislam.org ये देखो शैतानी खजान जिल्द 23 सवा 382 ये वो इबारत है ये लो हेलो ये मुसाफिर साहब कोई नबी अलैहिस्सलाम दी हदीस है ऐसी कि आपने फरमाया वे हिंदुस्तान च मैं तो ये कह ही नहीं रहा मैं तो ये कह रहा हूं कि ये किसी दी तहरीर है ਔਰ ਉਹ ਨੇ ਆਪਣੀ ਕਿਤਾਬ ਦੇ ਵਿੱਚ ਦਰਜ ਕੀਤੀ ਹੈ ਔਰ ਉਹਦਾ ਹਵਾਲਾ ਦੇ ਕੇ ਉਹਨੂੰ ਜਵਾਬ ਦਿੱਤਾ ਹੈ ਉਹਦੇ ਅੱਗੇ ਜਵਾਬ ਤੇ ਪੜੋ ਉਹ ਪੜਦੇ ਨਹੀਂ ਤੁਸੀਂ ਅੱਛਾ ਜਵਾਬ ਪੜੋ ਕਿੱਥੇ ਜਵਾਬ ਹੈ ਲਓ ਜੀ ਥੋੜਾ ਥੱਲੇ ਕਰੋ ਸਫਾ ਅੱਗੇ ਚਲੋ ਨਾ ਪੜਦੇ ਜਾਓ ਫਿਰ ਪੜੋ ਇੱਥੋਂ ਪੜੋ ਇਹ ਸਵਾਲ ਹੈ ਨਹੀਂ ਇੱਥੋਂ ਹੀ ਤੁਸੀਂ ਅੱਗੇ ਪੜਨਾ ਸ਼ੁਰੂ ਕਰੋ ਅੱਗੇ ਚਲੋ ਪੜੋ ਯਾਰ ओए सवाल नहीं है पढ़ो ना पाठ बंदे बैठ के सुन रहे ने पढ़ो मुफ्ती साहब ताले यकीन करो तानू हजरत ਮੈਨੂੰ ਪੜਨ ਵੀ ਤੇ ਦੇ ਹਜ਼ਰਤ ਵੀ ਕਰ ਵਾਸਤੇ ਹੈ ਤੁਸੀਂ ਇਹਨੂੰ ਪੂਰਾ ਪੜੋ ਉਹ ਚੁੱਪ ਵੀ ਪੜੋ ਸਹੀ ਚੁੱਪ ਵੀ ਤੇ ਮੈਂ ਤਾਂ ਚੁੱਪ ਕਰਕੇ ਚੁੱਪ ਤੇ ਕਰਕੇ ਸੁਣਦਾ ਜਦੋਂ ਮੈਂ ਗੱਲ ਕਰਦਾ ਚਲੋ ਮਿਊਟ ਲਾ ਯਾਰ ਆਮਿਰ ਭਾਈ ਯਹਾਂ ਤੇ ਇਹਨੂੰ ਕਹੋ ਆਪੇ ਹੀ ਪੜ ਲਵੇ ਫਿਰ ਜਾਂ ਮੈਂ ਪੜਨਾ ਮੈਂ ਚੁੱਪ ਵੀ ਤੇ ਕਰੇ ਨਾ माइक कराता म्यूट कराता एक मुफ्ती 3 लेना पड़ेगा इस तो बाद जी तो अपनी गल पड़ेगा ना ये अपनी मौत आप मर जाएगा अपनी मौत आप मर जाएगा मैनू मारन दी लोड़ नहीं 3 लेना पढ़न लगा मैं अपनी मौत मरन लगा चुप भी ते कर यार पढ़नी है 3 लेना ही पढ़नी है ने वारो वार 3 लेना पड़नी है 72 ਉਹ ਮੁਸਾਫਰ ਸਾਹਿਬ ਤੁਹਾਨੂੰ ਕਸਰ ਕੀ ਹੈ ਉਹਨਾਂ ਨੂੰ ਪੜ੍ਹ ਲੈ ਕਸਰ ਕੀ ਹੈ ਤੈਨੂੰ ਵਿੱਚ ਰੌਲਾ ਹੀ ਪਾਈ ਜਾਣਾ ਕਸਰ ਕੀ ਹੈ ਤੈਨੂੰ ਨਹੀਂ ਤੇਰੇ ਕੋ ਜਵਾਬ ਹੈ ਤਾਂ ਸਿੱਧਾ ਕਹਿ ਮੇਰੇ ਕੋ ਜਵਾਬ ਕੋ ਨਹੀਂ ਹੈ ਤੇ ਮਾਈਕ ਬੰਦ ਕਰ ਪੜ੍ਹ ਲੈਣ ਦੇ ਯਾਰ ਜਾਂ ਤੂੰ ਆਪ ਕਿਤਾਬ ਖੋਲ ਲਾ ਤੇ ਆਪ ਪੜ੍ਹ ਲਾ ਜਾਂ ਉਹਨਾਂ ਨੂੰ ਪੜ੍ਹ ਲੈਣ ਦੇ ਇਹ ਕੰਮ ਕਰ ਲਾ ਸਾਰੀ 3 ਲੈਣਾ ਪੜਤੀ ਉਹਨਾਂ ਨੇ ਯਾਰ ਕਿੰਨੀ ਪੜ੍ਹਨੀ ਹੈ ਕਿੱਥੇ ਪੜ੍ਹਨੀ ਸਫਾ ਪੜ੍ਹਨਾ ਹੀ ਪੂਰਾ ਯਾਰ ਸੁਨੇ ਦਾ ਮਾਈਕ ਖੁਦ ਮਿਊਟ ਕਰ ਦਿਓ ਜਾਂ ਮੈਨੂੰ ਮੋਡਰੇਟਰ ਬਣਾ ਮਾਈਕ ਬੰਦ ਕਰ ਇਹਦਾ ਤੇ ਮਾਈਕ ਬੰਦ ਕਰ ਮੁਸਾਫਰ ਸਾਹਿਬ ਆਪਣਾ ਉਹਨਾਂ ਨੂੰ ਪੜ੍ਹ ਲੈਣ ਦਿਓ ਜਿੱਥੋਂ ਕਹਿਣਗੇ ਉਹ ਕਰੋ ਆਪਣਾ ਮਾਈਕ ਖੁਦ ਹੀ ਬੰਦ ਕਰ ਪੜ੍ਹ ਲੈਣ ਦਿਓ ਖੁਦ ਕਰ ਲੇਗਾ ਜ਼ਬਰਦਸਤੀ ਨਾ ਕਰਿਓ ਕਾਦੀਆਨੀ ਮੁਰੱਬੀ ਕਹਿੰਦਾ ਜੀ ਅਗਲੀਆਂ 3 ਲੈਣਾ ਪੜੋ ਮੁਫਤੀ ਬਸ਼ਰ ਆਪਣੀ ਮੌਤ ਆਪੇ ਹੀ ਮਰ ਜਾਏਗਾ ਹੁਣ ਮੈਂ ਮਰਨ ਲੱਗਾ ਜੀ ਚੁੱਪ ਕਰਿਆ ਜੀ ਇੱਥੋਂ ਤੱਕ ਮੈਂ ਪੜਿਆ ਸੀ ਅਗਲੀਆਂ 3 ਲੈਣਾ ਸੁਣੋ ਜੀ और आपसे पूछा गया कि क्या ज़बान पारसी में भी कभी खुदा ने कलाम किया है तो फरमाया कि हाँ खुदा का कलाम ज़बान पारसी में भी यानी फारसी जिसको कहते हैं पारसी में भी उतरा है जैसा कि वो उस ज़बान में फरमाता है ई मुश्ते खाक रा गर ना बा खशम चे कुनम और खुदा ने कुरान शरीफ में ये भी फरमाया है ए 3 लेना जे तो जी मैं अपनी मौत मर गया जे ते आसमान से गिरा ते खजूर कुरान शरीफ में क्या फरमाया चुप कर मेनू पढ़न दे यार चुप कर यार इन्हें चुप कराओ यार मेनू पढ़न ते दवे यार की हो गया और पढ़ो मुसाफिर माइक म्यूट रख यार चुप ते कर जा मर जा मेनू पढ़न मैं सिर्फ अपना सवाल किया कुरान शरीफ में क्या फरमाया जी आसमान से गिरा खजूर में अटका ए हुन दूजी हदीस भी साबित करनी पैनी है फारसी दी हदीस पहले तो अरबी वाली हदीस सी हुण फारसी वाली भी साबित है 3 लेना मैं पढ़िया जे मुरब्बी ने कहा सी कि अगलियां 3 पढ़ दे ते मुफ्ती अपनी मौत आपे ही मर जाएगा ए हुण फैसला तुसी करो कि कौन मरिया ते कौन जिंदा है मैं माइक म्यूट करन लगा ए ते रोजे नमाज़ां बखवाना है कि रोजे भी गल पै गए ने कुरान शरीफ में क्या फरमाया आगे पढ़ो तो सही दंदड़ पै गई है नहीं ये तो मुद्दा गल पै गया तो दूजी हदीस भी मिर्जा साहब ने गल छड्ड दी है मुफ्ती साहब दंदल पे गई है कुरान शरीफ में क्या फरमाया मुसाफिर साहब
ਮੁਸਾਫਰ ਸਾਹਿਬ ਮੇਰੀ ਗੱਲ ਸੁਣੋ ਉਹ ਤੁਸੀਂ ਇਹ ਆਮਰ ਦੱਸੋ ਭਾਈ ਵੀ ਇੰਜ ਮੁਫਤੀ ਨਾ ਕਰੋ, ਸਾਹਿਬ ਜ਼ਿਆਦਤੀ ਨਾ ਕਰੋ। ਮੁਸਲਮਾਨ ਕਿੰਨਾ ਇੱਥੇ ਪੜ੍ਹਨ ਹੈ? 64 ਮੁਸਲਮਾਨ ਯਾਰ, ਬੈਠੇ ਨੇ, ਇਹਨਾਂ ਨੂੰ ਦੱਸੋ ਕਿ ਕੁਰਾਨ ਸ਼ਰੀਫ में क्या फरमाया है? मुफ्ती साहब अगे पढ़ के तो दसो। अच्छा वो भी पढ़ देंगे फिर जवाब दे लोगे? यार अगे पढ़न ते सही। मैं देखो ना किताब जे ਉਹਦੇ ਵਿੱਚ ਕੁਝ ਮਜ਼ਮੂਨ क्या ना पढ़ता फिर और ਯਾਰ ਤੁਸੀਂ ਤਹਿਰੀਫਾਂ ਕਰ ਕਰਕੇ ਲੈ ਆਓਗੇ। ਮੁਸਲਮਾਨਾਂ ਨੇ ਤੇ ਹਦੀਸਾਂ 'ਚ ਵੀ ਤਾਰੀਫਾਂ ਕਰ ਦਿੱਤੀਆਂ ਨੇ। ਮੈਂ ਕੀ ਯਾਰ ਉਹ ਅੱਖਾਂ ਦੇ ਸਾਹਮਣੇ ਕੈਮਰੇ ਨਾਲ ਕਿਤਾਬ ਖੋਲੀ ਮੈਂ ਹੈ, ਆਪਣੀਆਂ ਤਾਰੀਫ ਕਰਨ ਅੱਖਾਂ ਦੇ ਲੱਗੇ ਆ। ਕੈਮਰੇ ਦੇ ਨਾਲ ਦੇਖਿਆ ਕਿ ਇਹਨਾਂ ਹੀ ਮੁਫਤੀਆਂ ਦੇ ਨਾਲ ਹਦੀਸਾਂ ਦੇ ਤਰਜਮੇ ਦੇ ਵਿੱਚ ਉਹ ਤਾਰੀਫਾਂ ਭਾ ਕੀਤੀਆਂ ਉਹ ਨੇ। ਕਿਤਾਬ ਮੇਰੀ ਗੱਲ ਸੁਣੋ, ਉਹ ਕਿਤਾਬ ਤੁਹਾਡੀਆਂ ਅੱਖਾਂ ਦੇ ਸਾਹਮਣੇ ਖੁੱਲੀ ਹੈ, ਕੈਮਰਾ ਆਨ ਹੈ, ਉਹਦੇ 'ਚ ਹਰਸ਼ਾ ਨਜ਼ਰ ਪਈ ਆਉਂਦੀ ਤਾਰੀਫ ਕਿਥੋਂ ਆ ਗਈ ਹੈ? ਯਾਰ ਪੜ੍ਹ ਨਹੀਂ ਰਹੇ ਫਿਰ ਅੱਗੇ ਉਹ ਸਿਰਫ ਉਹੀ ਹੈਡਲਾਈਨਸ ਜਾਂ ਉੱਥੇ ਹੀ ਅੱਛਾ ਮਾਰਕਿੰਗ ਕਿੰਨੀਆਂ ਲੈਣਾ ਔਰ ਪੜ੍ਹ ਦੇਣ ਤੇ ਜਵਾਬ ਦੇ ਦਿਓਗੇ? ਕਿੰਨੀਆਂ ਲੈਣਾ ਔਰ ਪੜ੍ਹਨਾ? ਇਹਨਾਂ ਕੋਲ ਖੁਦ ਇਹਨਾਂ ਨੂੰ ਖੁਦ ਹੀ ਜਵਾਬ ਹਜ਼ਰਤ ਮਸੀਹ ਮੌਦ ਅਲੈਹਿਸਲਾਮ ਨੇ ਇਹਨਾਂ ਵਰਗੇ ਮੁਫਤੀਆਂ ਨੂੰ ਫਿਰ ਉਹ ਉਹਨਾਂ ਨੂੰ ਚੰਗੀ ਅਲੈਹਿਸਲਾਮ ਤਰ੍ਹਾਂ ਮੈਂ ਪਤਾ ਤੁਹਾਨੂੰ ਸੀਗਾ, ਪਿਆਰ ਨਵਾਂ ਅੰਦਾਜ਼ਾ ਦੂਜਿਆਂ ਦੇ ਸੀਗਾ। ਜਜ਼ਬਾਤ ਦਾ ਇਤਰਾਮ ਕਰੋ ਮੁਸਾਫਰ ਸਾਹਿਬ। नहीं फिर मैं चला अपनी जाऊंगा। मैं नहीं मैं अपनी इज्जत बिल्कुल मैं अपनी इज्जत करवा रहा ਅਸੀਂ ਤੁਹਾਡੀ ਇੱਜ਼ਤ पे करने ਆ ਤੁਹਾਨੂੰ ਮੁਸਾਫਰ ਸਾਹਿਬ ਕਹਿਣ ਲੱਗੇ ਆ। मैं भी ਤੁਹਾਨੂੰ ਸਾਹਿਬ ਕਹਿ ਇੱਜ਼ਤ ਰਿਹਾ ਕਰਵਾਓ ਤੇ ਇਹ ਢਿੱਡ ਬਿਲਕੁਲ, ਨਾ ਕਰੋ ਅਗਰ- ਬੰਦਿਆਂ ਨੂੰ। ਨਹੀਂ, ਇਸਲਾਮ ਦੀ ਕਿਹੜੀ ਲੋੜ ਹੈ? ਤੁਸੀਂ ਆਖੋ ਮਿਰਜ਼ਾ ਸਾਹਿਬ। नहीं ਤੁਸੀਂ ਇਹ हजरत ਦੱਸੋ, मसीह मौद अलैहिस्सलाम मैं ਮੁਫਤੀ ਸਾਹਿਬ ਕੋਲੋਂ ਫਿਰ ਅਸੀਂ ਅਸੀਂ ਫਿਰ ਆਪਣਾ ਇਜ਼ਹਾਰ ਕਰੀਏ। ਤੁਸੀਂ ਕੱਲ ਨੂੰ ਮੈਂ ਚਲਾ ਜਾਵਾਂਗਾ। ਬਤਾ ਦੇ ਕੋਈ ਮੈਨੂੰ ਕੋਈ ਇੰਨੀ ਕੋਈ ਗੱਲ ਨਹੀਂ ਮੈਨੂੰ ਕੋਈ ਲੋੜ ਹੀ ਨਹੀਂ। ਤੁਸੀਂ ਮੈਂ ਕੋਈ ਨਹੀਂ ਮਜਬੂਰ ਫਿਰ ਨਹੀਂ ਮਤਲਬ ਬੈਠਾ। ਧੱਕਾ ਇਹ ਫਿਰ ਤੁਹਾਡੀ ਬਦਮਾਸ਼ੀ ਹੈ ਨਾ। ਇਹ ਤਾਂ ਫਿਰ ਤੁਹਾਡੀ ਬਦਮਾਸ਼ੀ ਨਹੀਂ, ਇਹ ਤੁਹਾਡੀ ਮਜਬੂਰੀ ਹੈ। ਤੁਸੀਂ ਮੈਨੂੰ ਸਾਡੀ ਦੱਸੋ ਮਜਬੂਰੀ ਤੁਹਾਡੀ ਹੈ। ਅੱਛਾ ਚਲੋ ਤੁਸੀਂ ਸਾਡੀ ਸਾਰੇ ਕਾਹਦੀ ਮਜਬੂਰੀ ਹੈ? ਸਾਡੀ ਮੇਰੇ ਵਿੱਚ ਵਾਹ ਆਈ ਹੈ। 72 ਫਿਰਕੇ ਮਿਲ ਕੇ ਤੁਸੀਂ ਦੱਸ ਦਿਓ ਤੁਹਾਡੇ ਹਜ਼ਰਤ ਮਸੀਹ ਮੌਦ ਅਲੈਹਿਸਲਾਮ ਜਿਹੜੇ ਤੁਹਾਡੇ ਹੋਣੇ ਨੇ ਉਹਨਾਂ ਦਾ ਕੀ, ਉਹਨਾਂ ਦੇ ਉੱਤੇ ਕੀ ਤੁਹਾਡਾ ਇਜਮਾ ਹੈ ਜਾਂ ਤੁਸੀਂ ਕੀ ਕਹਿੰਦੇ ਹੋ ਕਿ ਉਹ ਕਦੋਂ ਆਣਗੇ ਕਦੋਂ? ਫਿਰ ਠੀਕ ਹੈ। ਤਰੀਖ ਦੱਸੀਏ ਕਿਹੜੀ ਤਰੀਕੇ ਆਣਗੇ? ਨਹੀਂ ਤਾਰੀਖ ਨਹੀਂ, ਮਤਲਬ ਸਿਰਫ ਦੱਸ ਦਿਓ ਕਿ ਤੁਹਾਡਾ ਇੱਕ ਮਸੀਹ ਹੈ। ਆਮਿਰ ਭਾਈ ਇਸ ਮੁਰੱਬੀ ਨੂੰ ਹੋਰ ਮੌਜੂ ਨਹੀਂ ਬਦਲਣ ਦੇਣਾ। ਇਹ ਹਦੀਸ ਚਾਹੀ ਦੋ ਹਦੀਸਾਂ ਬਸ ਅਸੀਂ ਜਿਹੜੇ ਮੌਜੂ ਅੱਛਾ ਮੈਂ ਤੁਹਾਨੂੰ ਜਵਾਬ ਇਸ ਗੱਲ ਦਾ ਜਵਾਬ ਮੈਂ ਤੁਹਾਨੂੰ ਜ਼ਰੂਰ ਜਿਹੜਾ ਤੁਸੀਂ ਆਖੋ ਦੇ ਦਿਆਂਗੇ। ਲੇਕਿਨ ਤੁਹਾਡੇ ਜਿਹੜੀ ਗੱਲ ਹੁਣ ਸ਼ੁਰੂ ਕੀਤੀ ਹੈ ਪਹਿਲਾਂ ਦਾ ਇੱਕ ਇਹਦਾ ਯਾਰ ਆਮਿਰ ਭਾਈ ਤੁਹਾਡੇ 72 ਫਿਰਕੇ ਤਾਂ ਮਸੀਹ ਨਹੀਂ ਇੱਕ ਹੈਗਾ। ਅੱਛਾ ਚਲੋ ਉਹਦੇ ਫਿਰ ਤੇ ਫਿਰ ਤੁਸੀਂ ਬਾਅਦ ਗੱਲ ਕਰ ਲਾਂਗੇ ਨਾ। ਜਿਹੜੀ ਗੱਲ पे ਨਹੀਂ ਮੰਨੋਗੇ ਮੇਰੀ ਗੱਲ ਸੁਣੋ। ਤੁਹਾਡਾ ਮਸੀਹ ਯਕੀਨ ਕਰੋ ਖੁਦਾ ਮੁਸਾਫਰ ਸਾਹਿਬ 72 ਫਿਰਕਿਆਂ ਨੇ ਜਿਹੜਾ ਮਸੀਹ ਮੰਨ ਲਿਆ ਹੈ ਨਾ ਤੁਹਾਡਾ ਮਸੀਹ ਆਉਣਾ ਹੀ ਨਹੀਂ। ਤੁਹਾਡੀ ਖਾਸ਼ ਦੇ ਮੁਤਾਬਕ ਜਿੰਨਾ ਤੁਸੀਂ ਸਫਾ ਕਿਹਾ, ਕਿਤਾਬ ਕਹੀਏ, ਕੈਮਰਾ ਕਿਹਾ ਆਨ ਕਰਕੇ ਆਸ਼ਾ ਉਹਨਾਂ ਨੇ ਪੜਿਆ ਹੀ ਨਹੀਂ ਉਸ ਤੋਂ ਅੱਗੇ। ਇਹ ਤੇ ਕਿੰਨਾ ਹੋਰ ਪੜਨ ਮੈਨੂੰ ਦੱਸ ਦਿਓ ਕਿੰਨਾ ਹੋਰ ਸੁਣਨਾ ਜੇ। ਯਾਰ ਸੁਣਾਓ ਤੇ ਨਾ ਲੈ ਕੇ ਸ਼ੁਰੂ ਤੋਂ ਮੈਂ ਪਹਿਲੇ ਦੱਸਿਆ ਸੀਗਾ ਜੀ ਇਤਰਾਜ਼ ਲੈ ਕੇ ਉਹ ਸ਼ੁਰੂ ਤੋਂ ਪਹਿਲੇ ਦੁਬਾਰਾ ਮੈਂ ਜਿਹੜੇ ਸੁਣਨ ਵਾਲੇ ਬੰਦੇ ਹੋਣਗੇ ਨਾ ਤੁਸੀਂ ਇਤਰਾਜ਼ ਲੈ ਕੇ ਆਓਗੇ। ਮੈਂ ਉਹਨਾਂ ਨੂੰ ਸਕਰੀਨਸ਼ਾਟ ਖਿਚਵਾਇਆ ਠੀਕ ਹੈ। ਮੈਂ ਫਿਰ ਉਹਨਾਂ ਨੂੰ ਦੱਸਿਆ ਕਿ ਤੁਸੀਂ ਅਗਰ ਖੁਦ ਜਾਨਣਾ ਚਾਹੁੰਦੇ ਨੇ ਕਿ ਵਾਕਈ ਇਹ ਹਜ਼ਰਤ ਮਸੀਹ ਮੌਦ ਅਲੈਹਿਸਸਲਾਮ ਨੇ ਗੁਸਤਾਖੀ ਕੀਤੀ ਹੈ ਤੌਬਾ ਨਊਜ਼ ਬਿल्ला ਤੁਸੀਂ ਖੁਦ ਜਾ ਕੇ ਪੜੋਗੇ ਤੁਹਾਨੂੰ ਖੁਦ ਉੱਥੇ ਜਵਾਬ ਮਿਲ ਜਾਏਗਾ। ਇਹ ਮੁਫਤੀ ਸਿਰਫ ਔਰ ਸਿਰਫ ਮੁਨਾਫਕਤ ਕਰ ਰਿਹਾ ਹੈ ਔਰ ਇਹ ਸਿਰਫ ਮੁਨਾਫਕ ਹੈ। ਮੁਸਾਫਰ ਸਾਹਿਬ ਮਿਰਜ਼ਾ ਸਾਹਿਬ ਨੇ ਝੂਠ ਬੋਲਿਆ ਹੈ। ਅਸੀਂ ਇਹ ਨਹੀਂ ਪੇ ਕਹਿੰਦੇ ਗੁਸਤਾਖੀ, ਉਹਨਾਂ ਝੂਠ ਬੋਲਿਆ ਹੈ। ਇਹੋ ਜਿਹੀ ਹਦੀਸ ਕੋਈ ਨਹੀਂ ਹੈ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਕੋਈ ਹਦੀਸ ਨਹੀਂ ਇਹੋ ਜਿਹੀ। ਨਬੀ ਪਾਕ ਨੇ ਗੱਲ ਨਹੀਂ ਫਰਮਾਈ। ਸਹੀ नबी अलैहिस्सलातु वस्सलाम ने फरमाया मन कज़ब अलैया मुतअम्मिदन। मैं तनु ਇਹ ਕਹਿ ਹੀ ਨਹੀਂ ਰਿਹਾ। ਮੈਂ ਉੱਥੇ ਕਿਤੇ ਲਿਖਿਆ ਵੀ ਨਹੀਂ ਹੈ ਕਿ ਹਜ਼ਰਤ ਮਸੀਹ ਮੌਦ ਅਲੈਹਿਸਸਲਾਮ ਨੇ ਇਹ ਫਰਮਾਇਆ ਕਿ ਇਹ ਹਦੀਸ ਹੈ ਠੀਕ ਹੈ। ਅਗਰ ਇਹ ਮੁਫਤੀ ਸਾਹਿਬ ਪੂਰੀ ਗੱਲ ਪੜ੍ਹਨ ਨਾ ਤੇ ਉਹਦੇ ਵਿੱਚ ਸਾਰੀ ਡਿਟੇਲ ਤੁਹਾਨੂੰ ਮਿਲ ਜਾਏਗੀ। ਸੁਣੋ ਆਪਣੀ ਉਹ ਗੱਲ ਤਾਂ ਸੁਣੋ ਨਾ। ਤੁਸੀਂ ਆਪਣੀ ਖਾਸ ਦੱਸ ਦਿਓ। ਨਹੀਂ ਉਹਨੂੰ ਪੂਰਾ ਪੜੋ ਤੇ ਨਾ ਲੈਣਾ ਆਵਾਮ ਨੂੰ ਗੁੰਮਰਾਹ ਨਾ ਕਰੋ। ਯਾਰ ਕਰ ਰਹੇ ਹੋ ਤੁਸੀਂ ਇਹਨੂੰ। ਤੁਸੀਂ ਦੱਸ ਦਿਓ ਵੀ ਆਨੀਆਂ ਲੈਣਾ ਮੈਨੂੰ ਪੜ੍ਹ ਕੇ ਸੁਣਾ ਦਿਓ ਤੇ ਮੈਂ ਜਵਾਬ ਦੇ ਦਿਆਂਗਾ। ਦੱਸ ਦਿਓ ਤੁਹਾਡਾ ਮੁਤਾਲਬਾ ਕੀ। ਮੈਂ ਤੇ ਕਿਹਾ ਨਾ ਮੈਂ ਤੇ ਉੱਥੇ ਤੇ ਲੜ ਗਿਆ ਵਾ ਉਦੋਂ ਕਿ ਤੁਸੀਂ ਅਗਲੀ ਲਾਈਨ ਤੇ ਪੜੋ। ਉਹ ਪੜੀਆਂ ਨੇ ਅੱਗੇ ਨਵਾਂ ਝੂਠ ਬੋਲਿਆ। ਆਮਿਰ ਭਾਈ ਯਾਰ ਤੁਸੀਂ ਆਮਿਰ ਭਾਈ ਇੱਕ ਮਿੰਟ। ਓਏ ਮੁਰੱਬੀਆ ਉਹ ਮਰ ਜਾ ਡੁੱਬ ਕੇ ਮਰ ਜਾਏ ਜਾਂ ਮਿਰਜ਼ੇ ਕਾਦੀਆਨੀ ਦਾ ਮੂਤਰ ਉਹ ਜਿਹੜਾ 100 ਦਵਾ ਦਿਨ ਰਾਤ ਕਰਦਾ ਸੀ ਉਹ ਜੁੜੀ ਚ ਲੈ ਕੇ ਡੁੱਬ ਕੇ ਮਰ ਜਾ। ਇਹ ਤੁਹਾਡੀ ਕੋਲ ਹੈ ਇਹ ਤੁਹਾਡੀ ਕੋਲ ਗਾਲੀ ਜਿਹਦੇ ਵਿੱਚ ਕੋਈ ਚਲਾ ਜਾਏਗਾ ਆਪਣੇ ਤਈ ਔਰ ਫਿਰ ਤੁਸੀਂ ਜਾ ਕੇ ਉਹਦੇ ਉੱਤੇ ਬਕਵਾਸ ਕਰਦੇ ਰਹੋਗੇ। ਫਿਰ ਇਹ ਬਾਰੇ ਇਹ ਦੋਵਾਂ ਹਦੀਸਾਂ ਦੇ ਬਾਰੇ
ਉਹਨਾਂ ਨੇ ਇਹ ਨਹੀਂ ਕਿਹਾ ਕਿ ਮੁਫਤੀ ਕਿਸੇ ਹੋਰ ਦਾ ਕੋਲੋਂ ਕੋਲ ਹੈ। ਦਜਾਲੀ ਕੋਲੋਂ ਅਗਲੀ ਗੱਲ ਨਹੀਂ ਪੜੀ ਗਈ, ਇੱਕ ਫਿਕਰਾ ਨਹੀਂ ਪੜਿਆ ਗਿਆ। ਉਹ ਮਲਕ ਅਬਦੁਰਰਹਿਮਾਨ ਨੂੰ ਇਸ ਨਹੀਂ ਸੁਝੀ, ਦਜਾਲੀ ਕੋਲੋਂ ਇਹ ਫਿਕਰਾ ਨਹੀਂ ਪੈ ਗਿਆ ਅਗਲੇ। ਇਹ ਸਿਰਫ ਇੱਕ ਤਹਿਰੀਰਾਂ ਲੈ ਕੇ ਆਉਂਦੇ ਨੇ ਔਰ ਤਹਿਰੀਰਾਂ ਲੈ ਕੇ ਆ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਤੇ ਲੋਕ ਹਜ਼ਰਤ ਮਸੀਹ ਮੌਊਦ अलैहिस्सलाम ਨੂੰ ਪਹਿਚਾਨੋ। ਔਰ ਅਮਨ ਨਜ਼ੀਰ ਸਾਹਿਬ, ਮੈਂ ਤੁਹਾਨੂੰ ਵੀ ਇਹੀ ਕਹਾਂਗਾ, ਤੁਸੀਂ ਵੀ ਹਜ਼ਰਤ ਮਸੀਹ ਮੌਊਦ अलैहिस्सलाम ਨੂੰ ਪਹਿਚਾਨੋ, ਯਕੀਨ ਕਰੋ। ਉਹ ਮੁਸਾਫਰ ਸਾਹਿਬ ਤੁਹਾਡਾ ਮਿਰਜ਼ੇ ਨੇ ਝੂਠ ਬੋਲਿਆ ਤੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਤੇ ਤਖੇ ਉਹਨੂੰ ਪਛਾਣ ਤੇ ਲਿਆਵੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਐਡਾ ਤੇਰੇ ਲੱਤਾਂ ਦੇ ਵਿੱਚ ਭਾਰ ਹੈ ਨਾ, ਐਡਾ ਤੂੰ ਸੱਚਾ ਵੇ। ਤੁਹਾਡਾ ਮਿਰਜ਼ਾ ਸਾਹਿਬ ਐਡੇ ਸੱਚੇ ਨੇ ਤੇ ਹਦੀਸਾਂ ਲਿਆ ਕੇ ਵਿਖਾਓ, ਸਾਡੇ ਮੂੰਹ ਤੇ ਮਾਰੋ। ਹੁਣ ਤੂੰ ਆਏ ਬਾਏ ਸ਼ਾਏ ਕਦੀ ਇੱਧਰ ਦੀ ਮਾਰਦਾ ਕਦੀ ਉੱਧਰ ਦੀ ਮਾਰਦਾ। ਜਾ ਜੇ ਤੇਰਾ ਮਿਰਜ਼ਾ ਸੱਚਾ ਹੈ ਤੇ ਹਦੀਸਾਂ ਲਿਆ ਕੇ ਵਿਖਾ ਸਾਨੂੰ, ਸਾਡੇ ਮੂੰਹ ਤੇ ਮਾਰ ਵੀ ਆਹ ਵੇਖਿਆ ਪਈਆਂ ਨੇ ਹਦੀਸਾਂ ਜਿਹੜੀਆਂ ਮਿਰਜ਼ਾ ਸਾਹਿਬ ਨੇ ਫਰਮਾਈਆਂ ਨੇ। ਝੂਠ ਉਹਨੇ ਨਬੀ ਪਾਕ ਦੀ ਜ਼ਾਤ ਤੇ ਬੋਲਿਆ ਤਾਂ ਕਿ ਉਹਨੂੰ ਪਛਾਣ ਤੇ ਲਿਆ ਸੀ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਖੁਦ ਦੱਸਿਆ ਕਿ ਇਹ ਇੰਜ ਦੇ ਕਜ਼ਾਬ ਤੇ ਦਜਾਲ ਆਣਗੇ ਜਿਹੜੀਆਂ ਤੁਹਾਨੂੰ ਝੂਠੀਆਂ ਹਦੀਸਾਂ ਸੁਣਾਣਗੇ, ਉਹਨਾਂ ਦੇ ਪਿੱਛੇ ਨਾ ਲੱਗਣਾ, ਤੁਹਾਨੂੰ ਗੁੰਮਰਾਹ ਕਰ ਦੇਣਗੇ। ਐਸੀ ਪਛਾਣ ਲਿਆ ਇਹਨੂੰ ਕਿ ਝੂਠੀਆਂ ਹਦੀਸਾਂ ਘੜ ਕੇ ਤੇ ਲੋਕਾਂ ਨੂੰ ਗੁੰਮਰਾਹ ਕਰਦਾ ਸੀ। ਉਹ ਇੱਕ ਸੈਕਿੰਡ, ਬਹੁਤ ਤੁਸੀਂ ਗਰਜ ਕੇ ਬੋਲਦੇ ਹੋ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਉਹ ਹਦੀਸ ਨਹੀਂ ਸੁਣੀ ਕਿ ਉਸ ਦਿਨ ਦੇ ਜਿਹੜੇ ਉਲਮਾਏ ਕਰਾਮ ਜਿਹੜੇ ਹੋਣਗੇ ਓਏ ਭਾਈ ਉਹੀ ਬੰਦਰ ਤੇ ਸੂਰ ਨੇ ਜਿਹੜੇ ਨਬੀ ਪਾਕ ਤੇ ਝੂਠ ਬੋਲੀ ਜਾਂਦੇ ਨੇ। ਸਾਰੇ ਦੇ ਇਹ ਬੰਦਰ ਤੇ ਸੂਰ ਤੇ ਉਹੀ ਨੇ ਜਿਹੜੇ ਨਬੀ ਪਾਕ ਤੇ ਝੂਠ ਬੋਲਦੇ ਨੇ। ਬੰਦਰ ਸੂਰ ਉਹੀ ਹੋਏਗਾ ਨਾ ਜਿਹੜਾ ਅੱਲਾਹ ਦੇ ਰਸੂਲ ਤੇ ਝੂਠ ਬੋਲੇਗਾ ਤੇ ਅਸੀਂ ਸਬੂਤ ਮੰਗਾਂਗੇ ਫਿਰ ਆਏ ਬਾਏ ਸ਼ਾਏ। ਮੁਸਾਫਰ ਸਾਹਿਬ, ਤੁਹਾਡੇ ਮਿਰਜ਼ਾ ਸਾਹਿਬ ਨੇ ਲਿਖਿਆ ਹੋਇਆ ਵੇ, ਗੱਲ ਸੁਣ ਲੈ ਮੇਰੀ ਹੁਣ। ਤੁਹਾਡੇ ਮਿਰਜ਼ਾ ਸਾਹਿਬ ਨੇ ਲਿਖਿਆ ਵੇ ਕਿ ਝੂਠੇ ਬੰਦੇ ਦੀ ਇਹ ਨਿਸ਼ਾਨੀ ਹੁੰਦੀ ਆ ਕਿ ਜਾਹਲਾਂ ਦੇ ਅੱਗੇ ਤੇ ਬੜੀ ਲਾਫ ਗਜ਼ਾਬ ਮਾਰਦਾ ਤੇ ਜਦੋਂ ਦਾਮਨ ਫੜ ਕੇ ਤੇ ਪੁੱਛੋ ਵੀ ਲਿਆਓ ਕਿੱਥੇ ਸਬੂਤ, ਫਿਰ ਵੜ ਜਾਂਦਾ ਜਿੱਥੋਂ ਨਿਕਲਿਆ ਸੀ। ਤੁਹਾਡੇ ਮਿਰਜ਼ਾ ਸਾਹਿਬ ਨੇ ਫਰਮਾਇਆ ਤੇ ਉਹ ਤੁਹਾਡਾ ਹਾਲ ਹੋਇਆ ਪਿਆ। ਤੁਹਾਡੇ ਕੋਲ ਪੁੱਛਣ ਦੇ ਆ ਵੀ ਤੁਹਾਡੇ ਮਿਰਜ਼ਾ ਸਾਹਿਬ ਨੇ ਝੂਠ ਬੋਲਿਆ ਹਦੀਸ ਤੇ, ਤੁਹਾਡੇ ਕੋਲ ਸਬੂਤ ਹੁਣ ਬੱਤਰ ਤੇ ਸ਼ਰਮ ਨਾਲ ਡੁੱਬ ਕੇ ਮਰ ਜਾਓ। ਤੁਹਾਡੇ ਮਿਰਜ਼ਾ ਸਾਹਿਬ ਨੇ ਝੂਠ ਬੋਲਿਆ, ਤੁਹਾਡੇ ਕੋਲ ਜਵਾਬ ਕੋ ਨਹੀਂ ਹੈ। ਸ਼ਰਮ ਨਾਲ ਡੁੱਬ ਕੇ ਮਰ ਜਾ, ਕਦੀ 72 ਤੇ ਕਦੀ 73 ਤੇ ਕਦੀ ਇੱਧਰ ਨਸਲ ਭੱਜਣ ਡਿਆ ਤੂੰ। ਕੋਈ ਸ਼ਰਮ ਆਂਦੀ ਤੁਹਾਨੂੰ? ਉਹ ਝੂਠ ਬਣ ਗਿਆ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਤੇ ਝੂਠ ਬੋਲ ਕੇ ਚਲਾ ਗਿਆ। ਮੈਂ ਬਦਤਮੀਜ਼ੀ ਕਰ ਰਿਹਾ ਜਾਂ ਬਦਤਮੀਜ਼ੀ ਉਹਨੇ ਕੀਤੀ ਜਿਹਨੇ ਝੂਠ ਬੋਲਿਆ? ਯਾ ਭਾਈ ਇੱਕ ਮਿੰਟ ਬਦਤਮੀਜ਼ ਉਹ ਆ ਜਿਹੜਾ ਨਬੀ ਪਾਕ ਦੀ ਜ਼ਾਤ ਤੇ ਝੂਠ ਬੋਲੇ, ਉਹ ਬਦਤਮੀਜ਼ ਹੈ। ਮੈਂ ਬਦਤਮੀਜ਼ ਹਾਂ? ਬਦਤਮੀਜ਼ੀ ਕਰ ਰਹੇ ਹੋ, ਨਵਾਂ ਡਰਾਮਾ ਲਾਇਆ ਹੋਇਆ ਤੁਸੀਂ। ਉਹ ਤੁਹਾਡੇ ਮਿਰਜ਼ਾ ਸਾਹਿਬ ਝੂਠ ਬੋਲ ਕੇ ਗਏ ਨੇ, ਇਹਦਾ ਸਬੂਤ ਲੈ ਕੇ ਆਓ ਬਸ। ਜਾ ਭਾਈ ਗੱਲ ਕੋਈ ਨਹੀਂ। ਬਦਤਮੀਜ਼ੀ ਦਾ ਪੁੱਤਰ ਬਦਤਮੀਜ਼ ਹੋਵੇ ਜਿਹੜਾ ਅੱਲਾਹ ਦੀ ਜ਼ਾਤ ਤੇ ਅੱਲਾਹ ਦੇ ਰਸੂਲ ਦੀ ਜ਼ਾਤ ਤੇ ਝੂਠ ਬੋਲੇ। ਤੁਸੀਂ ਚੁੱਪ ਕਰ ਜਾਓ ਮੈਨੂੰ ਤੁਸੀਂ ਝੂਠ ਪਾਉਂਦੇ ਹੋ ਨਬੀ ਪਾਕ ਜੀ। ਮੈਂ ਪਛਾਣਿਆ ਫੋਟੋ ਵੇਖੀ ਮੈਂ ਸੁਣੋ ਗੱਲ ਮੁਸਾਫਰ ਸਾਹਿਬ, ਮੈਂ ਪਛਾਣ ਲਿਆ। ਉਹ ਮੇਰੇ ਕੋ ਪੁੱਛੋ ਮੈਂ ਕੀ ਪਛਾਣਿਆ? ਮੈਂ ਵੇਖਿਆ ਪਰਲੇ ਦਰਜੇ ਦਾ ਕਜ਼ਾਬ ਤੇ ਦਜਾਲ ਸੀ, ਝੂਠ ਬੋਲਦਾ ਸੀ ਨਬੀ ਪਾਕ ਤੇ। ਮੈਂ ਤੇ ਇਹੀ ਪਛਾਣਿਆ ਬਸ। ਦੱਸੋ ਜੀ ਕੁਛ ਨਹੀਂ, ਬਸ ਮੇਰਾ ਕੀ ਕਸੂਰ ਹੈ? ਹੁਣ ਮੇਰੀ ਨਜ਼ਰ ਕਮਜ਼ੋਰ ਹੈ। ਲਾ ਇਲਾਹਾ ਇਲੱਲਾਹ ਮੁਹੰਮਦ ਰਸੂਲullah। ਹੁਣ ਮੈਨੂੰ ਅਗਰ ਇੱਕ ਬੰਦਾ ਦਜਾਲ ਤੇ ਕਜ਼ਾਬ ਅੱਖਾਂ ਦੇ ਸਾਹਮਣੇ ਝੂਠ ਬੋਲਦਾ ਹੈ, ਕਹਿੰਦਾ ਕਿ ਨਬੀ ਪਾਕ ਨੇ ਫਰਮਾਇਆ ਹਿੰਦੁਸਤਾਨ 'ਚ ਕੋਈ ਇਹੋ ਜਿਹਾ ਨਬੀ ਆਵੇਗਾ ਜਿਹਦਾ ਨਾਮ ਕਨਈਆ ਹੋਵੇਗਾ, ਕ੍ਰਿਸ਼ਨ ਹੋਵੇਗਾ। ਮੈਂ ਗੱਲ ਸੁਣਨਾ, ਅਗਰ ਇਹੋ ਜਿਹੀ ਕੋਈ ਹਦੀਸ ਸਾਰੀ ਮਿਰਜ਼ਾਈਅਤ ਨਹੀਂ ਪੇਸ਼ ਕਰ ਸਕਦੀ ਤੇ ਮੈਂ ਤੇ ਇਹ ਕਹਿਣਾ ਦਜਾਲ ਸੀ ਕਜ਼ਾਬ ਸੀ। ਆਪਣੀ ਪਾੜ ਦੀ ਆਵਾਜ਼ ਖਲਵਾ ਲਿਓ, ਇਹ ਆਵਾਜ਼ ਸਭ ਪਾੜ ਰਹੀ ਹੈ। ਇੱਕ ਮਿੰਟ ਮਿਲ ਯਾਰ ਇੱਕ ਮਿੰਟ ਮੈਨੂੰ ਗੱਲ ਥੋੜੀ। ਚਲੋ ਠੀਕ ਹੋ। ਦੂਜੇ ਬੰਦੇ ਨਾਲ ਵਿੱਚ ਬੋਲੋ, ਮੁਫਤੀ ਸਾਹਿਬ ਨੂੰ ਤੇ ਜਾ ਭਾਈ ਨੂੰ ਗੱਲ ਕਰ, ਬਾਕੀ ਕੋਈ ਬੰਦਾ ਮਾਈਕ ਨਾ ਪੁੱਟੇ ਯਾਰ। ਥੋੜੀ ਗੱਲ ਯਾਰ ਡਿਸਕਨੈਕਟਡ। ਓਕੇ ਅੱਛਾ ਵੇਖੋ ਜੀ, ਇਹ ਤਕਰੀਬਨ ਅੱਛਾ ਚਲੋ ਮੁਫਤੀ ਗੱਲ ਕਰ ਰਿਹਾ, ਸ਼ਾਇਦ ਕਿਤਾਬ ਤੇ ਗੱਲ ਕਰ ਰਿਹਾ। ਉਹ ਯਾਰ ਚੁੱਪ ਕਰਕੇ ਸੁਣ ਤੇ ਸਹੀ ਯਾਰ। ਉਹ ਯਾਰ ਉਹ ਤੇ ਪੜੋ। ਉਹ ਯਾਰ 72 ਫਿਰਕੇ ਉਹ ਕਿਤਾਬ ਤੇ ਪੜਵਾਓ ਪੂਰੀ, ਕਦੀ ਨਾ ਪੜੋ ਸੁਣ ਤੇ ਸਹੀ ਜਿਹੜੀਆਂ ਨੇ ਪਾਕਿਸਤਾਨ 'ਚ ਬੈਨ ਕੀਤੀਆਂ ਉਹ ਕਿਤਾਬਾਂ ਤੇ ਪੜੋ ਕਦੀ। 72 ਫਿਰਕੇ ਕਦੀ ਉਹ ਕਿਤਾਬਾਂ ਦੇ ਕਰੋ ਯਾਰ ਸੁਣ ਜਾ, ਮੈਨੂੰ ਬਣਾ ਦੇ ਮੋਡਰੇਟਰ, ਮੈਂ ਆਪੇ ਹੀ ਹੈਂਡਲ ਕਰ ਲਾਂਗਾ। ਚਲੋ ਮੈਂ ਖੁਦ ਹੀ ਮਿਊਟ ਕਰ ਲੈਂਦਾ। ਮਾਈਕ ਮਿਊਟ ਕਰ ਬਈ ਸ਼ਾਹ ਸਾਹਿਬ, ਇਹ ਗੱਲ ਪੂਰੀ ਕਰੋ। ਓਏ ਇੱਕ ਮਿੰਟ ਚੁੱਪ ਕਰ ਜਾ, ਮਾਈਕ ਮਿਊਟ ਕਰ, ਤੇਰਾ ਫਿਰ ਲੋਲੋ ਬੰਦ ਨਹੀਂ ਹੁੰਦੀ ਤੇਰੀ। ਇੰਨੀ ਤੇਰੇ ਦੇ ਵਿੱਚ ਇੰਨੀ ਔਕਾਤ ਨਹੀਂ ਹੈ ਵੀ ਤੁਸੀਂ ਆਪਣੇ ਮਿਰਜ਼ਾ ਸਾਹਿਬ ਦੇ ਝੂਠ ਦਾ ਸਬੂਤ ਹੀ ਲਿਆ ਕੇ ਦੇ ਦਿਓ ਤੇ ਲੱਗੇ ਹੋ ਜਬ ਕਰਨ ਇੱਥੇ। ਯਾ ਸੁਣਿਓ ਯਾਰ ਇੱਕ ਮਿੰਟ, ਜਾਂ ਮੈਨੂੰ ਥੋੜਾ ਟਾਈਮ ਦੇ ਦਿਓ। ਮੈਂ ਬਦਤਮੀਜ਼ੀ ਕਰ ਰਹੇ ਹੋ ਨਾ ਫਿਰ। ਉਹ ਬੰਦ ਕਰ ਮਾਈਕ, ਬਦਤਮੀਜ਼ ਦਾ ਪੁੱਤਰ। ਯਾਰ ਚੁੱਪ ਕਰ ਯਾਰ, ਇਧਰ
ਯਾਰ 8 ਸਾਲ ਹੋ ਗਏ ਨੇ ਤਕਰੀਬਨ ਇਸ ਕਿਤਾਬ ਨੂੰ 6 ਲੈਣਾ ਤੁਸੀਂ ਪੂਰੀਆਂ ਨਹੀਂ ਬੋਲਦੇ, ਇੰਜ ਨਾ ਕਰਿਆ ਕਰੋ। ਉਹ ਯਾਰ ਚੁੱਪ ਵੀ ਤੇ ਕਰ ਜਾ, ਮੈਨੂੰ ਗੱਲ ਤੇ ਕਰ ਲੈਂਦੇ ਯਾਰ, ਮੈਂ ਕੋਈ ਗਾਲ ਕੱਢ ਰਿਹਾ ਮੈਂ ਯਾਰ, ਚੁੱਪ ਕਰਕੇ ਸੁਣ ਤੇ ਲੈ ਯਾਰ। 8 ਸਾਲ ਹੋ ਗਏ ਨੇ, ਜਦੋਂ ਮੈਂ ਕਿਤਾਬ ਲਿਖ ਰਿਹਾ ਸੀ ਉਦੋਂ ਹੀ ਕਾਦੀਆਨੀ ਮੁਰੱਬੀਆਂ ਨੇ ਮੈਨੂੰ ਕਿਹਾ ਸੀ ਕਿ ਇਹ ਕਿਤਾਬ ਨਹੀਂ, ਉਹ ਪਹਿਲੀ ਕਿਤਾਬ ਕਿੱਥੇ ਗਈ? ਯਾਰ ਚੁੱਪ ਕਰ ਜਾ, ਸੁਣ ਲੈ ਯਾਰ, ਤੇਰੀ ਮਿਹਰਬਾਨੀ ਸੁਣ ਲੈ। ਤੇ ਕਾਦੀਆਨੀ ਮੁਰੱਬੀਆਂ ਨੇ ਮੈਨੂੰ ਕਿਹਾ ਚੁੱਪ, ਬਿਲਕੁਲ ਚੁੱਪ, ਯਕੀਨ ਕਰੋ ਬਿਲਕੁਲ ਚੁੱਪ। ਅਗਰ ਹੱਕ ਦੀ ਗੱਲ ਕਰੋ ਤੇ ਮੁਰੱਬੀ ਕਹਿੰਦੇ ਕਿ ਤੂੰ ਸਾਨੂੰ ਪੇਸ਼ ਕਰਨੀ ਹੈ ਤੇ ਅਸੀਂ ਇਹਦਾ ਜਵਾਬ ਦੇਵਾਂਗੇ, ਤੇ ਅੱਜ ਤੱਕ ਕਿਸੇ ਇੱਕ ਚੀਜ਼ ਦਾ ਵੀ ਜਵਾਬ ਨਹੀਂ ਆਇਆ। ਇਹ ਦੋਵੇਂ ਮਿਰਜ਼ੇ ਕਾਦੀਆਨੀ ਦੀਆਂ ਬਿਆਨ ਕਰਦੀਆਂ ਗੱਲਾਂ, ਮਿਰਜ਼ੇ ਦੀਆਂ ਬਿਆਨ ਕਰਦੀਆਂ ਗੱਲਾਂ ਇਹਦੇ ਵਿੱਚ ਮੌਜੂਦ, ਇਹਦੇ ਵਿੱਚ ਮੌਜੂਦ ਨੇ, ਲੇਕਿਨ ਅੱਜ ਤੱਕ ਕਿਸੇ ਕਾਦੀਆਨੀ ਮੁਰੱਬੀ ਨੇ ਜਵਾਬ ਦਿੱਤਾ ਨਹੀਂ। ਤੇ ਅੱਜ ਤੁਸੀਂ ਵੀ ਮੁਸਾਫਰ ਮੁਰੱਬੀ ਸਾਹਿਬ ਵੀ ਮੌਜੂਦ ਹਨ, ਦੌੜ ਗਿਆ। ਦੌੜ ਜਾਣਾ ਹੀ ਬਹਾਦਰੀ ਹੈ, दौड़ना ही बहादुरी है। ऐ सुनो जी, मिर्जा कादियानी क्या कहता है झूठों के बारे में? कहता है जब कोई एक बात में कोई झूठा साबित हो जाए तो फिर दूसरी बातों में भी इस पर एतबार नहीं रहता। ये रूहानी खज़ाइन जिल्द 23 सफ़ा 231। आगे मिर्जा कादियानी क्या कहता है? कहता है झूठ के मुर्दार को किसी तरह ना छोड़ना, ये कुत्तों का तरीका है ना इंसानों का। झूठ बोलना कुत्तों का काम है, मिर्जा कहता है। हाँ, मिर्जा कादियानी ये झूठ लिख के खुद कुत्ता साबित हो गया, इंसान साबित नहीं हुआ। हवाला ये है जनाब शैतानी खज़ाइन जिल्द 11 सफ़ा 43 के ऊपर उसने ये बात की। आगे मिर्जा कादियानी कहता है झूठ बोलने से बदतर दुनिया में कोई बुरा काम नहीं। शैतानी खज़ाइन जिल्द 22 सफ़ा 459। फिर आगे कहता है ऐसा आदमी जो हर रोज खुदा पर झूठ बोलता है और आप ही एक बात तराशता है और फिर कहता है कि ये खुदा की वही है जो मुझ पर हुई है, ऐसा बदजात इंसान तो कुत्तों और सूरों और बंदरों से बदतर है। मिर्जा कादियानी बंदर है बल्कि उनसे भी बदतर, मिर्जा सुअर है, खंजीर है बल्कि खंजीर से भी बदतर, मिर्जा कुत्ता है बल्कि कुत्तों से भी बदतर, ये खुद मिर्जे ने लिखा है। और ये है शैतानी खज़ाइन जिल्द 21 सफ़ा 292। आगे मिर्जा कादियानी कहता है झूठ बोलना मुर्तद होने से कम नहीं है, और मिर्जा मुर्तद हो गया झूठ बोल के। ये हवाला है शैतानी खज़ाइन जिल्द 17 सफ़ा 56। आगे मिर्जा कादियानी कहता है वो कंजर जो वलदुज़्ज़ना कहलाते हैं वो भी झूठ बोलते हुए शर्माते हैं। शैतानी खज़ाइन जिल्द 2 सफ़ा 386। और मिर्जा हरामी साबित हो गया, हाँ जी, खुद बकल में खुद। और मिर्जा हरामी जे वलदुल हराम जे नुतफ़ा हराम जे बकौल और बकल में खुद मिर्जा कादियानी। अच्छा जी, आगे सुने। कहता है फजूलियां और झूठ बोलना मुर्दार खोरों का काम है। ओए मुर्दार खोरो, ओए मिर्जा कादियानी मुर्दार खोर भी साबित हो गया। ये है मजमुआ इश्तिहारात जिल्द 2 सफ़ा 88। आगे मिर्जा कादियानी कहता है झूठ बोलना और गू खाना बराबर है। और मिर्जा गू खाता रहा पूरी जिंदगी। ओए गू खाने वाला मिर्जा गुलाम कादियानी, ओए गू खोर मिर्जा कादियानी, ये खुद मिर्जे ने लिखा है। ये शैतानी खज़ाइन जिल्द 22 सफ़ा 215। ये हवाले मैंने अपनी किताब के ये शुरू में लिखे हुए हैं। आज तक किसी एक चीज का कोई जवाब किसी कादियानी मुरब्बी के पास है ही नहीं। इन तहरीरों की रोशनी के अंदर मिर्जा कादियानी कज़्ज़ाब, दज्जाल, फ्राडिया, हरामी, कुत्ता, बंदर, खंजीर और गूं खाने वाला साबित हो गया। अगर साबित नहीं होता तो आ रहे हो ये साबित कर दो, यही बात है, साबित करो कहाँ पे, यही बात करें।
ਅੱਛਾ, ਮੈਂ ਮੁਫਤੀ ਸਾਹਿਬ ਇਹ ਗੱਲ ਕਰਨੀ ਹੈ ਕਿ ਜੇ ਇਹ ਮਰਤਈਆਂ ਨੇ ਇੱਕ ਨਾ ਵਤੀਰਾ ਫੜਿਆ ਕਿ ਜਿਹੜਾ ਕੋਈ ਇਹਨਾਂ ਦੀ ਬਰਾੜ ਤੇ ਜਾਂਦਾ ਹੈ ਨਾ ਤੇ ਉਹਨੂੰ ਕਹਿੰਦੇ ਨੇ ਦੁਆਏ ਕਨੂਤ ਸੁਣਾ। ਤੇ ਮੈਂ ਇਸ ਗੱਲ ਤੇ ਇਸ ਨਤੀਜੇ ਤੇ ਪਹੁੰਚਿਆ ਕਿ ਕੋਈ ਵੀ ਮਰਦਈ ਇੱਥੇ ਆਵੇ ਜੀ, ਕਿਉਂਕਿ ਇਹਨਾਂ ਨੇ ਆ ਜਾ ਕੇ ਇੱਕੋ ਪੁਆਇੰਟ ਫੜਨਾ ਹੁੰਦਾ ਹੈ 72 ਫਿਰਕੇ 72 ਫਿਰਕੇ। ਜਿਹੜਾ ਕੋਈ ਆਵੇ ਉਹਨੂੰ ਪਹਿਲਾਂ ਆਉਂਦੇ ਇਹ ਸਵਾਲ ਕਰਕੇ ਪਹਿਲਾਂ 72 ਫਿਰਕਿਆਂ ਦੇ ਨਾਂ ਦੱਸ, ਟੋਟਲ 72 ਫਿਰਕੇ ਗਿਣਾ ਦੇ ਸਾਨੂੰ, ਫਿਰ ਅੱਗੋਂ ਤੇ ਨਾਲ ਅਸੀਂ ਗੱਲ ਕਰਨੇ। ਕਿਉਂਕਿ ਸ਼ੁਰੂ ਤੋਂ ਜਦੋਂ ਦਾ ਆਇਆ ਨਾ ਇੱਥੇ, ਪਹਿਲਾਂ ਇਹ ਕਮੈਂਟਾਂ ਦੇ ਵਿੱਚ ਆਇਆ ਸੀ ਤੇ ਇਹਨੇ ਬੜੀ ਤੜਥਲੀ ਮਚਾਈ ਸੀ ਕਿ ਮੇਰੇ ਨਾਲ ਗੱਲ ਕਰੋ, ਮੇਰੇ ਨਾਲ ਗੱਲ ਕਰੋ, ਮੈਂ ਨਹੀਂ ਤੁਹਾਨੂੰ ਤੁਹਾਡੇ ਜਿੰਨੇ ਇਖਤਲਾਫ ਨੇ ਮੈਂ ਉਹਨਾਂ ਦਾ ਜਵਾਬ ਦਿਆਂਗਾ। ਉਹ ਜਦੋਂ ਉਹਨੂੰ ਉੱਤੇ ਚੁੱਕਿਆ ਤੇ ਇਹ ਆਏ ਬਾਏ ਛਾਏ ਇੱਧਰ ਉੱਧਰ, ਉਹਨੂੰ ਕੋਈ ਗੱਲ ਹੀ ਨਹੀਂ ਆ ਰਹੀ, ਗੱਲ ਸੁਣਦਾ ਹੀ ਨਹੀਂ ਪਿਆ, ਹਿੰਮਤ ਹੀ ਨਹੀਂ ਉਹਦੇ 'ਚ ਗੱਲ ਸੁਣਨ ਦੀ ਹੈਗੀ। ਪਹਿਲਾਂ ਉਂਗਲ ਲੈ ਲੈਂਦੇ ਨੇ ਤੇ ਮੁੜ ਕੇ ਇਹਨਾਂ ਕੋਲ ਬਰਦਾਸ਼ਤ ਨਹੀਂ ਹੁੰਦੀ। ਤੇ ਜਦੋਂ ਕੋਈ ਆਵੇ ਉਹਨੂੰ ਕਹੋ ਇੱਥੇ ਆ ਕੇ ਪਹਿਲਾਂ 72 ਫਿਰਕੇ ਪੂਰੇ ਗਿਣਾ ਦੇ, ਫਿਰ 72 नहीं जी 73, 72 नहीं 73। मिर्जे कादियानी ने अपना फिरका जमाते अहमदिया बनाने से पहले वो कहा था कि 73 फिरके बन चुके हुए हैं। वो चंद हवाले ले लें। शैतानी खज़ाइन जिल्द 4 सफ़ा 40 के ऊपर मिर्जा कादियानी कहता है, वरना ये तो जाहिर है कि इस्लाम में 73 के करीब फिरके हो गए हैं। हर यक अपने तौर पर हदीसें पेश करता है। दूसरा हवाला शैतानी खज़ाइन जिल्द 17 सफ़ा 226। मिर्जा गुलाम कादियानी कहता है, कज़्ज़ाब, दज्जाल, फ्राडिया, हरामी, खंजीर, बांदर, सुअर, गू खाने वाला। ये अभी साबित हो गया ना, मैं इसलिए कह रहा हूँ। नाराज नहीं होना, बिल्कुल नाराज नहीं होना। या तो हमारी चीजों के जवाब दे दो, या मिर्जे ने जो कुछ झूठों के बारे में कहा है वो मिर्जे के ऊपर अप्लाई होगा और हम कहेंगे, हम हक बजानब है कि हम मिर्जे को कहें। कोई कादियानी नाराज ना होवे और हमारे ऊपर अटैक ना करे, इतराज ना करे, क्योंकि हमने साबित कर दिया है कि मिर्जा कादियानी सूर भी है, खंजीर, बंदर, कुत्ता, कमीना, हरामी और नुतफा राम, गू खाने वाला, सब साबित हमने कर दिए। अच्छा, शैतानी खज़ाइन जिल्द 17 सफ़ा 226 के ऊपर कहता है, यही ज़माना है जिसमें हज़ार बिदआत और बेशुमार नापाक रसूमात और हर एक किस्म की शिरक खुदा की ज़ात और सिफात और अफ़ाल में, और ग्रोह दर ग्रोह पलीद मज़हब जो 73 तक पहुँच गए पैदा हो गए हैं। ये तो मिर्ज़ा कादियानी का ये अपना फ़िरका बनाने से पहले 73 फ़िरके पूरे हो चुके थे। समझ आई कि नहीं? आगे सुने। शैतानी खज़ाइन जिल्द 17 सफ़ा 456 है। मिर्जा कादियानी कहता है, बजुज इन चंद हदीसों के जो 73 फिरकों ने बोटी बोटी करके बाहम तकसीम कर रखी हैं, रोयत हक और यकीन कहाँ है और एक दूसरे को मुकज़्ज़ब हो। समझ आई कि नहीं? आगे कहता है शैतानी खज़ाइन जिल्द 17 सफ़ा 470 के ऊपर, और अगर मसीह मऊद तमाम बातें इस्लाम की 73 फिरका की मान लेता तो फिर किन मानों में इसका नाम हकम रखा जाता। यानी मिर्जा कादियानी अपने आप को निकाल के, यानी खुद वो मसीह मऊद का क्लेम करता है ना, वो अपने आप को या अपनी जमात को निकाल के कहता है कि 73 फिरकों की बातें मैं ये मान लेता। वो अपने आप को निकाल के, कादियानियों को निकाल के कह रहे हैं कि 73 फिरके मेरे अलावा हैं। समझ आई कि नहीं? आगे सुने। शैतानी खज़ाइन जिल्द 22 सफ़ा 44 के ऊपर कहता है, बल्कि असल बात यह है कि कुरून सलासा के बाद उम्मत मरहुमा 73 फिरकों पर मुनकसम हो गई है। मिर्जे कादियानी से पहले 73 फिरके बन गए हुए हैं, ये मिर्जा कह रहे। आगे सुनिए। कहता है शैतानी खज़ाइन जिल्द 17 सफ़ा 225 के ऊपर, लेकिन 13वीं सदी ने इस्लाम में जो नहीं 1200 वर्ष में तो सिर्फ 73 फिरके इस्लाम के हो गए थे। 73 फिरके वो कहते हो गए हुए हैं। हाँ, ये चंद हवाला जात काफ़ी हैं, जबकि हदीस कौन सी है? हदीस नबी आलम सल्लल्लाहु अलैहि वसल्लम की है, जिसका मफहूम ये है, हजूर अलैहिस्सलाम ने फरमाया कि यहूदी जो थे वो 71 फिरके हो गए थे, उनमें से एक जनती तो 70 जन्मी। ईसाई जो थे वो
72 फिरकों में मुनकसम हो गए थे, तो उनमें से एक जनती 71 जन्मी। मेरी उम्मत के भी हजूर ने फरमाया 73 फिरके हो जाएंगे, उनमें से एक जनती होगा, 72 जन्मी होंगे। ये है हदीस। तो अब 74 फिरकों वाली तो कोई हदीस नहीं है। 73 तो पहले बन गए, एक फिरका मिर्ज़े कादियानी ने बनाया, ठीक है। और मिर्ज़े कादियानी ने जो फिरका बनाया, और मैं उसके भी हवाले दे देता हूँ। अब सुनिएगा, मिर्ज़े ने जो फिरका बनाया उसके हवाला जा। शैतानी खज़ान जिल्द 13 सफ़ा 343 के ऊपर वो कहता है, मुसलमानों के तमाम फिरकों में से गवर्नमेंट का अव्वल दर्जा का वफादार और जानसार यही नया फिरका है जिसके असूलों में से कोई असूल गवर्नमेंट के लिए ख़तरनाक नहीं। तो यानी अंग्रेज़ों का वफादार और ख़ुद काश्ता अंग्रेज़ों का जो फ़िरका था वो है जमात अहमदिया, और ये एक नया फ़िरका है, और 73 पहले बन गए, तो कितने हो गए? 74। अब 74 फिरकों वाली हदीस कौन सी है? वो हदीस हमें चाहिए। आगे सुने, शैतानी खज़ान जिल्द 13 सफ़ा 337 के ऊपर कहता है, चूंकि मुसलमानों का एक नया फिरका जिसका पेशवा और इमाम और पीर ये राकिम है, राकिम कहते हैं लिखने वाला, यानी मिर्ज़ा कादियानी अपने आप को खुद कह रहा है कि मैं एक नया फिरका लॉन्च कर रहा हूँ, और नीचे लिखा हुआ है कि करीन ने मसलत समझा कि इस फ़िरका जदीदा और नीज़ अपने तमाम हालात से जो इस फ़िरका का पेशवा हूँ हजूर लेफ्टिनेंट गवर्नर बहादुर को आगाह करो। तो ये फ़िरका जदीदा खुद जमात अहमदिया जो बनाई फ़िरका जदीदा, और इसका पेशवा और इमाम मिर्ज़ा कादियानी खुद है, इस हवाले से साबित हुआ। आगे कहता है शैतानी खज़ान जिल्द 15 सफ़ा 493 के ऊपर, और ये नया फ़िरका मगर गवर्नमेंट के लिए नहायत मुबारक फिरका, ब्रिटिश इंडिया में, यार माइक के ना म्यूट करो यार, माइक के ना म्यूट करे आज भाई। फिरका ब्रिटिश इंडिया में जोर से तरक्की कर रहा है। हाँ जी, तो ये तो 74 फिरकों वाली हदीस कौन सी है भाई? पहले तो मुझसे ये पूछे ना। चलो 73 वाली तो है, 73 वाली तो है, उसको हम मानते हैं। अब तो 74 हो गए बकौल मिर्ज़े कादियानी के 73 पहले बन चुके हुए थे, एक इसने आके नया फिरका लॉन्च किया, तो कितने टोटल हो गए? 74। और फिर कादियानी फिरकों के अंदर से अब कोई 100 के करीब फिरके बन गए हैं। तो ये तो बन गया कितने, समझ लो कि 100 फिरका कादियानियों का कर लो, तो मान लेते हैं 73 फिरके मुसलमानों के, तो 173 हो गया। अब ये 173 फिरकों वाली कौन सी हदीस है, वो भी बताओ ना हमें जी, बस बात करें। अस्सलाम वालेकुम। हेलो हाँ साहब, हेलो। तेरी आवाज नहीं सही आ रही, तेरे माइक का मसला है। मैं माइक म्यूट किया है, बोलोगे भी तो कुछ, मैं माइक म्यूट किया है, चेक भी कर लिया करो, वेख भी लिया करो बंदा किस स्टेटस से वे इस टाइम। हेलो अस्सलाम वालेकुम। हेलो, आवाज आ रही है, बोल बोल, सुनते पहले मुफ्ती साहब। जिया भाई कमेंट खोल दे फिर होना, जिन्होंने मसला ही हो रहा को नहीं। इन्ना लिल्लाहि व इन्ना इलैहि राजिऊन। अस्सलाम वालेकुम। वालेकुम सर जी आप बैठे हैं, मेरा नमाज का टाइम हो गया, मैं बस 15 मिनट में आता हूँ। ठीक है ठीक। हाँ भाई कोई है, कोई आओ भाई, सामने आओ भाई। कोई कादियानी, कोई मरज़ई, मिर्ज़ा जूनियर जेलमी वाला मरज़ई, मिर्ज़ा सीनियर वाला कादियानी, आओ भाई सामने आओ भाई, करिए गल कोई, अपने अपने बाबे नूं कोई सच्चा भी साबित करो। आ जाओ नेड़े लगो।
ਇਸ ਟਾਈਮ ਤੇ ਕੋਈ ਨਹੀਂ ਨਜ਼ਰ ਆਉਣ ਡਿਆ। ਨਹੀਂ ਆਣਗੇ ਹੌਲੀ ਹੌਲੀ ਖਾਰਿਸ਼ ਹੁੰਦੀ ਹੈ ਇਹਨਾਂ ਨੂੰ, ਤੇ ਜਦੋਂ ਖਾਰਿਸ਼ ਹੋਏ ਨਾ ਤੇ ਉਹ ਫਿਰ ਉਦੋਂ ਹੁੰਦੇ ਇੱਕਦਮ ਨਹੀਂ ਆਣਗੇ, ਜਦੋਂ ਖਾਰਿਸ਼ ਹੋਏਗੀ ਉਦੋਂ ਆਣਗੇ। ਇੱਕ ਹਾਰਟ ਸਟੋਨ ਆਇਆ, ਹਾਰਟ ਸਟੋਨ ਅਗਰ ਸੁਣਨ ਡਿਆ ਤੇ ਆਇਆ ਉੱਥੇ। ਅੱਛਾ ਉਹ ਨਾ ਆਂਦਾ ਸੀ ਪਿਆ ਕਿ ਹਦੀਸ में आया है जी तुम बंदर सूअर खंजीर हो, ਉਹ ਕਰਜ਼ ਸੀ ਮੇਰੇ ਉੱਤੇ, ਉਹ ਕਰਜ਼ ਮੈਂ ਤੇਰਾ ਚੁਕਤਾ ਕਰਦੇ ਆ, ਕਿਉਂਕਿ ਅਸੀਂ ਧਾਰ ਨਹੀਂ ਰੱਖਦੇ ਹੁੰਦੇ, ਧਾਰ ਤੇ ਰੱਖਣਾ ਹੀ ਨਹੀਂ ਨਾ। ਅਖਬਾਰ ਹੈ ਜਨਾਬ ਇਹਨਾਂ ਦਾ ਅਲ ਫਜ਼ਲ ਅਖਬਾਰ, और 24 जनवरी 1935 का शुमार है, 24 जनवरी 1935 का शुमार है। उसके अंदर ये इनका जो खलीफा है, ये जब मदरसे में जाता है ना, कादियानियों के मदरसे में, कादियानी मदरसे में, तो वहाँ जाके वो जब मुरब्बियों को देखता है तो उनको कहता है तुम तो सूर हो, सूर और खंजीर हो तुम। हैं खुलासा ये है, पूरी इबारत मेरे सामने खुली है, कोई कादियानी कहेगा तो हम पढ़ के सुना देंगे। सूर और खंजीर। फिर एक और, चलो एक और रोया भी मैं पेश कर दूं ना। मिर्जा गुलाम कादियानी ने ख्वाब के अंदर एक यानी एक ख्वाब देखा उसने, और उस ख्वाब की ताबीर खुद मिर्जा कादियानी ने ये निकाली कि जनाब मेरी जमात के जो लोग हैं ना वो बंदर सुअर खंजीर हैं, ठीक है। तो हवाला जो है वो जब किसी को चाहिए होगा तो वो हम दे देंगे इंशाल्लाह, हमारे पास मौजूद है। तो ये उधार था मेरे ऊपर जो मैंने चुकता कर दिए। पहले अपनी मंजी थले दे डंगोरी फैलो, फिर सानू आके क्या जे। जी जनाब जाबर साहब, अस्सलामुअलैकुम। वालेकुम सलाम। मुफ्ती साहब क्या हाल है, ठीक ठाक है जी? शुक्र है अल्लाह का। ਤੁਹਾਡੇ ਸ਼ੋਰ ਆ ਰਿਹਾ ਵੇ, ਜਲਦੀ ਜਲਦੀ ਆਪਣੀ ਗੱਲ ਕਹਿ ਕੇ ਤੇ ਮਾਈਕ ਮਿਊਟ ਕਰ ਲਓ। ਸਰ ਜੀ ਗੱਲ ਕੀ ਕਹਿੰਦੀ, ਇਹਨਾਂ ਨੂੰ ਸਮਝਾਉਣ ਵਾਸਤੇ ਨਾ ਉਹ ਕਹਿੰਦੇ ਨਾ ਕਿ ਊਂਠ ਨੂੰ ਗੱਡੀ 'ਚ ਪਾਣਾ, ਇਹਨਾਂ ਨੂੰ ਸਮਝਾਉਣਾ ਇੱਕ ਬਰਾਬਰ ਹੈ, ਠੀਕ ਹੈ ਨਾ ਜੀ। ਤੇ ਇਹ ਇਹਨਾਂ ਨੂੰ ਨਾ ਬਲਕਿ ਜੁੱਤੀਆਂ ਨਾਲ ਸਮਝਾਉਣਾ ਅੱਛਾ ਬਣਦਾ ਵਾ, ਇਹ ਗੱਲਾਂ ਨਾਲ ਨਹੀਂ ਸਮਝਦੇ। ਉਸ ਦਿਨ ਵੀ ਇਹਨਾਂ ਨੇ ਇੱਥੇ ਮਤਲਬ ਕਿ ਗੱਲ ਹਜ਼ਰਤ ਈਸਾ ਅਲੈਹਿਸਲਾਮ ਦੀ ਇਹਨਾਂ ਨੇ ਕੀਤੀ, ਇਹਨਾਂ ਨੂੰ ਜਦੋਂ ਦੱਸਿਆ ਸਮਝਾਇਆ ਤੇ ਇਹਨਾਂ ਨੇ ਅੱਗੋਂ ਨਾ ਮਤਲਬ ਉਲਟ ਲਫ਼ਾਜ਼ ਬੋਲਣਾ ਸ਼ੁਰੂ ਕਰ ਦਿੱਤੇ ਕਿ ਨਹੀਂ ਜੋ ਇਸ ਤਰ੍ਹਾਂ ਸੀ। ਉਹ ਇਹਨਾਂ ਨੂੰ ਇਹ ਕਹੋ ਨਾ ਕਿ ਮਿਰਜ਼ਾ ਕਾਦੀਆਨੀ ਨੇ PIA ਦਾ ਜਹਾਜ਼ GT ਰੋਡ ਤੇ ਇੱਕ ਹੱਥ ਨਾਲ ਘੁਮਾਤਾ, ਇਹਨਾਂ ਨੇ ਕਹਿਣਾ ਜੀ ਹਲਾਮ ਹੋਇਆ ਸੀ ਜੀ ਉਹਨਾਂ ਨੂੰ। ਉਹ ਠੀਕ ਠਾਕ ਹੋ, ਸਿਹਤ ਦੀ ਬਹੁਤ ਮਿਹਰਬਾਨੀ, ਸ਼ੁਕਰੀਆ ਜੀ। जी अल्लाह ठीक हो गया। अब देखो मैं नीचे बैठ के सुन रहा था तो मैंने कहा चलो यार अब जाते हैं। मैंने फिर कॉल डाली तो जिया भाई ने कॉल एक्सेप्ट कर ली। मैं अभी आया ही हूँ, वो तेरी गैर कादियानियों की आग लग गई। ओ फड़ो और नसो भजो, हद ही हो गई है यार। ये दबो ना जवाब दबो। मिर्जा कादियानी तो कहता था मेरे फिरके का लोग इल्म और मार्फत में वो कमाल हासिल करेंगे हैं कि दलाइल और निशानों की रूह से सबका मुंह बंद कर देंगे। कड्डो ना दलाइल ते वो किथे जे। ये हवाला है रूहानी खज़ाइन जिल्द 20 सफ़ा 409। ये मिर्जे ने कहा दबो ना दलाइल, साडे मुंह बंद करो ना दलाइल दे नाल। तुसीं ते गप्पां दे नाल मुंह बंद करदे हो पे, कहानियां सुना सुना के अगले बंदे को बोलने नहीं देते। ये बदतमीजियां करना का नाम मिर्जे ने रखा था, मुंह बंद करना है। दबो ना दलाइल, किथे जे दलाइल, निकलो बाहर कादियानियों। गप्पा मारनियां सिखियां ने, बस गप्पा मार के रखो, ठोक के रखो ते अगले नूं बोलन ना दिओ। बस एदा नाम तुसां मुनादरे रखे ने, फिर तुसां ही जाके ना अपनियां बराडां दे कहना ओ मैं मौलवी नूं बोलन नहीं दिता, मैं
ਮੌਲਵੀ ਦੀ ਬਹਿਜਾ ਕਰਾ ਦਿੱਤੀ। ਉਹ ਮੌਲਵੀ ਕੋਲ ਇੱਕ ਲਫ਼ਜ਼ ਨਹੀਂ ਸੀ ਬੋਲਣ ਦਾ ਹੈ। ਉਹ ਤੁਸੀਂ ਬੋਲਣ ਦਵੋ ਤੇ ਮੌਲਵੀ ਬੋਲੇ ਦਾ। ਬੋਲਣ ਤੁਸੀਂ ਦਿੰਦੇ ਕੋਈ ਨਹੀਂ ਤੇ ਮੌਲਵੀ ਕੀ ਬੋਲੇ ਫਿਰ। ਮਿਰਜ਼ੇ ਕਾਦੀਆਨੀ ਨੇ ਸੱਚ ਕਿਹਾ ਸੀ ਯਾਰ, ਹਯਾਤੇ ਅਹਿਮਦ जिल्द अव्वल सफ़ा 350 ਦੇ ਉੱਤੇ, झूठे आदमी की ये निशानी है कि जाहलों के रूबरू तो बहुत लाफ गजाफ मारते हैं, मगर जब कोई दामन पकड़ कर पूछे कि जरा सबूत देकर जाओ तो जहां से निकले थे वहीं दाखिल हो जाते हैं। जहां से निकले थे वहीं दाखिल हो जाते हैं। तो ये मुरब्बी साहब अभी आए थे तो वो जहां से निकले थे वहीं दाखिल हो गए हैं। ये मिर्जे ने कहा है, मैंने नहीं कहा। हाँ जी, जहां से निकले थे वहीं दाखिल हो जाते हैं। नेड़े लगो कादियानी, नेड़े लगो है। और चल कादियानी मुरब्बी अब्दुल्ला है भाई, आजा आजा यार, काल पा मुरब्बी, काल आई है भाई, काल आई है। ये पता नहीं कौन है, ये देखो खान साहब ने। जी अस्सलाम वालेकुम जी खान साहब। मुफ्ती साहब उस्ताद मोहतरम अस्सलाम वालेकुम। मैं समझो दूसरे बंदे की कॉल है। नहीं आपने कॉल, वो अब्दुल्ला ने तो कॉल डाली नहीं। कॉल डाल यार अब्दुल्ला मुरब्बी, आ जा यार, आजा मिर्जे कादियानी दी तंबी लथ दी जे पई, ओ तंबी उच्ची करो जाके। आ जाओ कोई लोहे का पैंपर सवा के लियाओ, मिर्जे नूं पवाओ, लथे ही ना। मौलवी जिन्ना भी लाए ते ओ ना लोहे का पैंपर ला के ना मिर्जे कादियानी नूं ते कोई ताला ला के ते चाबी सुट दिओ छप्पड़ दे विच, कादियान दे छप्पड़, ताकि वो तंबी लथे ही ना, पैंपर ला ही ना सके मौलवी। इंज करिया करो। तो लोहे दे पैंपर सवा लो जल्दी जल्दी। क्यों जी खान जी? मुफ्ती साहब ये जो है तो जहाँ से निकले वहीं घुसेंगे, मिर्जा साहब की बात है। ये निकल आप यार छा नहीं सकते, इनको हमने देख लिए। मैं तो अभी नए ये ना खान जी जब ये डिबेट के लिए आती है ना तो माँ का गेट वो खोल के आती हैं। डिबेट पे आने से पहले गेट खोल के आते हैं ते पीछे वेंदे रहंदे ने, पीछे इंज करके वेंदे रहंदे, गेट खुला है कि बंद हो गया है, जल्दी जल्दी दस के ते वो गेट च बन जाएगी हैं। चल रहे हैं। अब्दुल्ला मुरब्बी जो है ना वो अभी अपनी माँ का गेट खोलने की कोशिश कर रहा है, जब खुल जाएगा तो फिर आएगा अब मुनाजरे के लिए आएगा, क्योंकि इसने भी दौड़ के पीछे ना घुसना है, उधर ही दाखिल होना है। चला काल पा मेरा पुत्र, काल पा सामने इनके पास कयामत तक है। मुफ्ती साहब जुमला पूरा बोला करें। हाँ जी जुमले ऐसी पूरी बोल रहे हैं खान जी। वो अभी तलवार की, तीरों की और नेज़ों की जो जंग है वो तो अब ख़त्म हो गई है। हमने वो तलवार, तीरें, कमाने ये रखी हुई है, इसके ज़रिए इनको काटेंगे। मन सब्बा नबियन फ़क्तुलू, इस ज़ुबान के ज़रिए काटेंगे इनको, ऐसी की तैसी इनकी। कट चुके हैं मुफ्ती साहब, आपने पिछले 25 साल से इनको काट के रख दिए। इनकी नस्लें भी आपको याद रखेंगी जी इंशाल्लाह। इंशाल्लाह खान साहब। इनकी नस्लें भी याद रखेंगी और हमारी भी याद रखेंगे मुफ्ती साहब। जो हम लोग इनके सामने इन बाहर ममालिक में, कनाडा में, जर्मनी में, इनके सामने हम आपकी वजह से जी सकते हैं, क्योंकि जो आपने जो इनको बेनकाब किया ना, ये तो यही मुसलमानों का लिबादा ओढ़ के रखते थे। यही ऐसे ही बिल्कुल ऐसे ही।
आज होली स्पिरिट साहब आए थे रात को, तो वो जो बंदा नहीं था उस दिन, वो आपके साथ जो हदीस नहीं पढ़ सक रहा था, तो वो होली स्पिरिट को बोल रहा है कि मेरे साथ मुनाजरा करो। मैंने होली स्पिरिट साहब को बोला, मैंने कहा डॉक्टर साहब ये उस दिन मुफ्ती साहब से भी भागे, तो वो आगे से नीचे खुद ही कमेंट लिखते हैं कि मुफ्ती साहब उसका उर्दू तर्जुमा नहीं लगा। अच्छा ये खान साहब, ये एक कादियानी मुरब्बी साहब लिख रहे हैं कि किधर खुश हो रहे हो मुफ्ती। असल में मैं खुश हो रहा था, वो मैंने इबारत अभी पढ़ रहा था, मिर्ज़े कादियानी का पछवाड़ा लीक हो गया, तो 16 दिन तक उसके पछवाड़े से खून आ रहा था, तो मैं खुश हो रहा था यार, वाह किड्डा मुकद्दस पछवाड़ा सी मिर्ज़े कादियानी। रूहानी खज़ैन जिल्द भाई, ਹੁਣ खुश हो, तुम भी हो मेरे नाल खुश हो। रूहानी खज़ैन जिल्द 22 सफ़ा 246, निशान नंबर 85। 16 दिन तक बखाना की राह से खून आता रहा, सख्त दर्द था जो बयान से बाहर। ए पढ़ के मैं खुश हो रहा सी। तू भी दंदियां काटो, काटो के दंदियां काट नहीं रसी आंदा है कुछ ना पे की पड़ी वाले शादी फिर तत्ते तक तो बिठाता जी। हां ते और नहीं, इन्हां दी दुम ते पैर रखना है, पैर नहीं चुकना। अच्छा मुर्तजा भाई है। अच्छा शाह जी, मैं माजरत चाहना जा भाई, ਇਹਦੇ ਨਾ ਟਵੀਟ ਕੀਤੀ ਸੀ ਇਹਨੇ ਮੀਰ ਸਲੀਮ ਨੇ ਨਾ, ਇਬਤਿਸਾਮ ਲਾਈ ਨਹੀਂ ਆਪਣਾ ਪਾਕਿਸਤਾਨ ਵਾਲੇ ਹਦੀਸ ਦਾ ਜਿਹੜਾ ਕੋਈ ਵੱਡਾ ਮੌਲਵੀ ਹੈ, ਉਹਦੇ ਲਾ ਕੇ ਨਾ ਸਕਰੀਨਸ਼ਾਟ ਕੇ ਮੈਨੂੰ ਇਹਨੇ ਬਲੌਕ ਕਰ ਦਿੱਤਾ, ਤੇ ਮੈਂ ਉਹਦੇ ਰਿਪਲਾਈ 'ਚ ਨਾ ਟਵੀਟ ਕਰ ਆਇਆ ਉਹਨੂੰ ਕਿ ਅਗਰ ਹਿੰਮਤ ਹੈ ਹੀ ਰਜ਼ੀ ਮੁਰੱਬੀ ਅੰਸਰ ਰਜ਼ਾ ਜਾਂ ਤੇਰੇ 'ਚ ਹਿੰਮਤ ਹੈ, ਚੈਲੰਜ ਕਰਨਾ ਤੁਹਾਨੂੰ, ਜਿਹੜਾ ਪਲੇਟਫਾਰਮ ਆਖੋਗੇ ਉੱਥੇ ਬਹਿ ਕੇ ਆਮਰ ਨਜ਼ੀਰ ਗੁੱਜਰ, ਜ਼ਿਆ ਰਸੂਲ ਅਮੀਨੀ, ਮੁਫਤੀ ਮੁਬਸ਼ਰ, ਜਿਨ੍ਹਾਂ ਦੇ ਸਾਹਮਣੇ ਆਖੋ ਆ ਜੋ ਇੱਕੋ ਬੰਦਾ ਹੋਏਗਾ, ਭਾਵੇਂ ਤਿੰਨੋਂ ਤੁਸੀਂ ਆ ਜਾਓ, ਮਿਰਜ਼ਾ ਸੱਚਾ ਸਾਬਤ ਕਰਕੇ ਵਿਖਾ ਦਿਓ। कौन है? आ जाओ जी भाई जी आमिर भट्ट साहब जी। अस्सलाम वालेकुम। वालेकुम अस्सलाम सर, मैं ਤੁਹਾਡਾ ਬਹੁਤ ਵੱਡਾ ਫੈਨ ਆ ਜੀ। ਮੈਂ ਅਸਲ ਬਰਾਡ ਤੇ ਮੈਂ ਨਾ 3-4-5 ਦਿਨ ਹੋ ਗਏ ਨੇ, ਤੇ ਮੈਂ ਤੁਹਾਨੂੰ ਦੇਖ ਕੇ ਹੈਰਾਨ ਹੋ ਗਿਆ। ਮੈਂ ਮੁਬਸ਼ਰ ਸਾਹਿਬ ਆਏ ਨੇ ਤੇ ਮਾਸ਼ਾਅੱਲਾ ਤੁਸੀਂ ਬੜਾ ਅੱਛਾ ਡਿਫੈਂਡ ਕਰਦੇ ਹੋ। नहीं शाह जी, ये नूर मोहम्मद हटक दा एक और कादियानी मुरब्बी साहब मैसेज कर रहे हैं कि मुफ्ती साहब आपकी तो लड़कियों के साथ बड़ी दोस्ती है। शाह जी यार एक मिनट नजब भाई, मैं जवाब दे रहा हूं कि तुसी मैनू मसीह मौत समझ ले हैं यानी हर बंदे हर मौलवी ना मसीह मौत समझ लेंदे ने कादियानी। हां जी शाह जी, पहला सुन लवो, आगे ने ओ खुद आगे ने कलमे खुद। ए नूर मोहम्मद हटक तुरबत वाला जड़ा सी ना, जिन्हें इमाम मादी दा दावा कीता है, ओदा मुरीद है जी। एक मिनट या हो उन्हां दी मुरीद। हां जी तुसी मैनू मसीह मौत समझ लिया भाई। और जिवें मिर्ज़ा कादियानी दियां दोस्तियां सन कुड़ियां दे नाल, तुहाड़ियां मावां भैणां दे नाल। मुफ्ती साहब पिछले दिन मैं किसी ब्रॉड पे गया था तो आपकी तस्वीर लगा हुआ था कि ये कुछ नेक काम करके। अच्छा ये लगा तो हुआ था तस्वीर, तो ये जो तस्वीर लगा हुआ है इसके बारे में थोड़ा सा बताओ ना हमें। ये वाला तस्वीर ये लगाने लगा हूँ मैं अभी, तस्वीर लगाने लगा हूँ मैं। तो ये बताओ ना जरा, ये क्या माजरा के क्या रोल है ये? हाँ जी ये क्या रोल है, ये क्या रोला क्या है ये? हूं दंदियां कड्डो दंदियां। गेट खोल के आए हो कि नहीं अम्मी जी दा? तू तो वापस दाखिल हो रहे होते। दंदियां होंदी कर ददिया कट ददिया पुत्र। यानी इसको आप क्या समझते हैं, ये वो बदला है? हाँ तो और की है। आओ जिंज दा मुंह उंज दी चपेड़
ਸ਼ਾਹ ਜੀ ਇਹ ਮਰਦਈ ਨਹੀਂ ਜੇ ਆਹੋ ਉਹ ਹੀ ਲੱਗਦਾ ਪਿਆ ਕਰਤੂਤਾਂ ਤੋਂ। ਨਹੀਂ ਸ਼ਾਹ ਜੀ ਇਹ ਨੂਰ ਮੁਹੰਮਦ ਹਟਕ ਤੁਰਬਤ ਵਾਲਾ ਜਿੰਨਾ ਉਹਨੇ ਵੀ ਇਮਾਮ ਮਾਦੀ ਹੋਣ ਦਾ ਦਾਅਵਾ ਕੀਤਾ ਸੀ। ਉਹ ਹੀ ਨਾ ਜੀ ਨਜਬ ਭਾਈ ਇਹ ਸਭ ਦੀਆਂ ਕਰਤੂਤਾਂ ਇੱਕ ਨੇ ਨਾ, ਨਾਮ ਬਦਲ ਕੇ ਹੁੰਦੇ ਨੇ ਤੇ ਕੀ ਟੈਨਸ਼ਨ ਹੈ, ਕਰਤੂਤਾਂ ਇੱਕ ਨੇ ਨਾ, ਕਰਤੂਤਾਂ ਇੱਕ ਨੂੰ ਸਾਰੀ ਕਾਦੀਆਨੀ ਨੇ ਨਾ, ਅਸੀਂ ਤੇ ਸਾਰੇ ਨੂੰ ਇੱਕ ਲਾਈਨ ਚ ਖਿਲਾ ਰਹੇ ਹਾਂ। ਹਾਂਜੀ ਬੋਲੋ ਨਾ, ਹੁਣ ਕੀ ਹੋ ਗਿਆ? ਬੋਲਤੀਆਂ ਬੰਦ ਹੀ ਹੋ ਗਈਆਂ ਜੇ, बोलतियाँ तो बंद होंगे ना, आप इस तरह की तस्वीरें दिखाओगे तो सबूत के साथ, तो फिर बोलतियाँ तो बंद ही होंगे ना। बंद हो गई है, खोल लो फिर। कि चाबी तो नहीं किधर सुट छड़ी? चाबी तो नहीं जे सुट छड़ी। हेलो फिर चस लवो फिर केले लैन वाली सीरतुल महदी सफा 214। ਇਹ ਬਰਕਤ ਬੀਬੀ ਰੰਡੀ ਜਿਹੜੀ ਸੀ ਮਿਰਜ਼ੇ ਕਾਦੀਆਨੀ ਕੋਲ ਕੇਲੇ ਲੈ ਰਹੀ ਸੀ, ਇਹ ਕੀ ਰੋਲਾ ਕੀ ਹੈ ਯਾਰ? ਇਹ ਬਰਕਤ ਬੀਬੀ ਕੁਝ ਲੱਗਦੀ ਤੇ ਨਹੀਂ ਸਾਜੇ ਤੁਹਾਡੀ। ਹੈਲੋ ਉਹ ਭਾਈ ਜੀ ਨੇੜੇ ਹੋਇਆ ਜੇ। ਹੈਲੋ ਉਹ ਮਾਈਕ ਪੱਟੋ ਹੁਣ। ਲੈ ਉਹ ਖਾਨ ਸਾਹਿਬ ਥੱਲੜੇ ਜਿਹੜੇ ਖਾਨ ਸਾਹਿਬ ਨੇ, ਖਾਨ ਸਾਹਿਬ ਉਹ ਯਾਰ ਜਿਹੜੇ ਥੱਲੇ ਬੈਠੇ ਨੇ, ਖਾਨ ਜੀ ਬੋਲੋ ਯਾਰ ਤੁਸੀਂ। ਉਹਦਾ ਖਾਨ ਸਾਹਿਬ ਗਏ ਨੇ ਕਿਧਰੇ, ਉਹ ਕਰੋ ਯਾਰ ਇਹਦੇ ਨਾਲ ਗੱਲ ਕਰੋ ਯਾਰ। ਕਰੋ ਯਾਰ ਕੋਈ ਗੱਲ ਕਰੋ ਇਹਦੇ ਨਾਲ ਭਾਈ, ਮੈਂ ਮਾਈਕ ਮਿਊਟ ਕਰਨ ਲੱਗਾ। ਇਹ ਜਿਹੜਾ ਪਾਕ ਵਾਲਾ ਵੇ, ਇਹ ਮਿਰਜ਼ਾ ਮਸਰੂਰ ਆਪ ਹੈ ਜਾਂ ਕੌਣ ਹੈ? ਕਿਹੜਾ ਮਿਰਜ਼ਾ ਮਸਰੂਰ ਅਹਿਮਦ ਹੈ? ਕੋਈ ਜਵਾਬ ਦੇ ਸਕਦਾ ਭਾਈ? ਇਹ ਮਸਰੂਰ ਅਹਿਮਦ ਇਹ ਬਸ ਹੁਣ ਜੀ ਇਹ ਸੱਜੇ ਖੱਪੇ ਜਿਹੜੇ ਹੁੰਦੇ ਨੇ ਨਾ ਲਟਕੇ ਉਹ। ਅੱਛਾ ਮੈਂ ਸਮਝਿਆ ਕਿ ਉਹਦੀ ਆਵਾਜ਼ ਵੀ ਉਹ ਹੰਜ਼ੀਰ ਆ ਰਹੀ ਨਾ, ਮੈਂ ਸਮਝਿਆ ਕਿ ਉਹ ਹੀ ਹੈ ਸ਼ਾਇਦ। ਯਾਰ ਬਰਾੜ ਅੱਗੇ ਚਲਾ ਕੇ ਰੱਖੋ ਭਾਈ, ਮੈਂ ਜ਼ਰਾ ਮਾਈਕ ਮਿਊਟ ਕਰਤਾ ਹੈ, ਸਾਰੇ ਚੁੱਪ ਹੋ ਜਾਂਦੇ ਹੋ ਯਾਰ। ਕੀ ਇਹ ਤੁਹਾਡੇ ਕੋਲ ਲਫ਼ਜ਼ ਨਹੀਂ ਹੈ ਬੋਲਣ ਵਾਸਤੇ? नहीं मुफ्ती साहब, हमें पहले आपने जो ना 1-2 महीना अपना चेहरे बना के रखना, उसके बाद हम आपसे सीख लेंगे। अच्छा ये हफीज साहब आप क्या अहमदी हो आप? मुझे अभी तक नहीं, मुझे तो अभी तक पता नहीं है अहमदी क्या है, ये क्या है, टोपी जामा मेरी समझ से बाहर है। अभी आप लोग मुझे बताओ हकीकत में कौन ठीक है, मैं वही बन जाऊंगा। हफीज साहब ये तो बताएं, नूर मोहम्मद हटक उसका क्या दावा था, उसने किया क्या है? मतलब यकीन मानिए जी मैं उनके बारे में मुझे इतना जानकारी नहीं है, और मैं ना ही उनके बारे में जानना चाहता हूँ, क्योंकि जब कोई चीज़ को मेरा दिमाग रिजेक्ट करता है तो फिर ना मैं उसके बारे में सोचता हूँ, ना ही मैं उसकी तरफ ध्यान देता हूँ। नहीं तो मतलब आपने उस दिन बड़ा उसको डिफेंड किया था, तो मैं इस वजह से पूछ रहा था कि शायद आपके पास मैंने जो 2-3 जुमले बयान किए थे, मैंने वो सुने थे सरसरी की किसी से, तो मैंने वो बयान किए। मतलब आप उस पर बिलीव नहीं रखते? बिल्कुल भी नहीं, जिस चीज़ का वजूद ना उस पर बिलीव क्या रखते। और बहाउद्दीन अच्छा जी वो कौन है जो बहाउद्दीन ज़करिया ही है ना, एक वो भी है, उसने भी दावा किया। बहाउल्लाह ईरानी नहीं बहाउल्लाह वो तो भाई भाई मजहब वाला ना, वो इनसे पहले का हंजीर है वो।
وہ نور محمد ہٹک ہے شاہ جی، ایک نا تربت بلوچستان میں، اس نے بھی دعویٰ کیا ہوا ہے امام مہدی کا. تو یہ فیض صاحب آئے تھے تو اس دن انہوں نے کہا کہ اس نے وہ یہ کر دیا، اس نے وہ کر دیا. تو میں نے کہا یہ بھی انہیں کوئی ٹائم آئے گا کہ ان کو بھی پکڑنا پڑے گا مردیوں کی طرح. لیکن آج تو فلی ڈینائی کر رہے ہیں کہ میں اس کو یار یہ نجف صاحب یہ سارے ایک میں ایک ہیں یار، دکانیں الگ الگ کر لی ہیں. مرزا جونیئر جیل میں بھی بیچ میں شامل ہے، یہ سب بھی ایک ہیں میرے بھائی. دکانیں بس الگ الگ کی ہوئی ہیں ان لوگوں نے، اور ہر ایک دوسرے کی تذلیل کر رہا ہے، اس کے لعنت ڈال رہا ہے. بس یہ ہے سارے ایک میں ایک ہی ہیں. یہ کون آئے ہیں جی؟ مبشر صاحب بولیں جی. جی مفتی صاحب السلام علیکم، کیا حال ہے؟ ٹھیک؟ وعلیکم السلام جی. کی کریں بات سن رہے ہیں ہم چھری ہوئے گال تے تان جی. میں کی کریے کوئی چھری ہوئے گال تے بندہ کرے نا، کنیا نے دا نہیں رہے تے گل کی کرنی ہے انہاں دا. مبشر جٹ شاہ جی یہ بھی اسٹوڈنٹ نے، یہ بھی سمجھ لو کہ انہاں چیزاں دے بارے سمجھ رہے ہیں. تے حفیظ صاحب چھوٹی سی گزارش ہے کہ کلمہ کیسے پڑھتے ہیں؟ مطلب آپ کلمہ کیا ہے؟ کلمہ کیا ہے؟ ہیلو جی جی کلمہ کیا ہے؟ کلمہ کیا ہے؟ کلمہ کس کو کہتے ہیں؟ سمجھ میں نہیں آ رہا. حفیظ تمہارا دین مذہب کون سا ہے؟ میں وہی تلاش کر رہا ہوں، جہاں اچھا سا ملے گا وہی پکڑ لوں گا. ابھی نہیں ہے نا، ابھی تو کافر ہو نا تم، ملحد ہو. نہیں کافر بھی میں نہیں کہہ سکتا، میں یہ کہہ سکتا ہوں کہ کوئی خالق تم ہے، نہ کوئی. کہو، ہم کہہ دیتے ہیں. تم نہ کہو، ہم کہہ دیتے ہیں. ہاں تو تمہارے کہنے سے تو کچھ نہیں ہوگا، میں آپ کو کہہ دوں گا تو آپ ہو جاؤ گے. بالکل کچھ نہیں ہوتا بالکل. اچھا تو پھر کیا تلاش کر رہے ہو بتاؤ؟ میں دیکھ رہا ہوں کون سا جو دین حقیقت پر ہو اسی کو تلاش کر کے پکڑ لوں گا. ابھی سمجھ میں نہیں آ رہا ہے، 50 دین ہے تم لوگ کے، 50 سسٹم ہے تم لوگ کے، سمجھ میں نہیں آتا حقیقت کون سے. اچھا تو ابھی تک تم کچھ نہیں ہو، ایسا ہی ہے؟ ابھی تک میں تلاش میں ہوں، کچھ نہیں ہوں تو یہ نہیں ہوگا، تلاش میں ہوں، کچھ ہوں. تلاش میں، ٹھیک ہو گیا. یعنی ابھی ہم تمہیں کہہ سکتے ہیں کہ تم ملحد ہو، ٹھیک ہے؟ بالکل بھی نہیں کہہ سکتے. ملحد کیسے آپ مجھے کہہ سکتے؟ ملحد تو اس کو آپ کہتے ہیں جو کسی چیز کا انکار کرتا ہو. میں تلاش میں ہوں اچھا چیز کی. یہ کیا میں ابھی اچھا میں آپ کی بات قبول کر لوں. بات سن، اگر میں آپ کی بات قبول کر لوں، آپ پتہ نہیں کون سے فرقے سے ہو، کیا میں پھر ملحد سے نکل جاؤں گا؟ خیال کرو. اچھا ٹھیک ہے، اچھا بتا دیں ایک منٹ. بات یہ ہے کہ جو بندہ یہ کہتا ہے نا کہ میں تلاش کر رہا ہوں، مجھے ابھی حقیقت کا نہیں پتا، اسی کو ایتھیسٹ کہتے ہیں، ملحد کہتے ہیں، دہریہ کہتے ہیں. سمجھ آئی کہ نہیں؟ اچھا جو ہندو بن جاتا ہے، اچھا جو ہندو بن جاتا ہے تو اس کو کیا کہتے ہیں؟ جو کرسچن بن جاتا ہے اس کو کیا کہتے ہیں؟ اور جو یہودی بن جاتا ہے اس کو کیا کہتے ہیں؟ جو شیعہ بن جاتا ہے اس کو کیا کہتے ہیں؟ جو بریلوی بن جاتا ہے اس کو کیا کہتے ہیں؟ جو اہل حدیث بن جاتا ہے اس کو کیا کہتے ہیں؟ اور اتنے تم لوگ ہو نا بکواس، تم لوگ کو جیل کے میرے سر میں درد ہوتا ہے. اچھا سنتے صحیح نا، تو اتنا تختے توے تے نہ رکھ لو جا یار، تھوڑا سا بھی لئی جاؤں تے نسوار دی چنڈی رکھ تے تینوں میں سمجھانا وا، اتنی تک میوٹ کر. اچھا پتہ ہے کیا، تو جب کوئی صحیح بن جائے گا اس کو صحیح کہیں گے، جب کوئی ہندو بن جائے گا تو اس کو ہندو کہیں گے، جب کوئی کرسچن بن جائے گا اس کو کرسچن کہیں گے، جب کوئی یہودی بن جائے گا اس کو یہودی کہیں گے. ٹھیک ہے، جو بن جائے گا اس کو پھر وہ کہیں گے. اس میں تو مسئلہ ہی کو نہیں ہے. لیکن ابھی تم کچھ بھی نہیں ہے نا. اچھا کچھ نہیں بنتا تو اس کو کیا کہو گے؟ وہ سن بھی تو صحیح ہے، تو چونڈی ہے رکھی بھی کو نہیں تے بولنا شروع ہو گئی ہیں. چپ کر گیا جے نسوار دی چونڈی رکھ تو بات سن. اچھا پتہ ہے کیا، تو جب کوئی کچھ نہیں ہوتا جو کہتا ہے میں تلاش کر رہا ہوں ابھی، تو اس کو ملحد کہتے ہیں میرا پتر. ملحد اس کو ایتھیسٹ کہتے ہیں، دہریہ کہتے ہیں کہ اس کا کوئی دین مذہب نہیں ہے.
نہیں میں مانتا ہوں ایک خالق ہے، ایک خدا ہے جس نے یہ کائنات بنایا ہے، اس میں رہ رہے، لیکن ابھی مجھے پتہ نہیں اچھا، وہ کہ جو مطلب خالق ہے اس کا نام آپ کیا ہے؟ لوگوں وہ جو خالق ہے اس کا اللہ اس نام کو کیا ہے؟ کہتے ہیں، اللہ کہتے ہیں، اللہ کہتے ہیں اس کو ہم اچھا، وہ اپنی ذات اور صفات میں کیسے ہے؟ اپنی ذات اور صفات میں تو ویسے تو کوئی اس طرح بیان نہیں کر سکتا، لیکن میں نے جب کچھ کتابیں پڑھے تو اس سے یہ ظاہر ہوا کہ وہ ایک نور ہے، نور ہے۔ قرآن کو مانتے ہو، اس کی کتاب؟ میں تو بائبل کو بھی مانتا ہوں، میں تو تورات کو، انجیل کو بھی مانتا ہوں، میں قرآن کو بھی مانتا ہوں، اس میں کیا ہے، ماننے سے کیا ہے؟ اچھا، تورات، زبور، انجیل اور قرآن پاک کو کس طریقے سے مانتے ہو، بتاؤ ذرا۔ دوسرا میں ایسے مانتا ہوں کہ یہ جو تین چار کتابیں ہیں، یہ یہاں کے لکھے ہوئے نہیں ہیں، یہ کہ اوپر سے آئے ہوئے ہیں۔ اوپر سے کہاں سے؟ اوپر یعنی وہ جس کو میں اللہ کہتا ہوں، اسی نے اس کے پیغام ہوں گے۔ نہیں، اللہ اوپر رہتا ہے؟ ہاں، میں نے تو یہی سنا ہے کہ وہ سات آسمان کے اوپر اس کا عرش ہے اور وہیں پہ رہتے ہیں۔ نہیں، یہ سب کچھ تم نے سنا ہوا ہے کہ تحقیق بھی کدی کی ہے؟ تو آپ جیسے مولوی سے سنا ہے نا، تحقیق تو اسی کو کہتے ہیں۔ نہیں، نبی عالم صلی اللہ علیہ وسلم، ہمارے نبی صلی اللہ علیہ وآلہ وسلم، وہ تو فرماتے ہیں کہ ہر سنی سنائی بات کو آگے پیش کرنے والا جو ہے نا وہ جھوٹا ہوتا ہے۔ کسی انسان کے جھوٹا ہونے کے لیے اتنی کافی ہے پہلا نمبر، پہلا جھوٹ تو آپ نے ابھی بولا کہ ہمارا نبی۔ میں نے تو کتابوں میں پڑھا تھا کہ وہ تو پوری دنیا کے نبی ہیں، اس کے بعد جتنے بھی لوگ آئیں گے اس کے نبی ہیں، جھوٹے بندے۔ ہاں، تو ہمارے سے میں آپ بھی شامل ہے نا۔ میں نے کب کہا ہے؟ میں اپنے آپ کو تو نہیں کہا، ہمارے جمع کا سیگے بول رہے ہیں نا ہمارے نبی۔ ناراض کیوں ہو رہے ہیں؟ بات کرو تو کھل کر کرو، ہمارے بول کر کرنا، دوسروں کو الگ کرنا مناسب بات نہیں ہے۔ بھائی ہمارے ہیں سب کے، وہ کل کائنات کے نبی ہیں، ہمارے جمع کا سیگا بول رہے ہیں نا۔ تو ناراض ہی ہو رہا ہے پاگل انسان، ناراض کیوں ہو رہا ہے؟ نسوار رکھی ہے کہ نہیں ہے؟ 10 ہلو دیکھو بھائی، آپ لوگوں جو یہ ٹوپی والے اور داڑھی والے ملا میری سمجھ سے باہر ہے، یہ سمجھتے ہیں اللہ انہی کا ہے بس اور رسول انہی کا ہے بس، یہ کسی اور کا ہو ہی نہیں سکتا، یہ جگہ ہی نہیں دیتے کسی کو۔ ہم تلاش کر رہے کوئی ایسا کوئی اچھا بندہ مل جائے جس کا دین پکا ہو، ہم اس طرف جائیں گے۔ میں ایران بھی جا کے تحقیق کرتا ہوں، میں کبھی ہندوستان میں جا کے بھی تحقیق کرتا ہوں، میں کبھی یہ پاکستان تم جیسے لوگوں کے پاس بھی آ کے تحقیق کرتا ہوں۔ جو مجھے حقیقی ملے گا میں اس پر بلیو کر کے اس کا جو نا جو آپ لوگ بولتے کلمہ ہے وہ پڑھ کے جو ہے نا بات ختم کر دیتا ہوں۔ صاحب ایک سوال کر سکتا ہوں اس سے شاہ جی؟ اچھا ایک منٹ یار، ذرا نجا بھائی ذرا گل کرن دیو، گل ٹرن دیو، تھوڑی جی اگے ٹرے گی نا تو سب کٹی کٹا نکل آئے گا۔ ہجے کٹی کٹا پھنسے ہے۔ اچھا یار مجھے بتاؤ ذرا، تو کہہ رہا ہے میں تحقیق کر رہا ہوں، ریسرچ کر رہا ہوں، تو پھر کیا ابھی تک تحقیق تمہاری کس نتیجے پر ہے؟ قرآن کہہ رہا ہے تو کہ میں نے قرآن بھی پڑھا ہے، اس پہ بھی بلیو رکھتا ہوں، تورات، زبور، انجیل پر بھی بلیو رکھتا ہوں، تو کیا کیسا پایا تو نے ان کتابوں کو؟ ان کے اندر کیا لکھا ہے؟ میں نے کتابوں میں یہی کچھ پایا۔ پھر میں نے جب انجیل پکڑا میں نے کہا اسی پر جو ہے نا پختہ یقین کرنا ہے، اسی پر چلنا ہے، اسی کی تعلیمات پر عمل کرنا ہے۔ بعد میں کوئی اور زبور والا آیا، بولتے یہ غلط ہے۔ میں نے جب زبور پہ تحقیق کیا تو پھر جو ہے نا وہ دوسرا ایک آیا، بولتے یہ غلط ہے۔ اب میں قرآن پہ تحقیق کر رہا ہوں، کچھ ملا شکل ٹوپی والے آ رہے ہیں، وہ بھی سامنے بول رہے ہمارا دین، ہمارا فرقہ، اور ان کے فرقے بھی 75 ہیں۔ اب سمجھ میں نہیں آ رہا حقیقی فرقہ کون سا ہے۔ اب میں اس کی تلاش میں ہوں، اگر وہ ٹھیک نکلا تو پھر میں وہ مذہب کو اپنا لوں گا، اسے اپنا دین تصور کر لوں گا۔ نہیں نظر آیا تم جیسے ٹوپی والے، داڑھی والے اور بےہودہ قسم کے ہولیے والے، میں ان کو تو تسلیم ہی نہیں کر، مانتا ہی نہیں، بے دلیل بے ڈنگے
बदतमीज गाली देने वाले लोगों को मैं कोई अपना बड़ा समझूंगा? जावे काम कर अपना। हफीज साहब एक लगता है नस्वार चढ़ गई शायद है। एक मिनट मैं जवाब दे दूं भाई को। ना यार मैं देना पे ਜਾਂ ਤੇ ਮੇਰੇ ਜਵਾਬ ਤੇ ਯਕੀਨ ਨਹੀਂ ਤੁਹਾਨੂੰ ਹੈ ਦੱਸੋ ਜਾਂ ਤੇ ਕਹੋ ਜੀ ਤੇਰੇ ਤੇ ਯਕੀਨ ਸਾਨੂੰ ਕੋਈ ਨਹੀਂ ਅਸੀਂ ਬੋਲਣਾ ਹੈ ਵਿੱਚ ਤੇ ਤੂੰ ਚੁੱਪ ਕਰ ਜਾ ਤੇ ਫਿਰ ਮੈਂ ਚੁੱਪ ਕਰ ਜਾਣਾ ਤੁਸੀਂ ਬੋਲ ਲਿਆ ਜੇ अच्छा बात सुनो ठीक है गालियां तो तुम्हें हमने दी कोई नहीं है ठीक है तो तू खुद ही बक 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 किए जा रहा है तो वो तेरी अपनी मर्जी है तेरी खुशी है भाई समझ आई कि नहीं। अच्छा बात ये मैं कर रहा था तू कह रहा है कि मैं इंजील को पढ़ा तो उस पर मुझे यकीन हो गया कि ये ठीक है तो फिर तुरात वाला आ गया तो उसने कहा नहीं तुरात ठीक है। अच्छा इंजील के अंदर तुम्हें जो ठीक लगा है क्या ठीक लगा है वो थोड़ा सा बताओ एक एक किताब पे बात कर लेते हैं। वैसे तो इंजील से पहले तुरात है फिर ज़बूर है फिर इंजील भाई कितना ये आप लोग जो है कौन सा भी हो कौन सा पहले आया वो अहम नहीं है कौन सा बाद में आया वो अहम है ये बात नहीं है। बात यहाँ पे ये है कि मेरा तहकीक करना बनता है या नहीं बनता है मेरा तलाश जारी रहना बनता है या नहीं बनता है। अगर नहीं बनता है चलो कल मैं वो जाफर साहब बात कर रहे थे ईरानी वो तो इतनी दलील दे रहे थे कि उनकी दलीलों से मैं इतना मुतासर हुआ कि मैंने सोचा ये हकीकत पर है तो फिर भी मैं तफ्तीश ना करूं ऐसे ही जाके बैठ जाऊं। अच्छा नहीं यार एक बात तो बता ना कि मतलब ये कि तूने इंजील पढ़ी तो इंजील को पढ़ने के अंदर मुझे ये बताओ कि तूने अच्छी बात कौन सी लगी है। ये मौजूदा इंजील की बात कर रहा हूँ मौजूदा बाइबल की बात कर रहा हूँ तो इसके अंदर जो अच्छी बात मुझे उनके उसके अंदर सारा कुछ अच्छा लगा सारा अच्छा कुछ लगा मुझे उसके बुराई कुछ नहीं था उसके अंदर मुझे सिर्फ थोड़ा सा डॉट था कि वो कहते हैं मतलब कुछ इस तरह का उन्होंने बयान किया था कि एक अल्लाह है यसू उसका बेटा है तो मैं थोड़ा सा यहाँ कंफ्यूज हो गया तो मैंने कहा नहीं देखते हैं आगे जाके सोचते हैं क्या होता है। अच्छा ये बाइबल में मैंने तो पढ़ी है पूरी बाइबल मुझे तो कहीं नहीं मिला कि यसू ने कहा हो कि मैं खुदा का बेटा हूँ। वो कौन सी आयत है जरा बता दो मैंने ये सामने अपने बाइबल खोल ली है तो उसके अंदर देख लेते हैं चलो जल्दी। अच्छा आपने अपना सामने रख के खोला है और जो मैंने सामने रख के खोला है उसमें वो नज़र नहीं आ रहा। नज़र नहीं आ रहा तुम तेनों पुत्र बड़ा कोई नज़र नहीं आ रहा। ये देखो ये किताब मुकद्दस है अभी मैंने खोल ली है तो ये इंजील जो है ना मेरे सामने खुली हुई है समझ आई कि नहीं। अच्छा इस पूरी इंजील को मैंने पढ़ा है आप तो खोलने में सुना है मशहूर हो। हाँ नहीं मैं खोलता हूँ मैं अभी तुम्हारी भी खोलूंगा तू टेंशन ना ले। अच्छा चल बता जरा यार एक मिनट ठहर ते जाओ यार ਇਹਦਾ ਨਾ ਜਾਮੇ ਤਲਾਸ਼ੀ ਇਹਦੀ ਲੈਣੀ ਪੈਣੀ ਹੈ ਤੇ ਫਿਰ ਅੰਦਰੋਂ ਵੇਖਿਆ ਜੇ ਕੀ ਨਿਕਲਦਾ है। अच्छा इसके अंदर कहीं नहीं है कि यसू ने कहा हो कि मैं खुदा का बेटा। तू अभी कह रहा है कि यसू कहता है जी मैं खुदा का बेटा हूँ। चलो फिर मैं तहकीक कर लेता हूँ अगर वो नहीं कहता है कि मैं खुदा का बेटा हूँ तो मुझे इस किताब पर मुकम्मल मुझे चाहिए एक मिनट मुझे फिर चाहिए कि मैं इस किताब पर अमल करूँ और इसी की पैरवी करूँ और ये बेहतरीन किताब है इसमें अदल भी है इंसाफ भी है और तुम लोग की होलिया देखो मुसलमानों की शक्ल देखो हर जगह तुम ज़लील ख्वार हो और क्रिश्चियनों को देखो कितने माशाल्लाह खूबसूरत कितने खूबसूरत मुल्कों में रहते हैं और कितने मोअज़्ज़ज़ लोग हैं मैं फिर उसी पर अमल करूँगा। चलो ठीक है वो तो चलो एक बात की बात है अभी तो बाइबल की बात करते हैं ना अभी तो इंजील की बात करते हैं। तूने अभी कहा कि मैंने इंजील पढ़ी है मैं उसके ऊपर बिलीव रखता हूँ बड़ी अच्छी है ये है बड़े तूने उसके कसीदे गए हैं। तूने एक बात की तूने कहा कि इंजील के अंदर ये जो लिखा हुआ है कि यसू ने कहा कि मैं खुदा का बेटा हूँ ये तो यहाँ लिखा ही नहीं है।
साबित कर। तू कह रहा था की हुई है, साबित अभी मैं तू कह रहा है कि करूंगा, तहकीक मैं करूंगा। साबित करूंगा एक दिन कब मेरे साथ करोगे? बैठो। कब अभी करोगे? मैं ये रास्ते गौर, पे ये बैठा मैदान, हुआ था, मैं ये गाड़ी गौर, ये चला मैदान रहा लेके था। आओ। अभी कहाँ मैं लिखा हुआ? अभी तेरी तरह मैं फ्री नहीं हूँ। तू तो फ्री पन खा के इतना मोटा हो गया है। मैं काम करता हूँ, रास्ते पे होता हूँ, तू अपने मकतब में बैठ कर सोच सोच के लोगों को पागल बनाया हुआ तूने। अबे मोटा नहीं हूँ मैं, पतला दुबला हूँ। यकीन जानो हाँ, लीक बंदे हो ना, लीक बंदे तो ऐसे ही होते हैं, जो लीक होता है वो तो मोटा हो ही नहीं सकता। अभी तू कह रहा है तू बंदरा जी है, कभी तू छिड़पी मार के उधर, कभी उधर, कभी उधर। किसी एक बात पर टिक तो सही रहा। और मैं पतला दुबला हूँ, यकीन मानो। ये भी कैमरे के सामने शायद चेहरा भी मोटा लग रहा है, मैं थोड़ा सा ये पीछे हो जाऊंगी, पतला दुबला हूँ मैं, यकीन मानो। हाँ जी, हवा चलती है तो मुझे वो, मैं किसी चीज को पकड़ लेता हूँ कि भाई कहीं गिर ना जाऊं, मैं इतना पतला दुबला हूँ। अच्छा चल बता तो सही ना। अरे ये जो इंजील तू कह रहा है, इंजील में लिखा, इंजील में तो लिखा ही नहीं है। तू क्यों झूठ बोल रहा है? तू बाइबल के ऊपर, तू इंजील के ऊपर क्यों झूठ बोल रहा है कि मैंने पढ़ी है? ये बात हम क्रिश्चियन से। आप देखे मेरे भाई क्रिश्चियन ने जो जवाब दिया हुआ है, क्योंकि वो मकतब में बैठा हुआ। देखें वो पेज निकालें 1441, उसमें लिखा हुआ। देखें मेरे मावन मेरे साथ खड़े हैं। 1441 का सफा ही नहीं है। 1441 का कोई सफा है ही नहीं। चलो फिर मैं निकाल लूंगा, अभी मैं रोड पे तो नहीं निकाल सकता। इतनी जालिम मौलवी मत बनो तुम। इंजील के टोटल जो सफात है ना, वो हैं 357, यानी 357। ये आखिरी इसका सफा है। झूठो और कज़ाब की कोई, मैं कहता हूँ कोई क्या ही बात है? ओए झूठे, ओए कज़ाब, धैर्य, बंदर है जी, बंदर दी औलाद है। तुम लोग तो कहते हो कि हम बंदर थे पहले, हमारे बाप दादे बंदर थे, बाद में खंजीर बने, तो खंजीर से वो चूहे बने, चूहे से बाद में इंसान बने हैं। अच्छा तुम खुद को मुसलमान कहते हैं, बड़े आलिम दीन कहते हो। तुझे पता है कि तुम्हारी नबी ने मना किया है गाली देने से। तुम अपनी नबी की बात नहीं मानते हो। तेरी बात मैं मानूंगा, मैं तुझे इतना मारूंगा तू याद करेगा। मैंने कोई गाली दी है तो बता दो भाई। हाँ तो ये गालियाँ तो मुझे बंदरों की पता नहीं किन की बच्चे बना रहे हो। मुल्हिद नहीं कहते कि हम बंदरों की औलाद है, पहले बंदर थे तो बाद में हम इंसान बने। कहते होंगे नहीं तो तू नहीं कहता क्या? मैं कहता हूँ कि किसी को बुरा भला नहीं कहना चाहिए, ये किसी मजहब में जायज नहीं है। और तू अपनी मजहब की खिलाफ वर्जियां करता रहता है, और तेरे जो नाजायज संबंध है, और तेरे बहुत किस्से मैंने सुने हैं। ओए बंदरा, पहले तुम बंदर थे, बंदर से ये देखो मेंढक बने हो, मेंढक से कछुक बने हो। मैं यही सूरत में तुझे देख रहा हूँ अभी। ये तो तुम लोगों का अकीदा है ना, मेरा तो नहीं है। मेरा अकीदा अभी तक बना ही नहीं है। तुम जैसे लोगों ने बनाने दिया ही नहीं है। फिर मैं बना लूंगा तो मुझे तस्दीक हो जाए कि कौन सा सच है। अभी तो तुम लोगों ने जो ना बंदरों जैसी हरकतें करना शुरू किया, मैं कहाँ मानने वाला तुम लोग। अच्छा चल यार, मलक ਇਹਦੇ ਨਾਲ ਕਰਸੂ ਪੋਲੀ ਗੱਲ ਕਰਸੂ ਤੇ ਬਾਂਦਰ ਜੇ ਆ ਗਈ ਐਵੇਂ ਖੱਪ ਪਈ ਹੈ, ਕੋਈ ਹੈ ਕੁਝ ਹੈ ਕੋਈ ਨਹੀਂ ਇਹਦੇ ਚ। ਮੈਂ ਤੇ ਸੁਣ ਰਿਹਾ ਸਾਂ ਕਿ ਹਫੀਜ਼ ਜਿਹੜਾ ਹੈ ਨਾ 2 ਨੰਬਰ ਜ਼ਰਦਾਰੀ, ਕਿਉਂਕਿ ਤਸਵੀਰ ਉਹਨੇ ਵੇਖੋ ਨਾ ਕਿਹੋ ਜਿਹੀ ਲਾਈ ਦੀ। ਤੇ ਮੈਂ ਕਹਿਣਾ ਚਾਹ ਰਿਹਾ ਹਫੀਜ਼ ਨਾ ਕਿ ਯਾਰ ਤੂੰ ਤਾਂ ਕਹਿ ਰਿਹਾ ਸਾਂ ਕਿ ਜਿਹੜਾ ਨਾ ਬਾਈਬਲ। ਯਾਰ ਮਲਕ ਤੇਰੀ ਆਵਾਜ਼ ਸਹੀ ਨਹੀਂ ਆ ਰਹੀ, ਆਵਾਜ਼ ਸਹੀ ਨਹੀਂ ਆ ਰਹੀ। ਤੇ ਦੂਜੀ ਗੱਲ ਹੈ ਕਿ ਮੁੱਲੇ ਦੀ ਹੁਣ ਠੀਕ ਆ ਰਹੀ ਹੈ ਤੇ ਇਸ ਹਿਸਾਬ ਨਾਲ ਇਹਨੂੰ ਹੈਂਡਲ ਕਰੀ। ਮੁੱਲੇ ਦੀ ਹੈ ਐਥੀਇਸਟ। ਹਾਂਜੀ ਆਵਾਜ਼ ਠੀਕ। ਅੱਛਾ ਜੀ, ਮੈਨੂੰ ਨਹੀਂ ਸੀ ਪਤਾ, ਮੁਫਤੀ ਸਾਹਿਬ ਨੇ ਦੱਸਿਆ ਤਾਂ ਮੁਲਹਿਦ ਹੈ। ਬਾਕੀ ਹੈ ਵੇ ਹਫੀਜ਼ ਹੈ, हफीज जलंधरी। जी मैं सुन रहा हूँ। मैं कह रहा हूँ कि आप आगे कह रहे थे कि यार बाइबल में ये चीज लिखी हुई है, तो भाई वो पेश तो करे ना। वो सफा भी जो आपने बताया वो भी गलत है।
भाई देखिए मैं आपको एक बात बता दूं, मैं अभी रोड पे खड़ा हूँ, मुझे ये मुफ्ती नजर आए, मैंने कहा इसको इसके तमीज से करतूत बात दिखा करनी दूं। है, आपकी मेरी बात हो रही है। जी मैं आप ही से मुखातिब हूं। अगर आप चाहते हैं कि मैं वो कुछ निकालूं तो मुझे मोहलत दीजिएगा, ताकि मैं अपनी ऑफिस में जाके बैठूं, वहाँ पे शोर शराबा ना हो, जैसे जब मुफ्ती आपके ऐसी में बैठ के मजे कर रहे हैं। मौजूद था, जब आपके पास प्रूफ नहीं मौजूद था, तो आप यहाँ पे क्या करने आए थे और क्यों झूठ बोला मैं सबके सिर्फ सामने? हाँ मेरे पास प्रूफ है, लेकिन ये कि मैं आपको ऐसे दिखा नहीं सकता जैसे मुबशर दिखा। मैं दिखा दूं, जब तक आप मैं दिखा दूंगा, हो मेरी मैं दिखा दूं। दिखाओ, अभी दिखाओ, मैं इंतजार कर रहा हूं, अभी दिखाओ। दिखाओ, ये बंदा ये कि तुम सब मुसलमान एक ही दिमाग व ख्यालात के। मुसलमानों को छोड़ो, मैं तुम्हें यही बात बोल रहा हूँ कि दिखाओ ना यार, तुम बोल रहे हो तो वो चीज दिखाओ। तो मैंने कहा मैं जो दावा करूंगा, मैं मुझे अभी आप कहोगे कि मैं कोई आपको कोई ऐसी चीज बताता हूँ, तो आप तो मुझे कहोगे भाई दिखाओ। मैं कहूंगा नहीं जी भाई जी, मैं इस टाइम जरा बाजार दे बेचा तो मैं घर जाके ਤੁਹਾਨੂੰ ਵਹਾਵਾਂਗਾ। तो जब मेरे पास वो चीज है ही नहीं, तो फिर मैं किस तरीके से जाके किसी के साथ पंगा ले सकता हूं? जहां तो उसकी पुख्ता दलील अपने पास मौजूद रखो। तुम कभी मुसलमानों को कुछ कह रहे हो, कभी तुम मुफ्तियों को कुछ कह रहे हो, वो दलील दो यहाँ पे सबके सामने, क्यों नहीं दे रहे वो भाई? दलील? मैं सिर्फ मुसलमानों को और मुफ्तियों को नहीं कहता, मैं पंडितों को भी कहता हूँ और मैं पादरियों को भी कहता हूँ। तो वो यही बात है ना, वो फिर उन्होंने बिल्कुल ठीक कहा है कि तुम मुल्हिद हो। तो बात यही कर रहा हूँ कि भाई वो दो ना, क्यों नहीं दे रहे? अच्छा आप क्या चाहते हो यार वो दो ना, अभी सबूत दो जो तुमने बात अभी की नहीं है। है मेरे पास, अभी नहीं है मेरे पास, मेरे ऑफिस में पड़े हुए हैं। मानो तुम झूठे हो, तुम झूठे हो, तुम झूठे हो, तुम सारे झूठे हो। दलील कहने दो से ना, क्या होगा? तुम्हारे कहने से दलील कुछ भी नहीं होगा भाई। तुम तो तुम्हारे दलील दो, तुम दलील दो, दलील की बात तो तुमने की है। हफ्ते का मोहलत दो मुझे, मैं तुझे दे दूंगा। कितने हफ्ते का मोहलत दूं? 1 हफ्ते का। लो जी, आपका दफ्तर कोई दूसरे मुल्क में है, पैदल जाना है? चलो दिमाग नहीं काम पे करता, तो पागल है या सानू करना है? पागल या पुतरा? ये देखो पागल तो पता मुसलमान है, ये गंदी जुबान मुसलमान की हो सकती है। तेन शर्म नहीं आती? पहले तो कहना कि नाम नहीं देने, मैं ए वाली जड़ी है ना बाइबल ਦੇ ਵਿੱਚ ਇਹ ਚੀਜ਼ ਲਿਖੀ ਹੈ, ਫਿਰ ਜਦੋਂ ਤੈਨੂੰ ਪੜ੍ਹਨੇ ਆ ਤਾਂ ਕਹਿੰਦੇ ਜੀ ਉਹ ਜੀ 1441 ਸਫਾ ਵੇ, ਤੇ ਜਦੋਂ 1441 ਸਫਾ ਕੱਢਦੇ ਨੇ ਤੇ ਉੱਥੇ ਤਾਂ 1441 ਸਫਾ ਹੈ ਹੀ ਨਹੀਂ, 357 ਉਹਦੇ पेज ने। झूठ बोलना है। कहता अभी तो मैं रास्ते में हूँ, मैं दफ्तर जाके आपको देता हूँ। भाई जी दफ्तर की कहता जी 1 हफ्ते मोहलत दियो, कहता जी 1 हफ्ते मोहलत दियो। लख लानत है तेरे उते, लख लानत तो तेरे ऊपर है कि मैं वही कह रहा हूँ, लख लानत तेरे उते दे रहे हो। हाँ जी तेरे उते मैं बैठा है इस टाइम ज़ियादी लाइव होते हैं, मुफ्ती साहब बैठे थे। अच्छा तुम ना मुझे फॉलो करो, मुझे अच्छा हफीज बात सुनो, तुम ना मुझे फॉलो करो, मैं तुम्हारे में बात तो सुनो ना, सब बात करना मैं पसंद वही नहीं करते, कह रहा हूँ ना, मुझे फॉलो करो, मुझे फॉलो करो। इसकी फिर ना हम तस्वीरें अपने लोगों ने बरात लगा पे दिए कुछ ना कुछ ऐसा तो मुझे काम तरस करेंगे, भी आ वो गया। प्रूफ देखो। तुम 1 हफ्ते का टाइम ले रहे हो ना, छोटे जहन, तुम 1 हफ्ते का टाइम ले रहे हो, मैंने चलो तुम्हें 1 हफ्ते, तुम्हें 2 हफ्ते का टाइम दिया, मुझे फॉलो करो, मेरे पास जरूर तो आओ ना यार। तू जिन्ना मर्जी पिटना, तेरी आवाज किसी बंदे ਨੂੰ नहीं जानी है। तू भावे थल्ले सुराख ਦੇ ਵਿੱਚ ਵੀ ਕੋਈ ਸ਼ੈ ਦੇ ਦੇਵੇ ਨਾ, फिर भी तेरी ਜਿਹੜੀ है ना आवाज नहीं इतना करी। मैनू तू बस जो झूठ क्यों बोलिया झूठिया, ये तेरी सारी हकीकत तेरी जुबान है। झूठ क्यों बोलिया? मैंने सुना है तू बहुत बड़ा कज़ाब, लिखा हुआ है, तू बहुत बड़ा झूठा, हुआ है, तू बहुत बड़ा जलील, तू बहुत बड़ा बेगैरत किस्म का इंसान है कि तू बाइबल में झूठ बोल रहे हैं, तू बाइबल ਦੇ ਉੱਤੇ ਝੂਠ ਬੋਲ ਰਹੇ ਆ। ਤੂੰ ਦਸ਼ਿਆ ਉਡਾ ਦਿਆ ਜੀ ਭਾਈ ਜੀ ਇਹਨੂੰ ਥੱਲੇ ਹੋਣਾ ਜ਼ਿਆ ਭਾਈ ਹੁਣ ਇਹਨੂੰ ਸੱਟ ਦਿਓ, ਕਿਉਂਕਿ ਸਾਰਿਆਂ ਨੇ ਇਹਦਾ ਮੂੰਹ ਵੇਖ ਲਿਆ ਔਰ ਸਾਰਿਆਂ ਨੇ ਇਹਦੀ ਗੱਲ ਵੀ ਸੁਣ ਲਈ है। इंसान तू गालियों के सिवा दे नहीं सकते। जी जी इसी तरह बिल्कुल ठीक कह रहे हो। झूठा इंसान तो तुम हो, तुमने तो बकायदा यहाँ पे बात की है कि जनाब इसमें ये आता है, इसमें ये आता है, ये सफा नंबर है, वो क्यों नहीं दे रहे? वो क्यों नहीं दे रहे? किस वजह से नहीं दे रहे? लो जी सबने देख लिया है कि ये झूठा किस्म का इंसान है, ये जलील है, ये बेगैरत है,
وہ اس وجہ سے کیونکہ یہ بندہ بائبل پہ جھوٹ بول رہا تھا، جب پکڑا گیا پھر اس کے بعد کہتا جی میں سڑک پہ ہوں، اور سڑک پہ آپ دیکھ لیں پھر اس کے بعد کہہ رہے جی میں دفتر جا کے آپ کو دیتا ہوں. تو دفتر اس کا جی 1 ہفتے کی مسافت پہ ہے، ٹھیک ہے جی. یہ دفتر میں نا کوئی کوڑا وغیرہ اٹھاتا ہے، یہ جو اپنا دفتر بتا رہا ہے نا، دفتر کو نہیں ہوتے کوئی کوڑا شوڑا چکتا ہے جن جو بیگ کہندے سی نا میں جج ہاں، اسی طریقے دے نال نا اے بھی اتنے بہ کے نا کوئی کوڑا شوڑا چکدا جی. لاکھ ویسے فیس تیرے اتنے. ملک صاحب اینو سٹو یار تھلے. ملک صاحب جی ملک صاحب ایک چیز میں ان کے بولنی سی تانوں. ਹੁਣ فرض ਕਰੋ ਮੈਂ ਵੈਸੇ ਹੈ ਮੁਸਲਮਾਨ ਅਲਹਮਦੁਲਿਲਾ, ਲੇਕਿਨ ਮੋਸਟਲੀ ਬੰਦਿਆਂ ਦਾ ਇਤਰਾਜ਼ ਪਤਾ ਕੀ ਹੈ, ਵੇਖੋ ਤੁਸੀਂ ਯਾਰ ਉਹ ਆਇਆ ਵੇ ਉਹਦਾ ਦਿਲ 'ਚ ਪਤਾ ਨਹੀਂ ਕੀ ਹੈ ਕੀ ਨਹੀਂ, ਉਹ ਵਾਕਈ ਸ਼ਾਇਦ ਕਿਸੇ ਦੀਨ ਦਾ ਮੁਤਲਾਸ਼ੀ ਹੈ, ਠੀਕ ਹੈ, ਜਾਂ ਉਹਨੂੰ ਕਿਸੇ ਦੀਨ ਦੀ ਸੱਚੇ ਦੀਨ ਦੀ ਤਲਾਸ਼ ਹੈ, ਹਰ ਪਾਸੇ ਆਇਆ, ਸਾਰੀਆਂ ਗੱਲਾਂ ਦੁਨੀਆ 'ਤੇ ਹੁੰਦੀਆਂ, ਤੁਹਾਨੂੰ ਵੀ ਪਤਾ ਹੈ ਮੈਨੂੰ ਪਤਾ ਵੇ ਸਾਡਾ ਦੀਨ ਕਿਸ ਤਰ੍ਹਾਂ ਦਾ ਵੇ ਕਿ ਇੱਕ ਅਮਨ ਦਾ ਗਹਿਵਾਰ ਹੈ, ਠੀਕ ਹੈ. ਅਸੀਂ ਕੋਈ ਵੀ ਜਿਹੜੀ ਚੀਜ਼ ਹੈ ਨਾ ਉਹ ਨਹੀਂ ਕਰਦੇ ਹੈ ਕਿ ਜਿਹੜਾ ਸਾਡਾ ਦੀਨ ਜਿਸ ਚੀਜ਼ ਤੋਂ ਮਨਾ ਕਰਦਾ ਨਾ, ਠੀਕ ਹੈ, ਅਸੀਂ ਉਹਨੂੰ ਮਨਾ ਹੁੰਦੇ ਹਾਂ, ਠੀਕ ਹੈ. ਅਗਰ ਉਹ ਤੋਂ ਵਾਕਈ ਯਾਨੀ ਕਿ ਦੀਨ ਦਾ ਯਾਨੀ ਕਿ ਐਂਟਰ ਹੋਣਾ ਚਾਹੁੰਦਾ ਕਿਸੇ 'ਚ, ਠੀਕ ਹੈ, ਉਹਨੂੰ ਪਿਆਰ ਮੁਹੱਬਤ ਨਾ ਕਰੋ. ਲੇਕਿਨ ਉਹ ਭਾਈ ਜਿਹੜਾ ਵੇ ਨਾ ਆਈ ਥਿੰਕ ਉਹ ਮੈਂ ਪਹਿਲਾਂ ਹੀ ਆ ਕੇ ਭਾਈ ਕੋ ਪੁੱਛਿਆ ਯਾਰ ਤੁਸੀਂ ਕਾਦੀਆਨੀ ਤੇ ਨਹੀਂ ਹੋ, ਲੇਕਿਨ ਵਾਕਈ ਐਥਿਸਟ ਜਿਹੜੇ ਨੇ ਨਾ, ਠੀਕ ਹੈ, ਉਹਨਾਂ ਦਾ ਜ਼ਹਿਨੀਅਤ ਵੀ ਇਹੀ ਹੈ, ਠੀਕ ਹੈ. ਉਹ ਇਸਲਾਮ ਦੇ ਬਹੁਤੇ ਮੁਖਾਲਫ ਨੇ, ਠੀਕ ਹੈ, ਐਜ਼ ਕੰਪੇਅਰ ਟੂ ਦੂਸਰੇ ਜਿਹੜੇ ਨਾ ਫਿਰਕੇ ਜਾਂ ਜਿਹੜੇ ਮਜ਼ਹਬ ਨੇ, ਠੀਕ ਹੈ, ਉਹਨਾਂ ਤੋਂ ਜ਼ਿਆਦਾ ਇਸਲਾਮ 'ਚ ਨੇ. ਲੇਕਿਨ ਮੇਰਾ ਇੱਕ ਸਬਕ ਹੈ ਵੀ ਜਾਂ ਮੈਂ ਅਗਰ ਛੋਟਾ ਜਿਹਾ ਬੰਦਾ ਹਾਂ, ਠੀਕ ਹੈ, ਮੇਰਾ ਹੈ ਕਿ ਜਿਹੜਾ ਬੰਦਾ ਹੁੰਦਾ ਭਾਈ ਤੁਸੀਂ ਉਹਦੇ ਨਾਲ ਪਿਆਰ ਮੁਹੱਬਤ ਨਾਲ ਗੱਲ ਕਰੋ, ਠੀਕ ਹੈ. ਪਿਆਰ ਮੁਹੱਬਤ ਨਾਲ ਕਰੋਗੇ ਉਹ ਅਗਲਾ ਬੰਦਾ ਜਾ ਕੇ ਦੱਸੇਗਾ ਕਿ ਯਾਰ ਹਾਂ ਮੁਸਲਮਾਨ, ਮੈਂ ਇੱਕ ਬਰਾੜ 'ਤੇ ਗਿਆ ਤਾਂ ਮੁਸਲਮਾਨ ਬੈਠੇ ਹਨ, ਉਹ ਸਾਡੇ ਨਾਲ ਪਿਆਰ ਮੁਹੱਬਤ ਨਾਲ ਕਰਦੇ ਨੇ, ਠੀਕ ਹੈ. ਅਗਰ ਹਾਂ ਉਹ ਗਾਲੀ ਅਗਲਾ ਬੰਦਾ ਦਿੰਦਾ ਹੈ ਤਾਂ ਸਾਡਾ ਫਿਰ ਇਹ ਨਹੀਂ ਹੱਕ ਕਿ ਅਸੀਂ ਉਹਨੂੰ ਗਾਲੀ ਦਈਏ, ਠੀਕ ਹੈ, ਕਿਉਂਕਿ ਇਸਲਾਮ ਮੁਸਲਮਾਨ ਦੀ ਤਾਰੀਫ ਹੀ ਹੈ ਕਿ ਜਿਹਦੀ ਜ਼ੁਬਾਨ ਤੇ ਜਿਹਦੇ ਹੱਥ ਦੇ ਨਾਲ ਦੂਸਰੇ ਮੁਸਲਮਾਨ, ਵੈਸੇ ਲਿਖਿਆ ਤੇ ਮੁਸਲਮਾਨ ਹੀ, ਮੁਸਲਮਾਨ ਦੀ ਗੱਲ ਕਰੋ ਨਾ, ਤੁਸੀਂ ਉਹਨੂੰ ਮੁਸਲਮਾਨ ਸਮਝ ਰਹੇ ਹੋ? ਨਹੀਂ ਮੈਂ ਉਹਨੂੰ ਮੁਸਲਮਾਨ ਨਹੀਂ ਸਮਝ ਰਿਹਾ ਭਾਈ, ਮੈਂ ਤੇ ਮੁਸਲਮਾਨਾਂ ਦੇ ਬਾਰੇ ਦੇ ਵਿੱਚ ਲਿਖੀ ਦੀ ਹੈ ਨਾ, ਨਾ ਕਿ ਜਿਹੜਾ ਗੈਰ ਮੁਸਲਿਮ ਦੇ ਬਾਰੇ ਇਹ ਮੈਂ ਕਹਿ ਰਹਾ ਲਿਖਿਆ ਮੁਸਲਮਾਨ. ਮਲਕ ਇੱਕ ਮਿੰਟ. ਅੱਛਾ ਜੀ आमिर भाई 1 मिनट जरा माइक म्यूट करना जी. अच्छा बात ये है कि ये जो मुल्हिदीन होते हैं ना, मेरे भाई आपका शायद पहले किसी मुल्हिद से कोई वास्ता पड़ा है या नहीं पड़ा मुझे तो नहीं पता, क्योंकि आप जो बात कर रहे हैं ये बात हमें बता रही है कि आपका कभी किसी मुल्हिद से वास्ता नहीं पड़ा. आज पहले दिन किसी मुल्हिद से आपका वास्ता पड़ा है. ये मुल्हिदीन जो है ना ये ऐसे ही करती हैं, ये इनकी ये इनकी तरबियत और इनकी जो ट्रेनिंग है ना इसी चीज़ पे होती है कि बस बराडों के ऊपर जाना है, सोशल मीडिया पे फैल जाओ और जाके बस रंग च भंग पाना है, ठीक है ना जी. ਤੇ ਇਹਨਾਂ ਨੂੰ ਨਾ ਹੀ ਖੇਡਣ ਦਿਓ ਤੇ ਨਾ ਹੀ ਖੇਡੋ. ਤੇ ये दुनिया का हर मुल्हिद ऐसे ही होता है. तो ये कुछ भी नहीं. रही बात गाली की, तो गाली तो किसी ने भी नहीं दी अभी तक, मैंने तो नहीं दी कम अज कम गाली, आपने देखा ही होगा. तो मैं थोड़ी देर के लिए साइड पे गया था, तो उम्मीद तो यही है कि मलक ने भी कोई गाली वगैरह नहीं दी होगी. मलक को गाली तो नहीं दी आपने? मुफ्ती साहब मैं सिर्फ ਉਹਨੂੰ ਇੱਕ ਝੂਠਾ ਕਜ਼ਾਬ ਔਰ ਬੇਗੈਰਤ ਕਿਹਾ, ਕਿਉਂਕਿ ਬੇਗੈਰਤ ਉਹ ਹੁੰਦਾ ਵੇ ਕਿ ਸ਼ਾਇਦ ਉਹਨਾਂ ਨੇ ਗਾਲੀ ਨਹੀਂ ਕੱਢੀ. ਜੀ ਜੀ अच्छा गाली नहीं कटी, मेरा पता कि मैनू वल्लाही. अच्छा बात ये है कि रही बात के वो आके कोई समझने के लिए आते हैं तो उनको समझाएं, बड़े प्यार से समझाएं. वो प्यार ही है, और इधर कौन से डंगा थोड़ी उन्होंने सिर च मारने पे, असी प्यार ही प्यार है. रही बात अगर तो आप ये कहते हैं कि वो समझने के लिए आते हैं, नहीं ऐसा नहीं है. ये बात सिरे से ही गलत है कि आज तक यकीन मानो कादियानी तो बड़े मुसलमान हुए हैं, लेकिन इल्हादियत एक ऐसी चीज़ है कि आज तक हमने कोई मुल्हिद नहीं आज तक देखा कि वो उसने इस्लाम कबूल किया हो. इल्हादियत समझ लें कि वो वाली सूरत हाल है कि जिसके बारे में अल्लाह फिर फरमाता है, हालांकि वो तो मुनाफिकीन के बारे में है, लेकिन बहरहाल कि ख़तम अल्लाहु अला क़ुलूबिहिम,
अल्लाह जब दिलों के ऊपर मोहर कर देता है ना, फिर कुछ सुझाई नहीं देता। तो ये इनकी मुल्हिदीन की वो वाली कैफियत होती है कि बस इनके देखने सुनने की सलाहियत, समझने की सलाहियत जो होती है ख़त्म हो जाती है, ठीक है। तो ये सिर्फ और सिर्फ मज़ाहब को आपस में लड़वाना चाहते हैं, और ये चाहते हैं कि सोशल मीडिया के ऊपर इस किस्म की गर्मा गर्म बहसें छिड़ी रहे, ताकि ये मज़ाहब आपस में ये जो गेम कर रहा था ना, वो गेम ये थी कि मुसलमानों को ईसाइयों से लड़वा दिया जाए, वो ये गेम कर रहा था। उसकी गेम समझें, उसकी साजिश को पहले समझ ले। दुश्मन की साजिश को जब तक आप समझेंगे नहीं तो आप को लड़ना मुश्किल हो जाएगा। वो ये गेम कर रहा था, वो बाइबल को भी नहीं मानता, झूठ बोल रहा था। उसने बाइबल को शायद कभी देखा भी ना हो, समझ आई कि नहीं। वो गेम असल में ये कर रहा था कि इनको बाइबल वालों को तुरात वालों से लड़वाया जाए और इन दोनों को कुरान वालों से लड़वाया जाए। वो ये गेम कर रहा था जी। शादी इनका ये सिस्टम है, जो मुलहद लोग होते हैं ना, ये वो कहते नहीं है इन्हें लाहौर लाइयो, तो लाहौर दा मुराद ये होंदा है कि इन्हें नहीं हुण बचना, तो इन्हों भावें जिथे मर्जी लाइयो, तो वो आखिरी स्टेज होंदी है। मुलहिद लोग जिहड़े ने, इन्हां दी आखिरी स्टेज होंदी है, इन्हां नूं तुसीं जो मर्जी कर लो, इन्हां नहीं समझना होंदा, क्योंकि फरार कर गए ना, फरार हो गए ने एक चीज़ तो, कि फरार बंदे नूं, मफरूर बंदे नूं तुसीं जिन्ना मर्जी फड़ लियाओ, इन्हें फिर वापस, जिवें हुण एक छोटी जी मिसाल है कि मदरसे एक बच्चा भजना शुरू हो जाए ना, ਤੁਸੀਂ ਉਹਨੂੰ ਜਿੰਨਾ ਮਰਜ਼ੀ ਭੱਜ ਕੇ ਲਿਆ ਕੇ ਤੇ ਉਹਦੀ ਨਿਗਰਾਨੀ ਕਰ ਲਓ, ਉਹਨੂੰ ਜੋ ਮਰਜ਼ੀ ਕਰ ਲਓ, ਉਹਨੂੰ ਫਿਰ ਜਦੋਂ ਮੌਕਾ ਲੱਭਣਾ ਨਾ, ਉਹਨੇ ਨੱਸ ਹੀ ਜਾਣਾ, ਉਹਨੇ ਦੁਬਾਰਾ ਨਹੀਂ ਉੱਥੇ ਖਲੋਣਾ ਹੈਗਾ। ਤੇ ਇਹਨਾਂ ਮੁਲਹਦ ਲੋਕ ਜਿਹੜੇ ਨੇ, ਇਹਨਾਂ ਤੁਸੀਂ ਜਿੰਨਾ ਮਰਜ਼ੀ ਖਿੱਚ ਲਓ ਇਹਨਾਂ ਵਾ, ਕਿਉਂਕਿ ਇਹਨਾਂ ਨੇ ਇੱਕ ਇਰਾਦਾ ਕਰ ਲਿਆ ਨਾ ਕਿ ਅਸੀਂ ਕਿਸੇ ਨਾਲ ਵੀ ਨਹੀਂ ਰਹਿਣਾ। ਇਰਾਦਾ ਜਦੋਂ ਬੰਦਾ ਦਿਲੀ ਤੌਰ ਤੇ ਜਦੋਂ ਪੁਖਤਗੀ ਕਰ ਲਵੇ ਨਾ ਕਿ ਮੈਂ ਹੁਣ ਰਹਿਣਾ ਹੀ ਕੋਈ ਨਹੀਂ ਇਸ ਥਾਂ ਤੇ ਫਿਰ ਉਹਨੂੰ ਤੁਸੀਂ ਜਿੰਨਾ ਮਰਜ਼ੀ ਖਿੱਚੋ, ਉਹਦੀ ਫਿਰ ਜਿੰਨਾ ਤੁਸੀਂ ਉਹਨੂੰ ਜ਼ਿਆਦਾ ਖਿੱਚੋਗੇ ਨਾ, ਫਿਰ ਉਹ ਸ਼ਾਤਮੀਅਤ ਤੇ ਉਤਰ ਆਏਗਾ। ਫਿਰ ਅੱਛਾ ਯਾਰ, ਮੈਂ ਨਾ ਥੋੜੀ ਦੇਰ ਵਾਸਤੇ ਜਾ ਰਿਹਾ, ਤੇ ਤੇਰਾ ਦੋਸਤ ਬੈਠੇ ਹੋ ਤੁਸੀਂ, ਤੇ ਸੰਭਾਲਿਆ ਜੇ ਬਰਾੜ ਨੂੰ, ਤੇ ਫਿਰ ਮੈਂ ਬਾਅਦ ਚੋਂ ਆਉਣਾ ਵਾ, ਤੇ ਉਹਨਾਂ ਤੱਕ ਦਿਆਰ ਰਸੂਲ ਵੀ ਆ ਜਾਏਗਾ, ਉਹ ਨਮਾਜ਼ ਪੜਨ ਗਏ ਹੈ, ਠੀਕ ਹੈ। ਤੇ अस्सलाम ਵਾਲੇਕੁਮ ਇੱਕ ਥੱਲੇ ਅਬਦੁੱਲਾ ਨੂੰ ਲੋ ਹੋਤੇ ਯਾਰ, ਅਬਦੁੱਲਾ ਨੂੰ ਤੇ ਲੋ ਹੋਤੇ, ਅਬਦੁੱਲਾ ਬੜਾ ਥੱਲੇ ਪੁੜਕਦਾ। ਅੱਛਾ ਇੱਕ ਮੈਨੂੰ ਕੋਈ